Yes, please. Good morning, everyone. Good morning, sir. Good morning, Ji. Let us start. Today we will discuss NAPSILA examination, paper number 5, Indian Penal Code, IPC, IPC 1860. अपनी अपनी बुक्स निकालो जी IPC। ਅਸੀਂ ਪੜ੍ਹ ਰਹੇ ਸੀ ਚੈਪਟਰ ਨੰਬਰ 4 ਤੋਂ। ਚੈਪਟਰ ਨੰਬਰ 4 ਕੀ ਹੈਗਾ? ਚੈਪਟਰ ਨੰਬਰ 4 ਹੈਗਾ ਜਨਰਲ ਐਕਸੈਪਸ਼ਨਸ। ਕੋਈ ਵਿਅਕਤੀ ਤੋਂ ਕੋਈ ਜੁਰਮ ਹੋ ਜਾਂਦਾ ਹੈ ਤਾਂ ਉਹਦਾ ਮਤਲਬ ਉਸ ਜੁਰਮ ਦੀ ਸਜ਼ਾ ਮਿਲਣ ਤੋਂ ਕਿਵੇਂ ਬਚ ਸਕਦਾ ਹੈ। ਜਨਰਲ ਐਕਸੈਪਸ਼ਨਸ ਕੀ ਨੇ ਉੱਥੇ ਇਸ ਐਕਟ ਦੇ ਵਿੱਚ? ਇਸ ਜਿਹੜਾ ਚੈਪਟਰ 4 ਹੈ ਇਹ ਜਨਰਲ ਐਕਸੈਪਸ਼ਨਸ ਦਾ ਹੈਗਾ। ਉਸ ਨੂੰ ਜਿਹੜੀ ਹੈਗੀ ਹੈ ਸਜ਼ਾ ਮਿਲਣ ਤੋਂ ਉਹ ਬਚ ਸਕਦਾ ਹੈ। ਉਹਦੇ ਕਿਹੜੇ ਕਿਹੜੇ ਰੀਜ਼ਨ ਹੈ, ਕਿਹੜੇ ਕਿਹੜੇ ਕਾਰਨ ਹੈਗੇ ਆ। ਸੈਕਸ਼ਨ ਇਹ ਚੈਪਟਰ ਸਟਾਰਟ ਹੁੰਦਾ ਸੀਗਾ ਸੈਕਸ਼ਨ 76 ਤੋਂ। ਅਸੀਂ ਸੈਕਸ਼ਨ 100 ਤੱਕ ਪੜ੍ਹ ਚੁੱਕੇ ਸੀਗੇ। ਅਸੀਂ 101 ਤੋਂ ਸਟਾਰਟ ਕਰਾਂਗੇ। ਥੋੜੀ ਇਨੀਸ਼ੀਅਲ ਮੈਂ ਦੁਬਾਰਾ ਦੱਸ ਦੇਵਾਂ। ਜਨਰਲ ਐਕਸੈਪਸ਼ਨਸ ਕੀ ਹੁੰਦੀਆਂ ਨੇ? ਜਿਵੇਂ ਕੋਈ ਹੈਗਾ, ਕੋਈ ਬੱਚਾ ਹੈ 7 ਸਾਲ ਦੀ ਉਮਰ ਦਾ ਹੈਗਾ, ਉਹਦੇ ਤੋਂ ਕੋਈ ਜੁਰਮ ਹੋ ਗਿਆ, ਹੀ ਕੈਨ ਗੈਟ ਦਾ ਡਿਫੈਂਸ। ਉਹ ਇਸ ਜਿਹੜਾ ਸੈਕਸ਼ਨ ਦੇ ਤਹਿਤ, ਸੈਕਸ਼ਨ 82 ਦੇ ਤਹਿਤ ਯਾਨੀ ਕਿ ਸਜ਼ਾ ਤੋਂ ਬਚ ਸਕਦਾ ਹੈ। ਇਸੇ ਤਰ੍ਹਾਂ 7 ਸਾਲ ਤੋਂ ਲੈ ਕੇ 12 ਸਾਲ ਤੱਕ ਦੀ ਉਮਰ ਦਾ ਕੋਈ ਬੱਚਾ ਹੈਗਾ, ਸੈਕਸ਼ਨ 83 ਦੇ ਤਹਿਤ ਉਹ ਜਿਹੜਾ ਹੈਗਾ ਮਤਲਬ ਕਿ ਸਜ਼ਾ ਤੋਂ ਬਚ ਸਕਦਾ ਹੈਗਾ। ਜਦੋਂ ਉਹਨੂੰ ਆਪਦੀ ਕੋਈ ਜਾਣਕਾਰੀ ਨਾ ਹੋਵੇ, ਮੈਂ ਕੀ ਕੰਮ ਕਰ ਰਿਹਾ ਕੀ ਨਹੀਂ ਹੋ ਰਿਹਾ, ਉਹਨੂੰ ਕੋਈ ਜੁਰਮ ਕਰਨ ਦੇ ਬਾਰੇ ਕੋਈ ਨੌਲੇਜ ਨਾ ਹੋਵੇ। ਇਸੇ ਤਰੀਕੇ ਜਾਂ ਕੋਈ ਅਨਸਾਊਂਡ ਮਾਈਂਡ ਹੈਗਾ, ਅਨਸਾਊਂਡ ਮਾਈਂਡ ਵਿਅਕਤੀ ਹੈਗਾ, ਸੈਕਸ਼ਨ 84 ਦੇ ਤਹਿਤ ਉਹਦੇ ਤੋਂ ਕੋਈ ਜੁਰਮ ਹੋ ਜਾਂਦਾ, ਕੋਈ ਕਿਸੇ ਦੀ ਸੱਟ ਫੇਟ ਲੱਗਦੀ ਹੈਗੀ ਹੈ ਤਾਂ ਉਹ ਸੈਕਸ਼ਨ 84 ਦਾ ਸਹਾਰਾ ਲੈ ਕੇ ਜਿਹੜਾ ਹੈਗਾ ਸਜ਼ਾ ਤੋਂ ਬਚ ਸਕਦਾ ਹੈ। ਇਸੇ ਤਰੀਕੇ ਕੋਈ ਕਿਸੇ ਵਿਅਕਤੀ ਨੂੰ ਕੋਈ ਇੰਟੌਕਸੀਕੇਸ਼ਨ ਕਰਵਾਉਂਦਾ, ਕੋਈ ਨਸ਼ਾ ਕਰਵਾਉਂਦਾ, ਪਰ ਉਹਦੀ ਬਿੱਲ ਦੇ ਅਗੇਂਸਟ ਜਾ ਕੇ ਨਸ਼ਾ ਕਰਵਾ ਦਿੱਤਾ ਜਾਂਦਾ ਹੈਗਾ। ਉਸ ਤੋਂ ਫਿਰ ਕੋਈ ਨਾ ਕੋਈ ਗਲਤ ਕੰਮ ਹੋ ਜਾਂਦਾ ਹੈ, ਪਰ ਉਹਨੂੰ ਨਹੀਂ ਪਤਾ ਵੀ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਤਾਂ ਉਹ ਸੈਕਸ਼ਨ 85 ਦੇ ਤਹਿਤ ਯਾਨੀ ਕਿ ਇਹਦਾ ਸਹਾਰਾ ਲੈ ਕੇ ਉਹ ਜਿਹੜਾ ਹੈਗਾ ਸਜ਼ਾ ਤੋਂ ਬਚ ਸਕਦਾ ਹੈਗਾ। ਇਸੇ ਤਰੀਕੇ ਅਸੀਂ ਪੜ੍ਹ ਰਹੇ ਸੀ 100 ਤੱਕ ਅਸੀਂ ਪੜ੍ਹ ਚੁੱਕੇ ਸੀ। ਅੱਜ ਅਸੀਂ ਪੜ੍ਹਾਂਗੇ ਸੈਕਸ਼ਨ 101 when such right extends to causing any harm other than death। ਇਹ ਅਸੀਂ ਪੜ੍ਹ ਰਹੇ ਸੀ ਰਾਈਟ ਆਫ ਪ੍ਰਾਈਵੇਟ ਡਿਫੈਂਸ। ਜਦੋਂ ਕੋਈ ਵਿਅਕਤੀ ਆਪਦਾ ਡਿਫੈਂਸ ਕਰਨ ਦੀ ਖਾਤਰ ਕੋਈ ਰਾਈਟ ਯੂਜ਼ ਕਰਦਾ ਆਪਣਾ, ਕੋਈ ਵਿਅਕਤੀ ਉਸਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਵਿਅਕਤੀ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦਾ ਇਸ ਚੈਪਟਰ ਦੇ ਤਹਿਤ, ਠੀਕ ਹੈ, ਤਾਂ ਉਹ ਜਿਹੜਾ ਸਜ਼ਾ ਹੈਗਾ ਸਜ਼ਾ ਤੋਂ ਬਚ ਸਕਦਾ ਹੈਗਾ। ਸੈਕਸ਼ਨ 101 ਚ ਕਹੇਗਾ when such right extends to causing any harm other than death। ਜਿਹੜਾ ਬੰਦਾ ਕੋਈ ਜੁਰਮ ਕਰ ਰਿਹਾ ਹੈ ਕਿਸੇ ਵਿਅਕਤੀ ਦੇ ਖਿਲਾਫ, ਉਸ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਹੈਗੀ। ਉਸ ਨੂੰ ਮਤਲਬ ਕਿ ਇੰਨਾ ਰਾਈਟ ਆਫ ਡਿਫੈਂਸ, ਰਾਈਟ ਆਫ ਪ੍ਰਾਈਵੇਟ ਡਿਫੈਂਸ ਇੰਨਾ ਨਹੀਂ ਯੂਜ਼ ਕਰਨਾ ਵੀ ਦੂਜੇ ਵਿਅਕਤੀ ਨੂੰ ਤੁਸੀਂ ਮਾਰ ਦਿਓ, ਠੀਕ ਹੈ। ਤਾਂ ਵਲੰਟਰੀ ਕਾਜ਼ਿੰਗ ਟੂ ਦਾ ਅਸੀਲੈਂਟ ਐਨੀ ਹਾਰਮ ਅਦਰ ਦੈਨ ਡੈਥ। ਉਹਦਾ ਤੁਸੀਂ ਨੁਕਸਾਨ ਤਾਂ ਕਰ ਸਕਦੇ ਹੋ, ਆਪਦਾ ਹੁੰਦੇ ਹੋਏ ਨੁਕਸਾਨ ਨੂੰ ਬਚਾਉਣ ਦੀ ਖਾਤਰ ਤੁਸੀਂ ਉਹਦਾ ਨੁਕਸਾਨ ਤਾਂ ਕਰ ਸਕਦੇ ਹੋ, ਉਹਦੀ ਸੱਟ ਫੇਟ ਮਾਰ ਸਕਦੇ ਹੋ, ਪਰ ਉਹਨੂੰ ਮੌਤ ਨਹੀਂ ਦੇ ਸਕਦੇ। ਇਹ ਸੈਕਸ਼ਨ 101 ਹੈਗਾ, ਠੀਕ ਹੈ। 102 ਚ ਕੀ ਕਿਹਾ ਗਿਆ? ਕਮੈਂਸਮੈਂਟ ਐਂਡ ਕੰਟੀਨਿਊ। ਰਾਈਟ ਆਫ ਪ੍ਰਾਈਵੇਟ ਡਿਫੈਂਸ ਜਿਹੜਾ ਹੈਗਾ ਇਹ ਕਦੋਂ ਤੱਕ ਕੰਟੀਨਿਊ ਰਹਿੰਦਾ ਹੈ? ਇਹ ਸਟਾਰਟ ਕਦੋਂ ਹੁੰਦਾ ਹੈ? ਜਦੋਂ ਤੁਹਾਡੇ ਖਿਲਾਫ ਤੁਹਾਨੂੰ ਕੋਈ ਡਰ ਪੈਦਾ ਹੋ ਜਾਏ ਕਿਸੇ ਦੂਜੇ ਬੰਦੇ ਤੋਂ ਵੀ ਹਾਂ ਇਹ ਮੈਨੂੰ ਮਾਰੇਗਾ, ਇਹਨੇ ਗੰਡਾਸਾ ਚੁੱਕਿਆ ਹੋਇਆ, ਜਾਂ ਇਹਨੇ ਕਿਰਪਾਨ ਚੁੱਕੀ ਵੀ ਹੈ, ਜਾਂ ਇਹਨੇ ਰਿਵਾਲਵਰ ਪਕੜੀ ਵੀ ਹੈ, ਮੈਨੂੰ ਇਹ ਮਾਰੇਗਾ। ਰਾਈਟ ਆਫ ਪ੍ਰਾਈਵੇਟ ਡਿਫੈਂਸ ਉਸੇ ਵੇਲੇ ਸਟਾਰਟ ਹੋ ਜਾਂਦਾ ਹੈ ਜਦੋਂ ਤੁਹਾਨੂੰ ਕਿਸੇ ਜੁਰਮ ਦਾ ਡਰ ਪੈਦਾ ਹੋ ਜੇ। ਜਦੋਂ ਤੱਕ ਡਰ ਤੁਹਾਡੇ ਕੋਲ, ਜਦੋਂ ਤੱਕ ਡਰ ਤੁਹਾਨੂੰ ਉਹ ਰੈਗੂਲਰ ਰਹੇਗਾ, ਉਦੋਂ ਤੱਕ ਇਹ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈ ਕੰਟੀਨਿਊ ਰਹੇਗਾ। ਜਦੋਂ ਡਰ ਤੁਹਾਨੂੰ ਖਤਮ ਹੋ ਗਿਆ ਕਿਸੇ ਬੰਦੇ ਤੋਂ ਸੱਟ ਫੇਟ ਮਾਰਨ ਦਾ, ਤਾਂ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਵੀ ਉਸੇ ਵੇਲੇ ਖਤਮ ਹੋ ਜਾਂਦਾ। ਇਹ ਨਹੀਂ ਹੈਗਾ ਤੁਹਾਨੂੰ ਕੋਈ ਬੰਦਾ ਮਾਰਨ ਵਾਸਤੇ ਆਇਆ ਸੀਗਾ, ਠੀਕ ਹੈ, ਤੇ ਉਹਨੇ ਤੁਹਾਨੂੰ ਮਾਰਿਆ ਨਹੀਂ ਹੈਗਾ, ਬਾਅਦ 'ਚ ਜਾ ਕੇ ਤੁਸੀਂ ਲੈ ਕੇ ਉਹਦੇ ਘਰ ਜਾ ਕੇ ਜਾਂ ਉਹਨੂੰ ਕਿਤੇ ਰਸਤੇ 'ਚ ਘੇਰ ਕੇ ਕੁੱਟੋ, ਉੱਥੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਟੀਲਾਈਜ਼ ਨਹੀਂ ਤੁਸੀਂ ਕਰ ਸਕਦੇ। ਉਹ ਫਿਰ ਤੁਹਾਡੇ ਵੱਲੋਂ ਜਿਹੜਾ ਹੈਗਾ ਜ਼ੁਲਮ ਕੀਤਾ ਜਾਇਆ ਮੰਨਿਆ ਜਾਏਗਾ। ਇਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਉਸੇ ਹੱਦ ਤੱਕ ਯੂਜ਼ ਕੀਤਾ ਜਾ ਸਕਦਾ ਹੈ ਜਦੋਂ ਤੁਹਾਨੂੰ ਉਸ ਬੰਦੇ ਤੋਂ ਖਤਰਾ ਹੋਵੇ, ਜਿਸ ਵੇਲੇ ਖਤਰਾ ਹੋਵੇ ਵੀ ਇਹ ਬੰਦਾ ਮੇਰਾ ਨੁਕਸਾਨ ਕਰੇਗਾ ਜਾਂ ਮੈਨੂੰ ਮਾਰੇਗਾ। ਤੁਸੀਂ ਉਦੋਂ ਹੀ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਸਹਾਰਾ ਲੈ ਕੇ ਤੁਸੀਂ ਤੁਹਾਡੇ ਵੱਲੋਂ ਜੇ ਕੋਈ ਜੁਰਮ ਹੋ ਜਾਂਦਾ, ਤੁਹਾਡੇ ਵੱਲੋਂ ਉਹਦੇ ਸੱਟ ਫੇਟ ਲੱਗਦੀ ਹੈ, ਤੁਹਾਡੇ ਵੱਲੋਂ ਉਹਨੂੰ ਕੋਈ ਇੰਜਰੀ ਹੋ ਜਾਂਦੀ ਹੈ, ਤਾਂ ਤੁਸੀਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਸਹਾਰਾ ਲੈ ਕੇ ਬਚ ਸਕਦੇ ਹੋ। 102 ਚ ਕਿਹਾ ਗਿਆ ਵੀ ਕਦੋਂ ਇਹ ਸਟਾਰਟ ਹੁੰਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ, ਕਦੋਂ ਇਹ ਕਿੰਨੀ ਦੇਰ ਤੱਕ ਕੰਟੀਨਿਊ ਰਹਿੰਦਾ ਹੈ? ਜਦੋਂ ਤੁਹਾਨੂੰ ਡਰ ਪੈਦਾ ਹੁੰਦਾ ਉਦੋਂ ਸਟਾਰਟ ਹੋ ਜਾਂਦਾ। ਜਿੰਨੀ ਦੇਰ ਤੱਕ ਡਰ ਤੁਹਾਨੂੰ ਰਹਿੰਦਾ ਕਿਸੇ ਤੋਂ ਸੱਟ ਫੇਟ ਮਾਰਨ ਦਾ, ਉਨੀ ਦੇਰ ਤੱਕ ਇਹ ਕੰਟੀਨਿਊ ਰਹਿੰਦਾ। ਨੈਕਸਟ ਹੈਗਾ ਸੈਕਸ਼ਨ 103 when the right of private defense property। ਜੇ ਤੁਹਾਡੀ ਕਿਸੇ ਪ੍ਰੋਪਰਟੀ ਨੂੰ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ
ਜਿਹੜਾ ਹੈਗਾ ਤੁਸੀਂ ਸਹਾਰਾ ਲੈਂਦੇ ਹੋ, ਤੁਹਾਨੂੰ ਪ੍ਰਾਪਰਟੀ ਨੂੰ ਕੋਈ ਨੁਕਸਾਨ ਕਰਨਾ ਚਾਹੁੰਦਾ ਹੈਗਾ, ਕਾਜ਼ਿੰਗ ਡੈਥ, ਇਹ ਇਸ ਹੱਦ ਤੱਕ ਵੀ ਪਹੁੰਚ ਜਾਂਦੇ ਵੀ ਤੁਹਾਡੇ ਤੋਂ ਮੌਤ, ਬੰਦੇ ਦੀ ਸੱਟ ਫੇਟ ਲੱਗ ਕੇ ਤੁਸੀਂ ਬੰਦੇ ਨੂੰ ਮਾਰ ਵੀ ਦਿੰਦੇ ਹੋ ਅਚਾਨਕ ਆਪਣੀ ਪ੍ਰਾਪਰਟੀ ਨੂੰ ਬਚਾਉਣ ਦੀ ਖਾਤਰ। ਸਪੋਜ਼ 103 ਦੇ ਵਿੱਚ ਫਸਟ ਕਲਾਸ ਹੈਗੀ ਰੋਬਰੀ, ਕੋਈ ਵਿਅਕਤੀ ਰੋਬਰੀ ਕਰਨ ਵਾਸਤੇ ਆਏ ਨੇ। ਦੇਖੋ ਜੇ ਕੋਈ ਰੋਬਰੀ ਕਰਨ ਲਈ ਆਂਦਾ ਤਾਂ ਰੋਬਰੀ ਕਰਦੇ ਕਰਦੇ ਉਦੋਂ ਤੋਂ ਇਹ ਇਸ ਹੱਦ ਤੱਕ ਵੀ ਉਹ ਪਹੁੰਚ ਜਾਂਦਾ ਉਹ ਕਿਸੇ ਬੰਦੇ ਨੂੰ ਮਾਰ ਵੀ ਦੇਵੇ, ਜਿਹੜਾ ਰੋਬਰ ਹੁੰਦਾ ਹੈ। ਜਦੋਂ ਡਕੈਤੀ ਕਰਨ ਵਾਸਤੇ ਬੰਦਾ ਆ ਹੀ ਗਿਆ, ਜੇ ਉਹਦੇ ਸਾਹਮਣੇ ਕੋਈ ਡਿਫੈਂਸ ਕਰੇਗਾ ਤਾਂ ਉਹਦੇ ਸੱਟ ਫੇਟ ਮਾਰ ਕੇ ਉਸ ਨੂੰ ਮਾਰ ਵੀ ਸਕਦਾ ਹੈਗਾ। ਇਸ ਕਰਕੇ ਇਹਦੇ ਵਿੱਚ ਵੀ 103 ਦੇ ਵਿੱਚ ਕਿਹਾ ਗਿਆ, ਜੇ ਕੋਈ ਤੁਹਾਡੀ ਪ੍ਰਾਪਰਟੀ ਨੂੰ ਤੁਹਾਡੇ ਘਰ ਦੇ ਵਿੱਚ ਐਂਟਰ ਕਰ ਗਿਆ, ਰੋਬਰੀ ਕਰਨ ਦੀ ਖਾਤਰ ਐਂਟਰ ਕਰ ਗਿਆ, ਠੀਕ ਹੈ, ਤਾਂ ਜੇ ਤੁਹਾਡੇ ਤੋਂ ਆਪਦਾ ਰਾਈਟ ਆਫ ਡਿਫੈਂਸ ਯੂਜ਼ ਕਰਦੇ ਕਰਦੇ ਉਸ ਬੰਦੇ ਦੀ ਸੱਟ ਫੇਟ ਇੰਨੀ ਲੱਗ ਜਾਂਦੀ ਹੈ, ਗਰੀਵੀਅਸ ਹਰਟ ਹੋ ਜਾਂਦਾ, ਉਹਦੀ ਡੈਥ ਹੋ ਜਾਂਦੀ ਹੈ, ਤਾਂ ਤੁਸੀਂ ਮਤਲਬ ਕਿ ਇਸ ਜਿਹੜੇ 103 ਹੈਗਾ ਇਹਦਾ ਸਹਾਰਾ ਲੈ ਕੇ ਤੁਸੀਂ ਸਜ਼ਾ ਤੋਂ ਬਚ ਸਕਦੇ ਹੋ। ਇਹਦੀ ਸੈਕੰਡ ਕਲੌਜ਼ ਹੈਗੀ ਹੈ ਹਾਊਸ ਬ੍ਰੇਕਿੰਗ ਬਾਈ ਨਾਈਟ। ਕੋਈ ਵਿਅਕਤੀ ਹੈ, ਕੋਈ ਰੋਬਰ ਹੈ, ਕੋਈ ਡਕੈਤੀ ਕਰਨ ਲਈ ਆਇਆ ਹੈਗਾ, ਠੀਕ ਹੈ, ਉਹ ਤੁਹਾਡੇ ਘਰ ਦੇ ਵਿੱਚ ਰਾਤ ਨੂੰ ਐਂਟਰ ਕਰ ਜਾਂਦਾ ਹੈ, ਰਾਤ ਨੂੰ ਐਂਟਰ ਕਰ ਜਾਂਦਾ ਤੇ ਤੁਸੀਂ ਆਪਦਾ ਡਿਫੈਂਸ ਯੂਜ਼ ਕਰਦੇ ਹੋ, ਤੁਸੀਂ ਆਪਦੀ ਬਚਾਉਣ ਦੀ ਖਾਤਰ, ਉਸ ਨੂੰ ਬਚਣ ਦੀ ਖਾਤਰ, ਉਸ ਦੇ ਸੱਟ ਫੇਟ ਮਾਰਨ ਦੀ ਕੋਈ ਤੁਹਾਨੂੰ ਡਰ ਹੈ ਵੀ ਉਹ ਮੇਰੇ ਸੱਟ ਫੇਟ ਮਾਰ ਸਕਦਾ, ਜੇ ਮੈਂ ਉਹਨੂੰ ਰੋਕਾਂਗਾ ਤੁਸੀਂ ਸੱਟ ਫੇਟ ਉਹਦੇ ਮਾਰ ਦਾਂਗੇ ਕੋਈ ਨਾ ਕੋਈ, ਤਾਂ ਤੁਸੀਂ ਇਸ ਜਿਹੜਾ ਹੈਗਾ 103 ਦਾ ਸਹਾਰਾ ਲੈ ਕੇ ਤੁਸੀਂ ਆਪਦੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ ਜਿਹੜੀ ਯੂਟਿਲਾਈਜ਼ ਕਰਕੇ ਤੁਸੀਂ ਜਿਹੜੀ ਹੈਗੀ ਹੈ, ਤੁਹਾਡੇ ਤੋਂ ਜੇ ਕੋਈ ਉਹਦੇ ਖਿਲਾਫ ਕੋਈ ਸੱਟ ਫੇਟ ਲੱਗਦੀ ਹੈ ਤਾਂ ਤੁਸੀਂ ਇਹਦਾ ਸਹਾਰਾ ਲੈ ਕੇ ਬਚ ਸਕਦੇ ਹੋ। ਇਸੇ ਤਰੀਕੇ ਥਰਡਲੀ ਕੀ ਕਿਹਾ ਗਿਆ, ਮਿਸਚੀਫ ਬਾਈ ਫਾਇਰ ਕਮਿਟਡ ਔਨ ਐਨੀ ਬਿਲਡਿੰਗ। ਕੋਈ ਵਿਅਕਤੀ ਜਿਹੜਾ ਹੈਗਾ ਉਹ ਅੱਗ ਲਗਾਉਂਦਾ ਆ ਕੇ ਕਿਸੇ ਬਿਲਡਿੰਗ ਨੂੰ ਜਾਂ ਕਿਸੇ ਟੈਂਟ ਨੂੰ ਜਾਂ ਕਿਸੇ ਵੈਸਲ ਦੇ ਵਿੱਚ ਆ ਕੇ ਅੱਗ ਲਗਾਉਂਦਾ ਹੈਗਾ ਜਿੱਥੇ ਇਨਸਾਨ ਰਹਿੰਦੇ ਹੋਣ, ਔਰ ਐਜ਼ ਏ ਪਲੇਸ ਫਾਰ ਦਾ ਕਸਟਡੀ ਆਫ ਦਾ ਪ੍ਰਾਪਰਟੀ, ਜਾਂ ਕੋਈ ਪ੍ਰਾਪਰਟੀ ਰੱਖੀ ਜਾਂਦੀ ਹੋਵੇ ਕੀਮਤੀ, ਜਾਂ ਕਿ ਇਨਸਾਨ ਰਹਿੰਦੇ ਹੋਣ, ਉੱਥੇ ਵੀ ਤੁਸੀਂ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰ ਸਕਦੇ ਹੋ। ਫਿਰ ਫੋਰਥਲੀ ਕੀ ਹੈ, ਥੈਫਟ, ਚੋਰੀ ਕਰਨ ਦੀ ਖਾਤਰ, ਮਿਸਚੀਫ ਔਰ ਹਾਊਸ ਟ੍ਰੈਸਪਾਸ, ਕਿਸੇ ਦੇ ਘਰ ਦਖਲ ਮਤਲਬ ਵੜ ਜਾਣਾ ਜਿੱਥੇ ਉਹ ਕਿਸੇ ਨੂੰ ਲੀਗਲੀ ਤੌਰ ਤੇ ਐਂਟਰ ਕਰਨ ਦਾ ਅਧਿਕਾਰ ਨਹੀਂ ਹੁੰਦਾ। ਅੰਡਰ ਸਚ circumstances as may reasonably cause apprehension that death or grievous hurt will be the consequence। ਇੰਨੀ ਡਰ ਪੈਦਾ ਹੋ ਜਾਵੇ ਵੀ ਜੇਕਰ ਇਹਨੂੰ ਰੋਕਿਆ ਨਾ ਗਿਆ ਤਾਂ ਹੋ ਸਕਦਾ ਇਹ ਗ੍ਰੀਵੀਅਸ ਹਰਟ ਕਰ ਦੇਵੇ, ਜਾਂ ਕੋਈ ਐਦਾਂ ਦਾ ਸੱਟ ਫੇਟ ਮਾਰ ਦੀ ਜਿਹਦੇ ਨਾਲ ਮੌਤ ਵੀ ਹੋ ਸਕਦੀ ਹੋਵੇ, ਦੈਨ ਤੁਹਾਡੇ ਕੋਲੋਂ ਜੇ ਕੋਈ ਐਦਾਂ ਦਾ ਸਹਾਰਾ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਟਿਲਾਈਜ਼ ਕਰਦੇ ਕਰਦੇ ਉਸ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ, ਤਦ ਵੀ ਤੁਸੀਂ 103 ਦਾ ਜਿਹੜਾ ਹੈਗਾ ਸਹਾਰਾ ਲੈ ਕੇ ਸਜ਼ਾ ਤੋਂ ਬਚ ਸਕਦੇ ਹੋ। ਨੈਕਸਟ ਹੈ 104, when such right extends to causing any harm other than death। 104 ਚ ਕਿਹਾ ਗਿਆ ਹੈ ਵੀ ਤੁਸੀਂ ਕੋਈ ਨੁਕਸਾਨ ਤਾਂ ਕਰ ਸਕਦੇ ਹੋ ਪਰ ਮੌਤ ਨਹੀਂ ਉਹਨੂੰ ਦੇ ਸਕਦੇ। ਜੇ ਕੋਈ ਤੁਹਾਡੇ ਕੋਲੇ ਕੋਈ ਆ ਕੇ ਤੁਹਾਨੂੰ ਕੋਈ ਨੁਕਸਾਨ ਕਰਨ ਦੀ ਖਾਤਰ, ਤੁਹਾਡਾ ਨੁਕਸਾਨ ਕਰਨ ਦੀ ਖਾਤਰ, ਠੀਕ ਹੈ, ਕੋਈ ਥੈਫਟ ਕਰਨ ਦੀ ਖਾਤਰ ਜਾਂ ਮਿਸਚੀਵ ਕਰਨ ਦੀ ਖਾਤਰ, ਕ੍ਰਿਮੀਨਲ ਟ੍ਰੈਸਪਾਸ ਵੀ ਕੋਈ ਕਰਦਾ ਹੈਗਾ, ਤੁਹਾਡੇ ਐਂਟਰ ਕਰਦਾ ਹੈ ਜਿੱਥੇ ਉਹਨੂੰ ਅਧਿਕਾਰ ਨਹੀਂ, ਰਾਤ ਨੂੰ ਜਾਂ ਕਿਸੇ ਵੀ ਟਾਈਮ ਦੇ ਵਿੱਚ, ਡਜ਼ ਨਾਟ ਐਕਸਟੈਂਡ ਟੂ ਦਾ ਵੋਲੰਟਰੀ ਕਾਜ਼ਿੰਗ ਡੈਥ, ਤੁਸੀਂ ਉਸ ਨੂੰ ਮਤਲਬ ਕਿ ਮੌਤ ਤੱਕ ਦੀ ਯਾਨੀ ਕਿ ਸਜ਼ਾ ਨਹੀਂ, ਉਹਨੂੰ ਮਾਰ ਨਹੀਂ ਸਕਦੇ ਹੈਗੇ, ਪਰ ਤੁਸੀਂ ਆਪਦੇ ਬਚਾਅ ਦੀ ਖਾਤਰ ਉਸ ਤੋਂ ਉਹਦੇ ਅਗੇਂਸਟ ਜਿੰਨੀ ਕੁ ਉਹਨੇ ਪਾਵਰ ਯੂਟਿਲਾਈਜ਼ ਕੀਤੀ ਆ ਉਨੀ ਕੁ ਪਾਵਰ ਯੂਟਿਲਾਈਜ਼ ਕਰਕੇ ਤੁਸੀਂ ਉਹਨੂੰ ਇੰਜਰੀ ਦੇ ਸਕਦੇ ਹੋ, ਬਟ ਡਜ਼ ਨਾਟ ਐਕਸਟੈਂਡ ਸਬਜੈਕਟ ਟੂ ਦਾ ਰਿਸਟ੍ਰਿਕਸ਼ਨਸ ਮੈਂਸ਼ਨ ਸੈਕਸ਼ਨ 99 ਵੋਲੰਟਰੀ ਕਾਜ਼ਿੰਗ ਟੂ ਰੋਂਗ ਡੋਰ ਆਫ ਐਨੀ ਹਾਰਮ ਅਦਰ ਦੈਨ ਡੈਥ। ਤੁਸੀਂ ਉਹਨੂੰ ਕੋਈ ਹੋਰ ਤਾਂ ਨੁਕਸਾਨ ਕਰ ਸਕਦੇ ਹੋ ਪਰ ਮੌਤ ਨਹੀਂ ਦੇ ਸਕਦੇ। ਇਹ ਸੈਕਸ਼ਨ 104 ਦੇ ਵਿੱਚ ਕਿਹਾ ਗਿਆ ਹੈ। ਨੈਕਸਟ ਹੈ ਸੈਕਸ਼ਨ 105, ਕਮੈਂਸਮੈਂਟ ਐਂਡ ਕੰਟੀਨਿਊਸ ਆਫ ਰਾਈਟ ਆਫ ਪ੍ਰਾਈਵੇਟ ਡਿਫੈਂਸ ਆਫ ਦਾ ਪ੍ਰਾਪਰਟੀ। ਜਿਵੇਂ ਕਿ ਆਪਾਂ ਪਹਿਲਾਂ ਉੱਪਰ ਸੈਕਸ਼ਨ ਪੜ੍ਹਿਆ ਸੀਗਾ ਵੀ ਕਿੰਨੀ ਦੇਰ ਤੱਕ ਕੰਟੀਨਿਊ ਰਹਿੰਦਾ ਹੈ, ਸੈਕਸ਼ਨ 102 ਚ ਪੜ੍ਹਿਆ ਸੀਗਾ ਕਿੰਨੀ ਦੇਰ ਤੱਕ ਕਦੋਂ ਕਮੈਂਸ ਹੁੰਦਾ ਹੈ ਰਾਈਟ ਆਫ ਪ੍ਰਾਈਵੇਟ ਡਿਫੈਂਸ, ਤੇ ਕਿੰਨੀ ਦੇਰ ਤੱਕ ਕੰਟੀਨਿਊ ਰਹਿੰਦਾ ਹੈ। ਉਹ ਪੜ੍ਹਿਆ ਸੀ ਹਿਊਮਨ ਬੋਡੀ ਨੂੰ ਜਦੋਂ ਤੱਕ ਨੁਕਸਾਨ, ਜਦੋਂ ਹਿਊਮਨ ਬੋਡੀ ਨੂੰ ਡਰ ਪੈਦਾ ਹੋ ਜਾਵੇ, 102 ਚ ਅਸੀਂ ਪੜ੍ਹਿਆ ਸੀਗਾ ਜਦੋਂ ਹਿਊਮਨ ਬੋਡੀ ਨੂੰ ਕੋਈ ਡਰ ਪੈਦਾ ਹੋ ਜਾਵੇ ਉਦੋਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਕਮੈਂਸ ਹੋ ਜਾਂਦਾ ਹੈ, ਤੇ ਜਿੰਨੀ ਦੇਰ ਤੱਕ ਡਰ ਰਹਿੰਦਾ ਉਨੀ ਦੇਰ ਤੱਕ ਉਹ ਕੰਟੀਨਿਊ ਰਹਿੰਦਾ। ਇੱਥੇ ਦੀ ਗੱਲ ਪ੍ਰਾਈਵੇਟ ਪ੍ਰਾਪਰਟੀ ਦੀ। 105 ਤੇ 102 ਜਦੋਂ ਥੋੜਾ ਜਿਹਾ ਫਰਕ ਹੈ, ਇੱਥੇ ਇਹ 105 ਹੈ ਜਿਹੜਾ ਪ੍ਰਾਪਰਟੀ ਨਾਲ ਸੰਬੰਧਿਤ ਹੈ, 102 ਸੀ ਜਿਹੜਾ ਇਨਸਾਨ ਦੀ ਜਿਹੜੀ ਬੋਡੀ ਨਾਲ ਸੰਬੰਧਿਤ ਹੈਗਾ। ਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਪ੍ਰੋਪਰਟੀ ਕਮੈਂਸਸ ਵੈਨ ਏ ਰੀਜ਼ਨੇਬਲ ਐਪਰੀਹੈਂਸ਼ਨ ਆਫ ਡੇਂਜਰ ਟੂ ਦਾ ਪ੍ਰੋਪਰਟੀ ਕਮੈਂਸਸ। ਜਦੋਂ ਕਿਸੇ ਦੀ ਪ੍ਰਾਪਰਟੀ ਨੂੰ, ਠੀਕ ਹੈ, ਰੀਜ਼ਨੇਬਲ ਐਪਰੀਹੈਂਸ਼ਨ ਹੋ ਜਾਵੇ, ਡੇਂਜਰ ਹੋ ਜਾਵੇ, ਖਤਰਾ ਹੋ ਜਾਵੇ, ਕਿਤੇ ਅੱਗ ਨਾ ਲਗਾ ਦੇਵੇ, ਕਿਤੇ ਐ ਨਾ ਕਰ ਦੇਵੇ, ਠੀਕ ਹੈ, ਉਦੋਂ ਇਹ ਸਟਾਰਟ ਹੋ ਜਾਂਦਾ ਹੈ ਰਾਈਟ ਆਫ ਪ੍ਰਾਈਵੇਟ ਡਿਫੈਂਸ ਅਗੇਂਸਟ ਦਾ ਪ੍ਰੋਪਰਟੀ ਸਟਾਰਟ ਹੋ ਜਾਂਦਾ ਹੈ। ਥੈਫਟ ਕੰਟੀਨਿਊ, property has been recovered
द राइट ऑफ प्राइवेट डिफेंस ऑफ द प्रॉपर्टी अगेंस्ट थेफ्ट कंटिन्यू, उद तक कंटिन्यू रहता है जो तक यही डर पैदा रहता है, जब तक यही डर है उद तक कंटिन्यू रहेगा। द राइट ऑफ प्राइवेट डिफेंस ऑफ द प्रॉपर्टी अगेंस्ट द रॉबरी कंटिन्यूज एज लॉन्ग एज द ऑफेंडर causes or attempts to cause to any person death or hurt or wrongful restraint as long as the fear of instant death, यानी कि कोई नुकसान करते करते रॉबरी करने की खातर जो तक प्रॉपर्टी का नुकसान करते करते दूजे बंदे का नुकसान भी किया जा सकता है, उन्नी देर तक जी हैगी जो तक बंदे घर के एंटर होए हुए ने, जिन्नी देर तक वो नहीं जाते, ठीक है, या जिस प्रॉपर्टी से वो एंटर होए हुए ने कोई व्यक्ति रॉबर जोड़े है ने, जिन्नी देर तक वो नहीं जाते उन तक उन्नी देर तक जोड़ा है डर है वो कंटिन्यू रहा है। तो राइट ऑफ डिफेंस भी कंटिन्यू रहा है, जिन्नी देर तक डर रहा है उन्नी देर तक डिफेंस रहा है कंटिन्यू। द राइट ऑफ प्राइवेट डिफेंस प्रॉपर्टी अगेंस्ट क्रिमिनल ट्रेसपास, कोई तुहाडे क्रिमिनल ट्रेसपास कर जाता है, गलत तरीके दे नाल कब्जा करने की खातर प्रॉपर्टी ते एंटर कर जाता है, ठीक है, और mischief continues as long as the offender continues to commission of the criminal trespass, जिन्नी देर तक प्रॉपर्टी के उपर व्यक्ति रहंदे ने उन्नी देर तक तुहाडा राइट ऑफ प्राइवेट डिफेंस भी जिहड़ा हैगा कंटिन्यू रहिंदा है। इसी तरीके जे हाउस ब्रेकिंग है, रात को कोई हाउस ब्रेक करता हैगा, ठीक है, रात को कोई हाउस ब्रेक करके तुहाडे घर दे विच एंटर करता है, तो राइट ऑफ प्राइवेट डिफेंस कितनी देर तक कंटिन्यू रहेगा, जिन्नी देर तक वो व्यक्ति तुहाडे घर दे विच हैगे है। जो घर च एंटर कर गए उदों राइट ऑफ प्राइवेट डिफेंस स्टार्ट हो गया, जिन्नी देर तक घर दे विच हैगे वो व्यक्ति रहणगे उन्नी देर तक वो जिहड़ा राइट ऑफ प्राइवेट डिफेंस अगेंस्ट द प्रॉपर्टी वो कंटिन्यू रहेगा। यानी कि जे वो बंदे तुहाडे घर चों निकल के बाहर चले जाते हैं, ठीक है, कोई नुकसान नहीं करते होर नहीं करते, फिर बाहर जाके आपां उन्होंने घेरते हैं, ठीक है, घेर के कुटमार करते हैं, तो असीं राइट ऑफ प्राइवेट डिफेंस का सहारा नहीं लै सकते। जे तुहानूं डर है, जिन्नी देर तक तुहानूं डर हैगा तुहाडी प्रॉपर्टी को नुकसान करने की खातर, तुहानूं डर है तुहाडी प्रॉपर्टी नूं डर हैगा, ठीक है, उन्नी देर तक ही राइट ऑफ प्राइवेट डिफेंस का सहारा लिया जा सकता है। सेक्शन 106 राइट ऑफ प्राइवेट डिफेंस अगेंस्ट डेडली असsault व्हेन देयर इज ए रिस्क ऑफ हार्म टू द इनोसेंट पर्सन। डेडली असsault मारू हथियार लेके कोई व्यक्ति राइट ऑफ प्राइवेट डिफेंस अगेंस्ट डेडली असsault व्हेन देयर इज ए रिस्क ऑफ हार्म टू इनोसेंट पर्सनस, कोई व्यक्ति जिहड़े हैगे ने उन्होंने कोल डेडली मारू हथियार हैगे, मारू हथियार लैके वो किते एंटर करते हैं, जिहड़े इनोसेंट पर्सनस हैगे हैं विदोषी व्यक्तियों नूं डर हैगा, ठीक है, उन्हां तो नुकसान दा if in the exercise of right of private defense against any assault which reasonably causes the apprehension of death, the defender be so situated that he cannot effectively exercise the right of without risk of harm। ये तुसी अगली अपना एग्जांपल पढ़ोगे फिर तुहानूं समझ आएगा। इज द अटैक बाय, मतलब इत्थे ये कहा गया है भी जे तुसी आपदा राइट ऑफ प्राइवेट डिफेंस यूज कर रहे हो तुहाडे तो किसी इनोसेंट पर्सन का नुकसान होने की खतरा हैगा, तुहाडे तो किसी इनोसेंट पर्सन का नुकसान होने का खतरा है, पर फिर भी तुसी अपने बचाव की खातर तुहाडे तो किसी इनोसेंट पर्सन का नुकसान हो जाता है, तब भी तुसी जिहड़ा हैगा राइट ऑफ प्राइवेट डिफेंस का जिहड़ा सहारा लै सकदे हो। ठीक है, एग्जांपल दित्ती गई है, इज अटैक्ड बाय ए मॉब, कोई भीड़ हैगी है, वो जिहड़ी भीड़ हैगी है ਇਹਦੇ ਉੱਪਰ कोई अटैक करती है, ठीक है, हुण ही कैन नॉट इफेक्टिवली एक्सरसाइज राइट ऑफ प्राइवेट डिफेंस, जिहड़ा ये हैगा ਉਹ ਆਪਦਾ ਰਾਈਟ ਆਫ ਪ੍ਰਾਈਵੇਟ डिफेंस यूटिलाइज करना चाहता है, पर वो देखदा जिहड़ी भीड़ ਦੇ ਮੂਹਰਲੇ ਪਾਸੇ ਕਿ ਇਨੋਸੈਂਟ ਬੱਚਾ कोई हैगा भी जे मैं गोली चलाऊंगा तो बच्चे की गोली लग सकती है, ठीक है, पर फिर भी जो उन्होंने अपनी जान का खतरा हैगा लग सकती है या लगन का खतरा भी हो सकता है, कोई जरूरी नहीं भी लगे गोली उस तो बच्चे दे, वो भीड़ तो बचन की खातर गोली चलाता है, वो कुछ शरर रह जाके जिहड़ा हैगा बच्चे ते लगते हैगे है, ਇੱਥੇ ਜਾ ਕੇ ਜਿਹੜਾ ਹੈਗਾ ਉਹ ਰਾਈਟ ਆਫ ਪ੍ਰਾਈਵੇਟ डिफेंस ਜਿਹੜਾ ਹੈਗਾ ਉਹਨੇ ਆਪਦਾ ਸਹਾਰਾ ਲਿਆ ਤੇ ਉਸਦੇ ਉਹ ਮਤਲਬ ਕਿ ਬੱਚੇ ਦੇ ਜੇ ਕੋਈ ਨੁਕਸਾਨ ਹੋ ਜਾਂਦਾ ਹੈ, ਉਹਦੇ ਕੋਈ ਸ਼ਰਰ ਲੱਗਦੇ ਆ, ਬੱਚਾ ਜ਼ਖਮੀ ਹੋ ਜਾਂਦਾ ਹੈ, ਤਾਂ ਉਹ ਉਹਦੇ ਉੱਪਰ ਕੋਈ ਜਿਹੜਾ ਜੁਰਮ ਹੈ ਦੋਸ਼ ਨਹੀਂ लगेगा, ਉਹਨੂੰ ਕੋਈ ਪਨਿਸ਼मेंट कोई सज़ा नहीं मिलेगी। ਇਹ ਹੈਗਾ ਸੈਕਸ਼ਨ 106, मतलब अपना बचाव करने की खातर जे किसी का नुकसान हो जाता है, इनोसेंट का नुकसान हो जाता है, सैक्शन 106 है, सिर्फ इनोसेंट परसन का नुकसान हो जाता है ਤਾਂ ਵੀ ਉਹ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਸਹਾਰਾ ਲੈ ਸਕਦਾ ਹੈਗਾ। ਨੈਕਸਟ ਹੈਗਾ ਚੈਪਟਰ 5, ਵੈਰੀ ਇੰਪੋਰਟੈਂਟ ਹੈਗਾ ਅਬੈਟਮੈਂਟ। ਅਬੈਟਮੈਂਟ ਕੀ ਹੁੰਦੀ ਹੈ 107 ਦੇ ਵਿੱਚ? ਅਬੈਟਮੈਂਟ ਮਤਲਬ ਹੁੰਦਾ ਹੈ ਜਦੋਂ ਕਿਸੇ ਨੂੰ ਅਸੀਂ
ਉਕਸਾਉਂਦੇ ਆ, ਇੰਸਟੀਗੇਟ ਕਰਦੇ ਆ ਕਿਸੇ ਦੂਜੇ ਦਾ ਨੁਕਸਾਨ ਕਰਨ ਦੇ ਲਈ। ਇਹ ਵਿਅਕਤੀ ਹੈ ਬੀ ਨੂੰ ਪਸੰਦ ਹੈ ਸੀ ਨੂੰ ਮਾਰਨ ਦੀ ਖਾਤਰ। ਇਹਦੇ ਮਨ ਦੇ ਵਿੱਚ ਐਸਾ ਹੈਗਾ ਬੈਡ ਇੰਟੈਂਸ਼ਨ ਹੈ, ਮੈਲਾਫ ਇੰਟੈਂਸ਼ਨ ਦੇ ਨਾਲ ਬੀ ਨੂੰ ਪਸੰਦ ਹੈ ਵੀ ਜਿਹੜਾ ਬੀ ਹੈਗਾ ਸੀ ਦਾ ਨੁਕਸਾਨ ਕਰ ਦੇਵੇ ਜਾਂ ਸੀ ਦੇ ਗੰਡਾਸਾ ਮਾਰ ਦੇਵੇ, ਗੋਲੀ ਮਾਰ ਦੇਵੇ, ਉਹਦਾ ਨੁਕਸਾਨ ਹੋ ਜਾਵੇ। ਤਾਂ ਜਿਹੜਾ ਇਹ ਹੈਗਾ ਉਹਨੇ ਅਬੈਟਮੈਂਟ ਕੀਤੀ ਹੈ, ਹੀ ਇਜ਼ ਅਬੈਟਰ। ਤਾਂ ਜਿਹੜਾ ਇਹ ਹੈ ਉਹ ਅਬੈਟਰ ਹੈ, ਠੀਕ ਹੈ। ਜਿਹੜਾ ਬੀ ਹੈ ਉਹਦੇ ਉਕਸਾਨ ਦੇ ਕਾਰਨ ਸੀ ਦਾ ਕੋਈ ਨੁਕਸਾਨ ਕਰ ਦਿੰਦਾ ਹੈ। ਤਾਂ ਜਿਹੜਾ ਇਹ ਹੈਗਾ ਹੀ ਇਜ਼ ਆਲਸੋ ਲਾਇਬਲ ਫਾਰ ਦਾ ਪਨਿਸ਼ਮੈਂਟ। ਜੋ ਨੁਕਸਾਨ ਹੋਇਆ, ਜੋ ਜੁਰਮ ਹੋਇਆ, ਜਿੰਨੀ ਉਹਦੀ ਸਜ਼ਾ ਹੋਏਗੀ ਬੀ ਨੂੰ ਤੇ ਏ ਨੂੰ ਵੀ ਸਜ਼ਾ ਉਨੀ ਹੋਏਗੀ ਜਿੰਨੀ ਬੀ ਨੂੰ ਸਜ਼ਾ ਹੋਏਗੀ। ਇਹਦੇ ਵਿੱਚ ਇਹ ਕਿਹਾ ਗਿਆ ਅਬੈਟਮੈਂਟ ਆਫ ਏ ਥਿੰਗ, ਏ ਪਰਸਨ abets 107, a person abets the doing of thing who first instigates any person to do that thing। instigate ਕਰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ, ਆਪਾਂ ਆਮ ਪਿੰਡਾਂ 'ਚ ਦੇਖਦੇ ਹਾਂ ਕਈ ਵਾਰੀ ਲੜਾਈ ਝਗੜੇ ਹੁੰਦੇ ਨੇ, ਉਹ ਦੇਖੀ ਲੰਘ ਨਾ ਜਾਵੇ ਮਾਰ ਗੰਡਾਸਾ, ਠੀਕ ਹੈ, ਸਾਲਾ ਤੂੰ ਮਰਦਾ ਹੈ, ਐਸੀ ਕੋਈ ਵਰਡ ਬੋਲ ਕੇ ਦੂਜੇ ਬੰਦੇ ਨੂੰ ਉਕਸਾਣਾ, ਠੀਕ ਹੈ। ਤੈਨੂੰ ਕੀ ਬੋਲ ਰਿਹਾ, ਤੂੰ ਤੇਰੇ ਚੂੜੀਆਂ ਪਈਆਂ ਹੋਈਆਂ ਨੇ, ਐਸੀ ਸ਼ਬਦ ਬੋਲ ਕੇ ਕਿਸੇ ਬੰਦੇ ਨੂੰ ਉਕਸਾਣਾ ਤੇ ਦੂਜੇ ਦਾ ਨੁਕਸਾਨ ਕਰਵਾ ਦੇਣਾ। ਤੇ ਇਹ ਜਿਹੜਾ ਹੈਗਾ, ਜਿਹੜਾ ਬੰਦਾ ਉਕਸਾਉਂਦਾ ਹੈ, ਹੀ ਇਜ਼ ਆਲਸੋ ਪੁਨਿਸ਼ੇਬਲ ਫਾਰ ਦੈਟ offense। ਸੈਕੰਡਲੀ ਹੈਗਾ ਅੰਗੇਜਸ ਵਿਦ ਵਨ ਔਰ ਮੋਰ ਅਦਰ ਪਰਸਨਸ, ਜਾਂ ਫਿਰ ਇੱਕ ਦੂਜੇ ਪਰਸਨ ਦੇ ਨਾਲ ਮਿਲ ਕੇ ਕਿਸੇ ਤੀਜੇ ਦਾ ਨੁਕਸਾਨ ਕਰ ਦੇਣਾ। ਉਹਦੀ ਵਿੱਚ ਮੈਲਾਫ ਇੰਟੈਂਸ਼ਨ ਹੋਵੇ ਏ ਦੀ ਤੇ ਬੀ ਦੀ, ਦੋ ਜਣੇ ਮਿਲ ਕੇ ਕਿਸੇ ਸੀ ਦਾ ਨੁਕਸਾਨ ਕਰ ਦੇਣ, ਬੇਸ਼ੱਕ ਇਹ ਮੌਕੇ ਤੇ ਹੋਵੇ ਜਾਂ ਨਾ ਹੋਵੇ, ਪਰ ਉਹਦੀ ਇੰਗੇਜਮੈਂਟ ਵਿੱਚ ਹੋਵੇ। ਥਰਡਲੀ ਕੀ ਹੈ, ਇੰਟੈਂਸ਼ਨਲੀ ਏਡਸ, ਜਾਣਬੁੱਝ ਕੇ ਏਡ ਕਰਦਾ ਹੈ, ਹੈਲਪ ਕਰਦਾ ਹੈ, ਸਹਾਇਤਾ ਕਰਦਾ ਹੈ ਕਿਸੇ ਹੋਰ ਵਿਅਕਤੀ ਦੀ, ਪਰ ਆਪ ਅੱਗੇ ਨਹੀਂ ਆਉਂਦਾ, ਪਰ ਇੰਟੈਂਸ਼ਨਲੀ ਏਡਸ ਕਰਦਾ ਹੈ ਤੀਜੇ ਬੰਦਾ ਨੁਕਸਾਨ ਕਰਨ ਦੀ ਖਾਤਰ। ਇੱਥੇ ਵੀ ਉਸਨੂੰ ਕੀ ਕਹਾਂਗੇ, ਅਸੀਂ ਅਬੈਟਰ ਕਹਾਂਗੇ। ਇੱਕ ਐਗਜ਼ਾਮਪਲ ਪੜ੍ਹ ਲਓ। ਇਲਿਸਟ੍ਰੇਸ਼ਨ A public officer is authorized by a warrant from a court of justice। ਇਹਦੇ ਕੋਲ ਇੱਕ ਪਬਲਿਕ ਆਫੀਸਰ ਹੈ, ਉਹਦੇ ਕੋਲ ਵਾਰੰਟ ਨੇ ਕਿਸੇ ਕੋਰਟ ਦੇ ਜੱਜ ਨੂੰ ਅਰੈਸਟ ਕਰਨ ਦੀ ਖਾਤਰ, ਠੀਕ ਹੈ। ਬੀ ਨੂੰ ਪਤਾ ਹੈ, B knowing that fact of also that C is not a judge। ਜਿਹੜਾ B ਹੈਗਾ ਜੱਜ ਨੂੰ ਬਚਾਉਣ ਦੀ ਖਾਤਰ, ਉੱਥੇ ਕੋਈ C ਖੜਿਆ ਹੁੰਦਾ ਹੈ, ਕਹਿੰਦਾ ਵੀ ਇਹੀ ਜੱਜ ਹੈਗਾ, ਬਿਲਫੁਲੀ ਰਿਪਰੈਜ਼ੈਂਟਸ ਟੂ A, ਉਹਨੂੰ ਜਾਣਬੁੱਝ ਕੇ ਝੂਠ ਬੋਲਦਾ ਹੈਗਾ, ਜਾਣਬੁੱਝ ਕੇ ਝੂਠ ਬੋਲਦਾ ਹੈ B ਜਿਹੜਾ ਹੈਗਾ ਜੱਡ ਹੈ, ਇਹ C ਨਾਮ ਦਾ ਜਿਹੜਾ ਵਿਅਕਤੀ ਹੈ ਇਹ ਜੱਡ ਹੈਗਾ, ਜਿਹੜਾ C ਹੈ ਫਿਰ ਜਿਹੜਾ A ਹੈ ਉਹ C ਨੂੰ ਅਰੈਸਟ ਕਰ ਲੈਂਦਾ ਹੈ। Here B bets by instigation the apprehension of C। ਜਿਹੜਾ B ਹੈਗਾ ਉਸਨੇ, ਜਿਹੜਾ B ਹੈ, B ਨੇ ਕੀ ਕੀਤਾ ਹੈ, ਮਿਸ ਰਿਪਰੈਜ਼ੈਂਟ ਕੀਤਾ ਹੈ, ਗਲਤ ਬਿਆਨੀ ਕੀਤੀ ਹੈ, ਠੀਕ ਹੈ। C ਨੂੰ ਅਰੈਸਟ ਕਰਵਾਇਆ ਜਾਣਬੁੱਝ ਕੇ, ਮਤਲਬ ਕਿ A ਨੂੰ ਉਹਨੇ ਜੱਜ ਨੂੰ ਉਹਨੇ ਬਚਾਇਆ ਹੈਗਾ ਅਰੈਸਟ ਕਰਨ ਤੋਂ, ਠੀਕ ਹੈ। ਇੱਥੇ ਜਿਹੜਾ B ਹੈਗਾ ਇਹ ਉਹਨੇ ਅਬੈਟਮੈਂਟ ਕੀਤੀ ਹੈ, ਉਹ ਜਿਹੜਾ ਹੈਗਾ ਉਹ ਜੁਰਮ ਦਾ ਜਿਹੜਾ ਸਜ਼ਾ ਦਾ ਭਾਗੀ ਹੋਏਗਾ, ਪੁਨਿਸ਼ੇਬਲ ਹੋਏਗਾ। ਨੈਕਸਟ ਹੈਗਾ ਅਬੈਟਰ। ਅਬੈਟਰ ਕੌਣ ਹੁੰਦਾ? ਆਪਾਂ ਜਿਵੇਂ ਗੱਲ ਕਰ ਚੁੱਕੇ ਹਾਂ, ਜਿਹੜਾ ਬੰਦਾ ਕਿਸੇ ਨੂੰ ਉਕਸਾਉਂਦਾ ਹੈ ਉਹ ਅਬੈਟਰ ਹੁੰਦਾ ਹੈ। ਉਕਸਾਉਣ ਵਾਲਾ ਬੰਦਾ ਅਬੈਟਰ ਹੋ ਗਿਆ, ਜਿਹਨੂੰ ਉਕਸਾਇਆ ਗਿਆ ਉਹਨੇ ਜੁਰਮ ਕਰ ਦਿੱਤਾ। A person abets an offense who abets either the commission of an offense or the commission of an act which would be an offense। ਜੇ ਉਹਨੇ ਕੋਈ ਸਾਜ਼ਿਸ਼ ਰਚੀ ਦੂਜੇ ਬੰਦੇ ਨਾਲ, ਜਿਹੜੇ ਬੰਦੇ ਨੇ ਅਬੈਟਮੈਂਟ ਕੀਤੀ, ਕਿਸੇ ਹੋਰ ਤੋਂ ਨੁਕਸਾਨ ਕਰਵਾਇਆ, ਕਿਸੇ ਤੀਜੇ ਬੰਦੇ ਦਾ ਨੁਕਸਾਨ ਕਰਾਇਆ, ਉਹ ਜਿਹੜਾ ਬੰਦਾ ਉਕਸਾਉਣ ਵਾਲੇ ਬੰਦੇ ਨੂੰ ਅਬੈਟਰ ਕਿਹਾ ਜਾਂਦਾ। ਸਿੰਪਲ ਜੀ ਭਾਸ਼ਾ ਦੇ ਵਿੱਚ ਜਿਹੜਾ ਬੰਦਾ ਕਿਸੇ ਨੂੰ ਉਕਸਾਉਂਦਾ ਹੈ ਉਹਨੂੰ ਅਬੈਟਰ ਅਸੀਂ ਕਹਿੰਦੇ ਹਾਂ। ਇਹਦੀ ਐਗਜ਼ਾਮਪਲ ਪੜੋਗੇ। A instigates B to murder C। A ਨੇ B ਨੂੰ ਉਕਸਾਇਆ, C ਦਾ ਮਰਡਰ ਕਰਾਇਆ। B ਨੇ ਕੀ ਕੀਤਾ, ਰਿਫਿਊਜ਼ ਕਰਤਾ ਵੀ ਨਹੀਂ ਮੈਂ ਨਹੀਂ ਮਾਰਦਾ। A ਨੇ ਕਿਹਾ B ਦਾ ਕਤਲ ਕਰ ਦੇ, C ਦਾ ਕਤਲ ਕਰ ਦੇ। B ਨੂੰ ਕਿਹਾ ਕੋਈ ਨਾ ਕੋਈ ਤਰੀਕੇ ਨਾਲ A ਦੀ ਮਨਸ਼ਾ ਜਿਹੜੀ ਹੈਗੀ ਸੀ, ਮੈਲਾਫ ਇੰਟੈਂਸ਼ਨ ਸੀਗੀ, B ਦੀ ਕੋਈ ਮੈਲਾਫ ਇੰਟੈਂਸ਼ਨ ਨਹੀਂ ਸੀਗੀ, ਠੀਕ ਹੈ। A ਨੇ B ਨੂੰ ਇੰਸਟੀਗੇਟ ਕੀਤਾ C ਦਾ ਮਰਡਰ ਕਰਨ ਦੀ ਖਾਤਰ, ਪਰ B ਨੇ ਰਿਫਿਊਜ਼ ਕਰ ਦਿੱਤਾ। A is guilty of abetting B to commit the murder। ਇੱਥੇ ਜਿਹੜਾ A ਹੋਏਗਾ, ਬੇਸ਼ੱਕ ਉਹਨੇ ਮਰਡਰ ਨਹੀਂ ਕੀਤਾ, ਪਰ A ਨੇ ਉਸਨੂੰ ਜਿਹੜਾ ਹੈਗਾ ਅਬੈਟਮੈਂਟ ਕੀਤੀ ਹੈ। ਇਸ ਐਕਟ ਦੇ ਤਹਿਤ ਜਿਹੜਾ ਹੈਗਾ ਜਿਹੜਾ A ਹੈ ਉਹ ਪਨਿਸ਼ੇਬਲ ਹੋਏਗਾ, ਉਹਨੂੰ ਸਜ਼ਾ ਮਿਲ ਸਕਦੀ ਹੈ।
ਨੈਕਸਟ ਐਗਜ਼ਾਮਪਲ ਹੈਗੀ ਹੈ A instigates B to murder D। A ਨੇ instigate ਕੀਤਾ, ਉਕਸਾਇਆ B ਨੂੰ ਮਰਡਰ D ਦਾ ਕਰਨ ਦੀ ਖਾਤਰ। B in pursuance of the instigation stabs D। D ਦੇ ਚਾਕੂ ਮਾਰ ਦਿੰਦਾ ਹੈ। ਜਿਹੜਾ B ਹੈਗਾ D recovers from the wound, ਚਲੋ ਉਹਦੇ ਜਿਹੜੇ ਜ਼ਖਮ ਨੇ ਠੀਕ ਹੋ ਜਾਂਦੇ ਨੇ। A is guilty of instigating B to commit the murder। ਇੱਥੇ ਜਿਹੜਾ ਹੈਗਾ ਜਿਹੜਾ A ਹੈ, A ਦੇ ਉੱਪਰ ਦੋਸ਼ ਲੱਗੇਗਾ। ਕਾਹਦਾ ਲੱਗੇਗਾ? ਉਹ ਸਜ਼ਾ ਦਾ ਭਾਗੀ ਵੀ ਹੋਇਆ ਕਿਸ ਗੱਲ ਤੇ? ਮਰਡਰ ਕਰਨ ਦੀ ਖਾਤਰ, ਕਿਉਂਕਿ ਜਿਹੜਾ ਚਾਕੂ ਮਾਰਿਆ ਗਿਆ ਇਹ ਗਰੀਵਸ ਸੱਟ ਹੈਗੀ ਹੈ। ਗਰੀਵਸ ਸੱਟ ਦੇ ਨਾਲ ਜਿਹੜਾ ਉਹਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦਾ ਮੌਤ ਵੀ ਉਹਨੂੰ ਹੋ ਸਕਦੀ ਸੀ। ਇਸ ਕਰਕੇ ਜਿਹੜਾ A ਹੈਗਾ A ਦੇ ਉੱਪਰ ਜਿਹੜਾ ਹੈਗਾ ਮੁਕੱਦਮਾ ਚੱਲੇਗਾ, ਉਹ ਮਰਡਰ ਦਾ ਮੁਕੱਦਮਾ ਚੱਲੇਗਾ। ਬੇਸ਼ੱਕ ਚਾਕੂ ਮਾਰਿਆ B ਨੇ, ਪਰ A is also liable to punish due to abetment। ਐਕਸਪਲੇਨੇਸ਼ਨ ਥਰਡ ਹੈਗੀ ਹੈ ਇਟ ਇਜ਼ ਨਾਟ ਨੈਸੈਸਰੀ ਦੈਟ ਦਾ ਪਰਸਨ ਅਬੈਟਡ। ਇਹ ਕਹਿੰਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਪਰਸਨ ਹੈ ਜਿਹਨੂੰ ਅਬੈਟਮੈਂਟ ਕੀਤੀ ਗਈ ਹੈ ਉਹ ਲੂਨੈਟਿਕ ਹੋਵੇ ਜਾਂ ਚਾਈਲਡ ਹੋਵੇ। ਇਹ ਤਾਂ ਪਰਸਨ ਅਬੈਟਡ ਸ਼ੁੱਡ ਬੀ ਕੈਪੇਬਲ ਬਾਈ ਲਾਅ ਕਮਿਟਿੰਗ ਐਨ ਅਫੈਂਸ, ਮਤਲਬ ਕਿ ਲਾਅ ਦੇ ਮੁਤਾਬਕ ਉਹ ਅਫੈਂਸ ਕਰਨ ਦੇ ਲਈ ਯੋਗ ਨਾ ਹੋਵੇ। ਕਿਹਾ ਗਿਆ ਇਹਦੇ ਵਿੱਚ ਬੇਸ਼ੱਕ ਲੂਨੈਟਿਕ ਹੋਵੇ, ਬੇਸ਼ੱਕ ਚਾਈਲਡ ਹੋਵੇ। ਠੀਕ ਹੈ, ਜੋ ਲੂਨੈਟਿਕ ਤੇ ਚਾਈਲਡ ਬੱਚੇ ਨੂੰ ਵੀ ਅਸੀਂ ਕਿਸੇ ਕੋਈ ਬੰਦਾ ਅਬੈਟ ਕਰਦਾ ਹੈਗਾ ਦੂਜੇ ਦਾ ਨੁਕਸਾਨ ਕਰਨ ਦੀ ਖਾਤਰ, ਕਿਸੇ ਬੱਚੇ ਨੂੰ ਕਹਿੰਦਾ ਆਹ ਫੜ ਪੋਇਜ਼ਨ ਦੀਆਂ ਗੋਲੀਆਂ ਦੇ ਦਿੰਦਾ, ਉਸ ਨੂੰ ਵੀ ਉਹਦੇ ਪਾਣੀ 'ਚ ਪਾ ਦੇ, ਉਹ ਪਾਣੀ ਪੀਏਗਾ ਤਾਂ ਉਹਦੀ ਡੈਥ ਹੋ ਜਾਏਗੀ। ਤਦ ਵੀ ਜਿਹੜਾ ਹੈਗਾ ਜਿਹੜਾ ਅਬੈਟ ਕਰਨ ਵਾਲਾ ਬੰਦਾ ਹੈ, ਬੇਸ਼ੱਕ ਜਿਹੜਾ ਚਾਈਲਡ ਹੈ ਉਹਨੂੰ ਉਹ ਪੁਨਿਸ਼ੇਬਲ ਨਹੀਂ ਹੋਏਗਾ। ਇਸੇ ਤਰੀਕੇ ਜਿਹੜਾ ਲੂਨੈਟਿਕ ਹੈਗਾ, ਲੂਨੈਟਿਕ ਯਾਨੀ ਕਿ ਪਾਗਲ ਪੁਨਿਸ਼ੇਬਲ ਨਹੀਂ ਹੋਏਗਾ। ਬਟ ਜਿਹੜਾ ਪਾਗਲ ਤੋਂ ਕੋਈ ਕੰਮ ਕਰਵਾਉਂਦਾ ਹੈ, ਗਲਤ ਕੰਮ ਕਰਵਾਉਂਦਾ ਹੈ, ਅਬੈਟਰ ਜਿਹੜਾ ਹੈਗਾ ਅਬੈਟਰ ਸੇਮ ਸਜ਼ਾ ਦਾ ਭਾਗੀ ਹੋਏਗਾ, ਜਿਹੜੀ ਸਜ਼ਾ ਜਿਹੜਾ ਜੁਰਮ ਕਮਿਟ ਕੀਤਾ ਗਿਆ। ਐਗਜ਼ਾਮਪਲ ਹੈ A with a guilty intention abets a child or a lunatic to commit an act which would be an offence if committed by a person capable by law for committing an offence and having the same intention। ਮਤਲਬ ਉਹੀ ਕਿਹਾ ਗਿਆ ਵੀ ਚਾਹੇ ਬੱਚੇ ਦੇ ਰਾਹੀਂ ਚਾਹੇ ਲੂਨੈਟਿਕ ਦੇ ਰਾਹੀਂ ਕੋਈ ਗਲਤ ਕੰਮ ਕਰਵਾਉਂਦਾ ਤਾਂ ਜਿਹੜਾ ਇਹ ਹੈਗਾ ਉਹ ਪੁਨਿਸ਼ੇਬਲ ਹੋਏਗਾ, ਪਰ ਜਿਹੜੇ ਬੱਚੇ ਆ ਜਾਂ ਲੂਨੈਟਿਕ ਹੈ ਉਹ ਪੁਨਿਸ਼ੇਬਲ ਨਹੀਂ ਹੋਣਗੇ। ਅਗਲੀ ਐਗਜ਼ਾਮਪਲ ਇੱਕ ਹੋਰ ਪੜ੍ਹ ਲਓ। B A with the intention of murdering Z। A ਦੀ ਇੰਟੈਂਸ਼ਨ ਹੈ Z ਦਾ ਮਰਡਰ ਕਰਨ ਦੀ। ਠੀਕ ਹੈ, ਤੇ ਇੰਸਟੀਗੇਟਸ B, ਜਿਹੜਾ A ਹੈ Z ਨੂੰ ਮਾਰਨਾ ਚਾਹੁੰਦਾ ਹੈ, B ਨੂੰ ਇੰਸਟੀਗੇਟ ਕਰਦਾ ਹੈ। B ਨੂੰ ਇੰਸਟੀਗੇਟ ਕਰਦਾ ਹੈ ਬਈ B ਕੌਣ ਹੈ? ਕਿ ਬੱਚਾ ਹੈਗਾ 7 ਸਾਲ ਦੀ ਉਮਰ ਦਾ ਬੱਚਾ ਹੈਗਾ। ਇਹ ਚਾਈਲਡ ਅੰਡਰ ਦਾ ਏਜ ਆਫ 7 years ਟੂ ਡੂ ਐਨ ਐਕਟ ਵਿਚ ਕਾਜ਼ਸ ਜ਼ੈਡਸ ਡੈਥ। ਐਸਾ ਕੰਮ ਕਰਵਾਉਂਦਾ ਤਾਂ Z ਦੀ ਮੌਤ ਹੋ ਜਾਂਦੀ ਹੈ। ਜਿਹੜਾ B ਹੈ in consequence of the abetment does the act in the absence of A thereby causes Z death। A ਦੀ ਗੈਰਹਾਜ਼ਰੀ ਦੇ ਵਿੱਚ ਜਿਹੜਾ ਬੱਚਾ ਹੈਗਾ ਉਹ ਜੋ ਕੰਮ ਉਸਨੇ ਕਿਹਾ ਸੀ ਕਰਨ ਦੇ ਲਈ A ਨੇ, ਉਹ ਬੱਚਾ ਕਰ ਦਿੰਦਾ ਹੈ, ਜਿਹਦੇ ਕਾਰਨ ਜਿਹੜੀ ਹੈਗਾ Z ਦੀ ਹੈਗਾ ਮੌਤ ਹੋ ਜਾਂਦੀ ਹੈ। Here though B was not capable of law committing an offence, ਬੇਸ਼ੱਕ ਜਿਹੜਾ ਕੈਪੇਬਲ ਬਾਈ ਲਾਅ ਜਿਹੜਾ B ਸੀਗਾ ਉਹ ਜੁਰਮ ਕਰਨ ਦੇ ਲਈ ਸਜ਼ਾ ਦਾ ਭਾਗੀ ਨਹੀਂ ਹੈਗਾ, ਬਟ ਜਿਹੜਾ A ਹੈਗਾ A is liable to be punished in the same manner as if B had been capable by law of committing an offence। ਬੇਸ਼ੱਕ ਜਿਹੜਾ ਇਹ offense ਹੈ ਕਿਸੇ ਮਤਲਬ ਕਿ ਜਿਹੜਾ ਹੈਗਾ ਬਾਲਗ ਤੋਂ ਕਰਵਾਇਆ ਜਾਂਦਾ, ਤਦ ਵੀ ਜਿਹੜਾ A ਸੀਗਾ ਉਹਨੂੰ ਪਨਿਸ਼ਮੈਂਟ ਮਿਲਣੀ ਸੀਗੀ। ਬੇਸ਼ੱਕ ਉਸਨੇ ਕਿਸੇ ਨਾਬਾਲਗ ਤੋਂ ਕਰਵਾਤਾ ਜੁਰਮ, ਤਦ ਵੀ ਉਹਨੂੰ ਸਜ਼ਾ ਜਿਹੜੀ ਹੈਗੀ ਆ ਉਨੀ ਹੀ ਮਿਲੇਗੀ ਜਿੰਨੀ ਕਿ ਬਾਲਗ ਤੋਂ ਜੇ ਸਜ਼ਾ ਜੁਰਮ ਕਰਵਾਉਂਦਾ ਤਾਂ ਉਨੀ ਮਿਲਣੀ ਸੀਗੀ। ਯਾਨੀ ਕਿ ਉਸਨੂੰ ਅਬੈਟਮੈਂਟ ਕਰਨ ਦੀ ਜਿਹੜੀ ਸਜ਼ਾ ਮਿਲੇਗੀ, ਜੇ ਉਸਨੇ ਮਰਡਰ ਕਰਵਾਇਆ ਤਾਂ ਉਹਨੂੰ ਮਰਡਰ ਦੀ ਸਜ਼ਾ ਮਿਲੇਗੀ, ਜਿੰਨੀ ਵੀ ਮਤਲਬ ਕਿ ਲਾਅ ਦੇ ਵਿੱਚ ਹੈਗੀ ਹੈ। ਨੈਕਸਟ ਐਕਸਪਲੇਨੇਸ਼ਨ 4 ਹੈਗੀ ਆ ਅਬੈਟਮੈਂਟ ਆਫ ਐਨ ਅਫੈਂਸ ਬੀਇੰਗ ਐਨ ਅਫੈਂਸ ਦਾ ਅਬੈਟਮੈਂਟ ਆਫ ਸੱਚ ਐਨ ਅਬੈਟਮੈਂਟ। ਕਿਸੇ ਇੱਕ ਨੂੰ A ਨੇ B ਨੂੰ ਉਕਸਾਇਆ, B ਨੇ C ਨੂੰ ਉਕਸਾਇਆ। A ਨੇ B ਨੂੰ ਉਕਸਾਇਆ, B ਨੇ C ਨੂੰ ਉਕਸਾਇਆ, C ਨੇ ਜੁਰਮ ਕੀਤਾ। ਇੱਥੇ ਡਾਇਰੈਕਟ ਅਬੈਟਮੈਂਟ ਨਹੀਂ ਹੋਈ, ਇੱਥੇ ਅਬੈਟਮੈਂਟ ਡਾਇਰੈਕਟ ਨਹੀਂ ਹੋਈ। A ਨੇ B ਨੂੰ ਉਕਸਾਇਆ, B ਨੇ C ਨੂੰ ਉਕਸਾਇਆ। ਮੇ ਵੀ ਜਿਹੜਾ C ਹੈ A ਨੂੰ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ, C ਨੇ ਜੁਰਮ ਕਰ ਦਿੱਤਾ। ਦੈਨ ਜਿਹੜਾ A ਹੈਗਾ ਉਹ ਕਹੇਗਾ ਮੈਂ ਤਾਂ C ਨੂੰ ਜਾਣਦਾ ਹੀ ਨਹੀਂ, ਮੈਂ ਤਾਂ B ਨੂੰ ਕਿਹਾ ਸੀਗਾ ਕੋਈ ਜੁਰਮ ਕਰਨ ਦੀ ਖਾਤਰ। ਠੀਕ ਹੈ, B ਨੇ ਕਿ C ਨੂੰ ਕਹਿ ਦਿੱਤਾ ਵੀ ਮੈਂ ਤਾਂ ਜੁਰਮ ਦਾ ਭਾਗੀ ਨਹੀਂ ਹੋਵਾਂਗਾ, ਬਟ ਨਹੀਂ, ਉਹ ਇੱਥੇ ਬਚ ਨਹੀਂ ਸਕੇਗਾ।
ਜਿਹੜਾ A ਹੈ A ਨੇ ਬੇਸ਼ੱਕ B ਨੂੰ ਅਬੈਟਮੈਂਟ ਕੀਤੀ ਹੈ, B ਨੇ C ਨੂੰ ਅਬੈਟਮੈਂਟ ਕੀਤੀ ਹੈ, ਤਾਂ ਜਿਹੜੀ ਜੁਰਮ ਕੀਤਾ C ਨੇ ਤੇ ਜਿਹੜਾ A ਹੈਗਾ ਹੀ ਇਜ਼ ਆਲਸੋ ਲਾਇਬਲ ਟੂ ਪੁਨਿਸ਼ਮੈਂਟ। ਜਿਵੇਂ A ਹੋਏਗਾ ਉਦੋਂ ਹੀ B ਹੋਏਗਾ। ਦੋਨੋਂ ਜਣੇ ਜਿਹੜੇ ਹੈਗੇ ਨੇ ਅਬੈਟਮੈਂਟ ਦੇ ਜਿਹੜੇ ਹੈਗੇ ਨੇ ਭਾਗੀ ਬਣਨਗੇ, ਦੋਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਉਨੀ ਹੀ ਸਜ਼ਾ ਮਿਲੇਗੀ ਜਿੰਨਾ ਜਿਹੜਾ ਜੁਰਮ C ਨੇ ਕੀਤਾ ਹੈ। ਜਿੰਨੀ ਸਜ਼ਾ C ਨੂੰ ਮਿਲੇਗੀ ਉਨੀ A ਨੂੰ ਮਿਲੇਗੀ, ਉਨੀ ਹੀ B ਨੂੰ ਮਿਲੇਗੀ। ਅੱਗੇ ਐਕਸਪਲੇਨੇਸ਼ਨ 5 ਹੈਗੀ ਹੈ, it is not necessary to the commission of the offence of the abetment by the conspiracy that the abettor should consult the offence with the person। ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ, ਸੇਮ ਗੱਲ ਹੈਗੀ ਇਹਦੇ ਵਿੱਚ ਵੀ। ਬੇਸ਼ੱਕ A ਨੇ ਅਬੈਟਮੈਂਟ ਕੀਤੀ B ਨੂੰ, B ਨੇ ਅਬੈਟਮੈਂਟ ਕੀਤੀ C ਨੂੰ, C ਨੇ ਬੇਸ਼ੱਕ A ਦੇ ਨਾਲ ਕੰਸਲਟ ਕੀਤਾ ਚਾਹੇ ਨਹੀਂ ਕੀਤਾ। ਇਹ ਐਕਸਪਲੇਨੇਸ਼ਨ 5 ਕਹਿੰਦੀ ਹੈ ਬੇਸ਼ੱਕ C ਨੇ A ਔਰ C ਨੇ ਆਪਸ ਕੰਸਲਟ ਕੀਤਾ ਚਾਹੇ ਨਹੀਂ ਕੀਤਾ, ਠੀਕ ਹੈ। ਕਈ ਵਾਰੀ ਦੇਖਿਆ ਆਪਾਂ, ਕਈ ਹੁਣ ਆਪਾਂ ਦੇਖਦੇ ਹਾਂ ਜੁਰਮ ਹੁੰਦੇ ਆ, ਹੋਰ ਹੁੰਦੇ ਆ, ਪਿੱਛੇ ਬੈਕ ਦੇ ਕੌਣ ਹੈ, ਆਪਾਂ ਕਹਿੰਦੇ ਬੈਕ ਦੇ ਕੌਣ ਸੀਗਾ। ਜਿਹੜਾ ਜੁਰਮ ਕਰਨ ਵਾਲਾ ਵਿਅਕਤੀ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਬੈਕ ਦੇ ਕੌਣ ਹੈ, ਬੈਕ ਦੇ ਕੌਣ ਨਹੀਂ ਹੈਗਾ। ਉਹਦੇ ਤੋਂ ਕੌਣ ਜੁਰਮ ਕਰਵਾ ਰਿਹਾ ਹੈ, ਕੌਣ ਉਸਨੂੰ ਪੈਸੇ ਦੇ ਰਿਹਾ ਹੈ। ਕਈ ਵਾਰੀ ਪੈਸੇ ਦੇ ਕੇ ਜੁਰਮ ਕਰਵਾਏ ਜਾਂਦੇ ਨੇ, ਠੀਕ ਹੈ। ਜੁਰਮ ਕਰਵਾਉਣ ਵਾਲਾ ਬੈਕ ਦੇ ਕੌਣ ਹੁੰਦਾ, ਕੌਣ ਨਹੀਂ ਹੁੰਦਾ। ਇੱਥੇ ਇਹ ਗੱਲ ਕਹੀ ਗਈ ਹੈ ਇਸ ਐਕਸਪਲੇਨੇਸ਼ਨ ਦੇ ਵਿੱਚ, ਬੇਸ਼ੱਕ A ਤੇ C ਨੇ ਆਪਸ ਕੋਈ ਜਾਣਕਾਰੀ ਨਾ ਹੋਵੇ, ਕੋਈ ਕੰਸਲਟ ਨਾ ਹੋਇਆ ਹੋਵੇ, ਦੈਨ ਫਿਰ ਵੀ ਜਿਹੜਾ A ਹੈਗਾ ਉਸ ਕੌਂਸਪੀਰੇਸੀ ਦਾ ਜਿਹੜਾ ਪਾਰਟ ਮੰਨਿਆ ਜਾਵੇਗਾ, ਠੀਕ ਹੈ। ਉਹ ਸੇਮ ਸਜ਼ਾ ਦਾ ਭਾਗੀ ਹੋਏਗਾ ਜਿੰਨਾ A ਹੈ, ਜਿੰਨਾ B ਹੈ ਤੇ ਜਿੰਨਾ C ਹੈ। ਇਹਦੀ ਐਗਜ਼ਾਮਪਲ ਪੜ੍ਹ ਲਓ। A consults with B a plan for poisoning Z। A ਤੇ B ਆਪਸ ਵਿੱਚ ਇੱਕ ਪਲਾਨ ਬਣਾਉਂਦੇ ਨੇ, Z ਨੂੰ ਜਿਹੜਾ ਹੈਗਾ ਉਹ ਪੋਇਜ਼ਨ ਦੇਣਾ ਚਾਹੁੰਦੇ ਹੈ। It is agreed that A shall administer, ਇਹ ਦੋਹਾਂ 'ਚ ਐਗਰੀਮੈਂਟ ਹੋ ਜਾਂਦਾ ਵੀ ਜਿਹੜਾ A ਹੈਗਾ shall administer the poison, ਜਿਹੜਾ A ਹੈ ਉਹ ਪੋਇਜ਼ਨ ਦੇਵੇਗਾ। A ਤੇ B ਦੀ ਪਲੈਨਿੰਗ ਬਣ ਜਾਂਦੀ ਹੈ Z ਨੂੰ ਪੋਇਜ਼ਨ ਦੇਣ ਦੀ, ਠੀਕ ਹੈ। ਨਾਲ ਇਹ ਵੀ ਤੈਅ ਹੋ ਜਾਂਦਾ ਹੈ ਵੀ ਜਿਹੜਾ A ਹੈ ਉਹ ਪੋਇਜ਼ਨ ਦੇਵੇਗਾ। B then explains the plan to C। ਜਿਹੜਾ B ਹੈ ਉਹ ਐਕਸਪਲੇਨ ਕਰਦਾ ਪਲਾਨ C ਦੇ ਨਾਲ ਗੱਲਬਾਤ ਕਰਦਾ ਹੈਗਾ ਤੇ C ਕੋਲੋਂ ਜਿਹੜੀ ਹੈਗੀ ਆ ਉਹ ਪੋਇਜ਼ਨ ਤਿਆਰ ਕਰਵਾਉਂਦਾ ਹੈ। ਹੁਣ A ਤੇ C ਆਪਸ ਨਹੀਂ ਇੱਕ ਦੂਜੇ ਨੂੰ ਜਾਣਦੇ ਹੈਗੇ, C ਪੋਇਜ਼ਨ ਤਿਆਰ ਕਰਕੇ ਦੇ ਦਿੰਦਾ ਹੈ, ਠੀਕ ਹੈ। B then explain the plan to C mentioning that a third person is to administer the poison। ਕਹਿੰਦਾ ਵੀ ਕੋਈ ਤੀਜਾ ਬੰਦਾ ਹੈਗਾ ਜਿਹੜਾ ਪੋਇਜ਼ਨ ਦੇਵੇਗਾ, ਤੂੰ ਮੈਨੂੰ ਪੋਇਜ਼ਨ ਤਿਆਰ ਕਰਕੇ ਦੇ ਦੇ, ਬਟ ਵਿਦਆਊਟ the mentioning A's name। ਇਹਦਾ ਨਾਮ ਨਹੀਂ ਦੱਸਦਾ ਹੈਗਾ ਉੱਥੇ, ਠੀਕ ਹੈ। ਜਿਹੜਾ B ਹੈ ਇਹਦਾ ਨਾਮ ਨਹੀਂ ਦੱਸਦਾ C ਨੂੰ, ਪੋਇਜ਼ਨ ਤਿਆਰ ਕਰਵਾ ਲੈਂਦਾ ਹੈ ਬਟ ਵਿਦਆਊਟ the mentioning the A's name C agrees to procure the poison। C ਜਿਹੜੀ ਹੈਗੀ ਉਸ ਨੂੰ ਪੋਇਜ਼ਨ ਤਿਆਰ ਕਰਕੇ ਦੇ ਦਿੰਦਾ ਹੈ, delivered it to B for the purpose of its being used in the manner explained। ਜਿਵੇਂ ਵੀ ਉਹਨਾਂ ਨੇ ਕੋਈ ਸਕੀਮ ਬਣਾਈ ਹੈ ਉਸ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਉਹ ਪੋਇਜ਼ਨ ਦੇ ਦਿੰਦਾ ਹੈ Z ਨੂੰ। Z dies in the consequence। Z ਦੀ ਮੌਤ ਹੋ ਜਾਂਦੀ ਹੈ। ਹੁਣ ਇੱਥੇ ਜਿਹੜਾ ਹੈਗਾ A and C have not conspired together। A ਤੇ C ਨੇ ਆਪਸ 'ਚ ਕੋਈ ਪਲੈਨਿੰਗ ਨਹੀਂ ਬਣਾਈ, ਦੋਹਾਂ ਦੀ ਆਪਸ 'ਚ ਕੋਈ ਕੌਂਸਪੀਰੇਸੀ ਨਹੀਂ ਹੋਈ। A ਤੇ B ਦੀ ਕੌਂਸਪੀਰੇਸੀ ਹੋਈ ਹੈ, B ਤੇ C ਦੀ ਕੌਂਸਪੀਰੇਸੀ ਹੋਈ ਹੈ, ਠੀਕ ਹੈ। Yet C has been engaged in the conspiracy in pursuance of Z has been murdered। ਇੱਥੇ ਜਿਹੜਾ ਹੈਗਾ A ਵੀ ਤੇ C ਵੀ ਤੇ B ਵੀ ਜਿਹੜੇ ਹੈਗੇ ਨੇ ਸਾਰੇ ਜਿਹੜੇ ਬੰਦੇ ਹੈਗੇ ਨੇ ਉਹ ਇਹ ਜਿਹੜਾ ਮਰਡਰ ਹੈਗਾ, ਮਰਡਰ ਦੇ ਲਈ ਕੌਂਸਪੀਰੇਟਰ ਮੰਨੇ ਜਾਣਗੇ। Though A and C have not conspired together, yet C has been engaged in the conspiracy in the pursuance of Z, which Z has been murdered। C has therefore committed the offence defined in this section and is liable to the punishment for the murder। ਜਿਹੜਾ C ਹੈਗਾ ਬੇਸ਼ੱਕ ਮਰਡਰ A ਕਰ ਰਿਹਾ ਹੈ, ਪੋਇਜ਼ਨ A ਦੇ ਰਿਹਾ ਹੈ, C ਇਹ ਨਹੀਂ ਕਹਿ ਸਕਦਾ ਮੈਨੂੰ ਕੀ ਪਤਾ ਸੀਗਾ ਵੀ ਇਹਨੇ ਕੀ ਕਰਨਾ ਸੀਗਾ, ਬਟ ਇੱਥੇ ਜਿਹੜਾ C ਹੈਗਾ ਉਹ ਵੀ ਕੌਂਸਪੀਰੇਸੀ ਦਾ ਇੱਕ ਪਾਰਟ ਮੰਨਿਆ ਜਾਵੇਗਾ। C is also punishable under this section। Next है section 108 abetment in India of offences outside India। ਜੇ ਕੋਈ ਵਿਅਕਤੀ ਇੰਡੀਆ 'ਚ ਬੈਠ ਕੇ ਕਿਸੇ ਵਿਅਕਤੀ ਨੂੰ, ਫੋਰਨ ਦੇ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਇੰਸਟੀਗੇਟ ਕਰਦਾ ਹੈ offense ਕਰਨ ਦੀ ਖਾਤਰ, then he is also liable in the Indian court, ਠੀਕ ਹੈ। ਉਹ ਅਬੈਟਮੈਂਟ ਦਾ ਜਿਹੜਾ ਹੈਗਾ ਦੋਸ਼ੀ ਮੰਨਿਆ ਜਾਏਗਾ। ਜੇ ਜੁਰਮ ਉੱਥੇ ਜਾ ਕੇ ਫੋਰਨ ਕੰਟਰੀ 'ਚ ਹੋ ਰਿਹਾ ਹੈ ਪਰ ਅਬੈਟਮੈਂਟ A ਵਿਅਕਤੀ ਨੇ ਕੀਤੀ ਹੈ, ਇੰਡੀਆ 'ਚ ਬੈਠਾ ਹੈਗਾ ਉਸਨੇ ਫੋਰਨ ਦੇ ਵਿੱਚ ਕਿਸੇ ਵਿਅਕਤੀ ਬੈਠੇ ਨੂੰ ਇੰਸਟੀਗੇਟ ਕਰਤਾ, ਉਸ ਵਿਅਕਤੀ ਨੇ ਅੱਗੇ ਕੋਈ ਜੁਰਮ ਕਰ ਦਿੱਤਾ ਫੋਰਨ ਦੇ ਵਿੱਚ, ਠੀਕ ਹੈ। ਤਾਂ ਜਿਹੜਾ ਇੰਡੀਅਨ ਐਕਟ ਹੈਗਾ
A person abets an offence within the meaning of this code who in India abets the commission of any act without and beyond the India which would constitute an offence if committed in India। ऐसा offence ਦਾ ਹੋ ਮੁਜਰਮ ਹੋਏਗਾ ਜਿਵੇਂ ਕਿ ਉਹ ਜਿਹੜਾ ਜੁਰਮ ਹੈਗਾ ਇੰਡੀਆ ਵਿੱਚ ਕੀਤਾ ਗਿਆ ਹੋਵੇ। ਜਿਵੇਂ ਕਿ ਐਗਜ਼ਾਮਪਲ ਪੜੋਗੇ, A in India instigates B, a foreigner in Goa। A in India instigates B, a foreigner in Goa। ਗੋਆ ਦੇ ਵਿੱਚ ਕਿਸੇ B ਨਾਮ ਦੇ ਕਿਸੇ ਵਿਅਕਤੀ ਨੂੰ ਇੰਸਟੀਗੇਟ ਕਰਦਾ ਹੈਗਾ ਜਿਹੜਾ A ਹੈਗਾ ਇੰਡੀਆ ਦੇ ਵਿੱਚ ਰਹਿ ਕੇ to commit a murder in Goa। ਗੋਆ ਦੇ ਵਿੱਚ ਕੋਈ ਮਰਡਰ ਕਮਿਟ ਕਰਵਾਉਂਦਾ ਉਸ ਤੋਂ A is guilty for abetting the murder। ਜਿਹੜਾ A ਹੈਗਾ ਉਹ ਇੰਡੀਆ ਦੇ ਵਿੱਚ ਬੇਸ਼ੱਕ ਹੈਗਾ, ਬੇਸ਼ੱਕ ਜਿਹੜਾ ਜੁਰਮ ਹੈਗਾ ਗੋਆ ਦੇ ਵਿੱਚ ਹੋਇਆ, ਮੌਤ ਜਿਹੜਾ ਮਰਡਰ ਹੋਇਆ ਉਹ ਗੋਆ ਦੇ ਵਿੱਚ ਹੋਇਆ, ਪਰ ਜਿਹੜਾ A ਹੈਗਾ ਉਹ ਗਿਲਟੀ ਹੋਏਗਾ for abetting the murder। ਜਿੰਨੀ ਉਹਨੂੰ ਜਿਹੜੀ ਮੌਤ ਦੀ ਸਜ਼ਾ ਜਿਹੜੀ ਮਰਡਰ ਦੀ ਜਿਹੜੀ ਸਜ਼ਾ ਤੈਅ ਹੋਏਗੀ ਉਸ ਨੂੰ ਇੰਡੀਆ ਦੇ ਮੁਤਾਬਕ ਜਿਹੜਾ A ਹੈਗਾ ਉਹ ਪਨਿਸ਼ੇਬਲ ਹੋਏਗਾ। Next is section 109, punishment of the abatement if the act abetted is committed in consequence and where no express provision is made for its punishment। Punishment of abatement if the act abetted is committed। किसी ने अबैटमेंट की है, ठीक है, जो एक्ट है वो कमिट हो गया, जो पनिशमेंट जो एक्ट है कमिट हो गया इन द कॉन्सिक्वेंस अबैटमेंट करने के कारण मतलब कि ऑफेंस है कमिट हो गया वेयर नो एक्सप्रैस प्रोविजन इज मेड फॉर इट्स पनिशमेंट। जेकर साडे लॉ दे विच किते पनिशमेंट की सज़ा नहीं दर्शाईगी भी इस दी सज़ा की होवेगी, कोई ऐसे काम होंदे जिथे किते लॉ जिहड़ा साइलेंट होंदा है भी ये जिहड़ा जुर्म है इहदी की सज़ा होएगी। ये सेक्शन 109 में हैगा। नो एक्सप्रैस प्रोविजन इज मेड बाय दिस कोड फॉर द पनिशमेंट ऑफ सच अबैटमेंट बी पुनिश्ड विद द पनिशमेंट प्रोवाइडेड फॉर द ऑफेंस। तो इत्थे कहा गया है भी जो जुर्म होया है, जो ऑफेंस होया है, जिन्नी उहदी सज़ा होएगी, ठीक है, वो अबैटमेंट दी वही सज़ा होएगी जिन्नी ऑफेंस की सज़ा होएगी। बी पुनिश्ड विद द इंप्रिजमेंट प्रोवाइडेड फॉर द ऑफेंस। जिस जुर्म की जो सज़ा प्रोवाइड की गई इस लॉ दे विच, ठीक है, अबैटर नूं भी वही सज़ा होएगी। सिंपल जा गल हैगा। जिवें एग्जांपल पढ़ोगे, एक ए ऑफर ए ब्राइब टू बी, ए ब्राइब दे लई ऑफर करदा है बी नूं, पब्लिक सर्वेंट है, कोई सरकारी मुलाजम हैगा, उसनूं ब्राइब देना चाहता कोई ए, कादे लई रिवार्ड फॉर शोइंग इन कॉन्सिक्वेंस रिवार्ड फॉर शोइंग ए सम फेवर इन द एक्सरसाइज ऑफ बीज ऑफिशियल फंक्शंस। भी मेरी हैल्प करी तू, ये जिहड़ा हैगा बी नूं ब्राइब करदा है, ब्राइब देने की कोशिश करदा है, ऑफर करदा है भी मेरी हैल्प कर दी, कोई काम है उहदे कोले बी दे कोले ए दा, ठीक है, बी एक्सेप्ट्स द ब्राइब, बी जिहड़ी ब्राइब है एक्सेप्ट कर लैंदा है। ए हैज अबैटेड द ऑफेंस डिफाइंड इन सेक्शन 161। देखो ए ने की ऑफेंस कीता है, सेक्शन 161 दर्शाया गया हैगा। ए हैज अबैटेड द ऑफेंस डिफाइंड इन सेक्शन 161। 161 ਦੇ ਵਿੱਚ ਬ੍ਰਾਈਬ ਸੰਬੰਧੀ ਲਿਖਿਆ ਗਿਆ ਹੈਗਾ ਵੀ ਜੇ ਕੋਈ ਕਿਸੇ ਨੂੰ ਬ੍ਰਾਈਬ ਦੇਣਾ ਚਾਹੁੰਦਾ ਹੈ ਦੇਣ ਵਾਲੇ ਨੂੰ ਹੀ ਸਜ਼ਾ ਹੋਏਗੀ, ਬਗੈਰ ਮੰਗੇ ਤੋਂ ਜਿਹੜਾ ਦੇ ਰਿਹਾ ਹੈਗਾ ਉਹ ਵੀ ਸਜ਼ਾ ਦਾ ਭਾਗੀ ਹੋਇਆ। ਸੈਕਸ਼ਨ 161 ਦਰਸਾਇਆ ਗਿਆ ਹੈਗਾ। ਇਹ ਐਗਜ਼ਾਮਪਲ ਇੱਕ ਹੋਰ ਪੜ੍ਹ ਲਓ। ए इंस्टिगेट्स बी टू गिव फॉल्स एविडेंस। ਇਹ ਇੰਸਟੀਗੇਟ ਕਰਦਾ ਬੀ ਨੂੰ ਵੀ ਤੂੰ ਕੋਰਟ ਦੇ ਜਾ ਕੇ ਮੇਰੇ ਹੱਕ ਦੇ ਵਿੱਚ ਜਿਹੜੀ ਬਿਆਨ ਹੈਗਾ ਉਹ ਦੇ ਦੇਵੇ, ਗਲਤ ਬਿਆਨ ਦੇਣ ਦੇ ਲਈ ਮਤਲਬ ਕਿ ਉਸ ਨੂੰ ਬਰਕਲਾ ਰਿਹਾ ਹੈਗਾ, ਇੰਸਟੀਗੇਟ ਕਰ ਰਿਹਾ ਹੈ। ਬੀ ਇਨ ਕਨਸੀਕੁਐਂਸ ਆਫ ਇੰਸਟੀਗੇਸ਼ਨ ਕਮਿਟਸ दैट ऑफेंस। ਜਿਹੜਾ ਬੀ ਹੈ ਉਹ ਗਲਤ ਬਿਆਨ ਦੇ ਜਾਂਦਾ ਹੈ ਜਾ ਕੇ ਕੋਰਟ ਦੇ ਵਿੱਚ, ਠੀਕ ਹੈ। ए इज गिल्टी ऑफ अबैटिंग दैट ऑफेंस। ए ने की कीता है, अबैटमेंट कीती है। ए इज गिल्टी ऑफ अबैटिंग दैट ऑफेंस एंड इज लायबल टू द सेम पनिशमेंट एज बी। जो बी नूं पनिशमेंट होएगी वही जिहड़ी पनिशमेंट है ए नूं भी होएगी। बेशक गलत स्टेटमेंट बी ने दी है पर उसनूं इंस्टिगेट ए ने कीता है, ए नूं भी पनिशमेंट होएगी ना। 110 punishment of abatement if person abated does act with different intention from that of the abater। देखो इत्थे ए ने बी नूं अबैट कीता, ए दी मंशा होर सी, बी ने होर तरीके दे, बी दी मंशा होर सीगी, बी ने जिहड़ा ऑफेंस कीता वो किसी होर मंशा दे नाल कर दित्ता, ठीक है। तो हुण ए दी मंशा होर है, बी दी मंशा होर है। बी ने ऑफेंस होर तरीके नाल कीता है, होर ओहदी होर मंशा नूं लैके ओहदी अटेंशन होर सीगी बी दी जिहने ऑफेंस कमिट कीता। तो इत्थे क्या हैगा भी जिहड़ा फिर सज़ा किहड़ी होएगी, ए नूं की होएगी, बी नूं की होएगी।
A ਦੀ ਮਨਸ਼ਾ ਹੋਰ ਸੀ, B ਨੇ ਹੋਰ ਮਨਸ਼ਾ ਦੇ ਨਾਲ ਜਿਹੜਾ offense commit ਕੀਤਾ। B ਜਿਹੜਾ A ਹੈ, A be punished with the punishment provided for the offense which would have been committed if the act had been done with the attention or knowledge of the abettor। ਉਹਨੂੰ ਸਜ਼ਾ ਕਿਹੜੀ ਹੋਏਗੀ? ਜਿਹੜਾ ਜੁਰਮ ਕਰਨ ਦੀ ਖਾਤਰ ਉਸਨੇ ਉਸ ਵਿਅਕਤੀ ਨੂੰ ਅਬੈਟਮੈਂਟ ਕੀਤੀ ਸੀ। ਬੇਸ਼ੱਕ ਉਸਨੇ ਕੋਈ ਜੁਰਮ ਕੋਈ ਹੋਰ ਕਰ ਦਿੱਤਾ ਜਿਹਨੂੰ ਅਬੈਟਮੈਂਟ ਕੀਤੀ ਗਈ ਹੈ, ਪਰ ਸਜ਼ਾ ਉਹ ਹੋਏਗੀ ਅਬੈਟਰ ਨੂੰ ਜੋ ਜੁਰਮ ਕਰਨ ਦੇ ਲਈ ਜੋ ਸਜ਼ਾ ਉਸ ਦੀ ਬਣੇਗੀ, ਉਸ ਜੁਰਮ ਦੀ ਸਜ਼ਾ ਹੋਏਗੀ ਜਿਹੜਾ ਕਰਨ ਦੇ ਲਈ ਅਬੈਟਰ ਨੇ ਉਸਨੂੰ ਕਿਹਾ ਸੀਗਾ, ਪਲੈਨਿੰਗ ਬਣਾਈ ਸੀਗੀ, ਉਹਦੀ ਸਜ਼ਾ ਦਾ ਭਾਗੀ ਹੋਏਗਾ। ਬੇਸ਼ੱਕ ਉਹਨੇ ਕਿਸੇ ਜਿਹਨੂੰ ਅਬੈਟਮੈਂਟ ਕੀਤੀ ਗਈ ਹੈ, ਬੇਸ਼ੱਕ ਉਸਨੇ ਕੋਈ ਜੁਰਮ ਹੋਰ ਕਰ ਦਿੱਤਾ ਹੋਵੇ, ਪਰ ਜਿਹੜਾ ਇਹ ਹੈਗਾ ਜਿਹਨੇ ਅਬੈਟਮੈਂਟ ਕੀਤੀ ਹੈ, ਜੋ ਉਹਦੀ ਮਨਸ਼ਾ ਸੀਗੀ ਉਹਦੀ ਸਜ਼ਾ ਉਹਨੂੰ ਮਿਲੇਗੀ। ਬੇਸ਼ੱਕ ਉਹ ਜਿਹੜਾ ਜੁਰਮ ਹੈ ਕਮਿਟ ਨਾ ਹੋਇਆ ਹੋਵੇ, ਪਰ ਜਿਹੜਾ ਜੁਰਮ ਕਮਿਟ ਕਰਨ ਦੇ ਲਈ ਉਹਨੇ ਕਿਹਾ ਸੀਗਾ ਉਹਦੀ ਸਜ਼ਾ ਉਹਨੂੰ ਮਿਲੇਗੀ। ਥੋੜਾ ਫਰਕ ਹੈ ਸਾਰੇ ਸੈਕਸ਼ਨਾਂ ਦੇ ਵਿੱਚ, ਕਿਉਂਕਿ ਦੇਖੋ ਤੁਸੀਂ ਜਦੋਂ ਕੇਸ ਚੱਲਦੇ ਨੇ, ਕੇਸਾਂ 'ਚ ਇੰਨੀ ਕਿ ਹੇਰ-ਫੇਰ ਦੀ ਗੱਲ ਹੁੰਦੀ ਹੈ, ਜਿਹੜੀ ਸਜ਼ਾ ਦਾ ਜਿਹੜੇ ਪੀਰੀਅਡ ਹੈਗਾ ਉਹਦੇ ਨਾਲ ਹੀ ਬਦਲ ਜਾਂਦਾ ਹੁੰਦਾ ਹੈ। ਅਟੈਂਸ਼ਨ ਕੀ ਸੀ ਮੇਨ ਇਹ ਦੇਖਿਆ ਜਾਂਦਾ ਹੈ ਇਹਦੇ ਵਿੱਚ, ਕ੍ਰਿਮੀਨਲ ਲਾਅ ਦੇ ਵਿੱਚ ਜਿਹੜਾ ਜੁਰਮ ਕਰਨ ਵਾਲਾ ਉਹਦੀ ਕੀ ਅਟੈਂਸ਼ਨ ਸੀਗੀ। ਅਟੈਂਸ਼ਨ ਸੀ ਮਰਡਰ ਹੋ ਗਿਆ, ਮਰਡਰ ਕਰਨ ਦੀ ਟੈਂਸ਼ਨ ਨਹੀਂ ਸੀਗੀ, ਉਹਦੀ ਮਨਸ਼ਾ ਨਹੀਂ ਸੀ, ਪਰ ਉਦੋਂ ਮਰਡਰ ਹੋ ਗਿਆ ਤਾਂ ਹੋਰ ਸਜ਼ਾ ਹੈ। ਜੇ ਮਰਡਰ ਕਰਨ ਦੀ ਟੈਂਸ਼ਨ ਸੀ, ਜੁਰਮ ਹੋ ਗਿਆ ਜਾਂ ਜੁਰਮ ਨਾ ਹੋਇਆ ਤਾਂ ਉਹਦੀ ਹੋਰ ਸਜ਼ਾ ਹੈਗੀ ਹੈ। ਇਸ ਕਰਕੇ ਥੋੜਾ ਡਿਫਰੈਂਸ ਇਹਨਾਂ 'ਚ ਹੈਗਾ। ਸੈਕਸ਼ਨ 111 ਕੀ ਹੈਗਾ? ਲਾਇਬਿਲਿਟੀ ਆਫ ਦਾ ਅਬੈਟਰ। ਅਬੈਟਰ ਦੀ ਕੀ ਲਾਇਬਿਲਿਟੀ ਬਣਦੀ ਹੈ? ਵੈਨ ਦਾ ਐਕਟ ਅਬੈਟਡ ਐਂਡ ਡਿਫਰੈਂਟ ਐਕਟ ਡਨ। ਅਬੈਟਮੈਂਟ ਕੀਤੀ ਸੀਗੀ ਮਰਡਰ ਕਰਨ ਦੀ ਖਾਤਰ, ਜਾਂ ਅਬੈਟਮੈਂਟ ਕੀਤੀ ਸੀ ਵੀ ਇਹਨੂੰ ਥੋੜੀ ਜਿਹੀ ਨੁਕਸਾਨ ਕਰਦੇ, ਇਹਦੇ ਥੋੜੀ ਬਹੁਤੀ ਸੱਟ ਫੇਟ ਮਾਰਦੇ, ਪਰ ਜਿਹੜਾ ਅਫੈਂਸ ਹੋ ਗਿਆ ਜ਼ਿਆਦਾ ਹੋ ਗਿਆ, ਠੀਕ ਹੈ, ਤਾਂ ਉਹਦੀ ਲਾਇਬਿਲਿਟੀ ਕੀ ਬਣਦੀ ਹੈ ਅਬੈਟਰ ਦੀ? ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਅਫੈਂਸ ਹੋ ਗਿਆ, ਠੀਕ ਹੈ, ਡਿਊ ਟੂ ਦਾ ਅਬੈਟਮੈਂਟ, ਜਿਹੜਾ ਅਫੈਂਸ ਹੋ ਗਿਆ, ਮੰਨ ਲਓ ਉਸਨੇ ਕਿਹਾ ਸੀਗਾ ਵੀ ਇਹਦੀ ਸੱਟ ਫੇਟ ਮਾਰਨੀ ਹੈ, ਉਹਨੇ ਸੱਟ ਫੇਟ ਮਾਰਦੇ ਜਿਹੜਾ ਦੂਜਾ ਬੰਦਾ ਸੀ ਉਹ ਮਰ ਗਿਆ, ਤਾਂ ਜਿਹੜਾ ਅਬੈਟਰ ਹੈਗਾ ਉਹ ਇਹ ਨਹੀਂ ਕਹੇਗਾ ਮੈਂ ਤਾਂ ਸਿਰਫ ਸੱਟ ਫੇਟ ਮਾਰਨ ਲਈ ਕਿਹਾ ਸੀਗਾ, ਉਹਦੀ ਤਾਂ ਮੌਤ ਹੋ ਗਈ। ਉਹ ਇੱਥੇ ਜਿਹੜਾ ਹੈਗਾ ਮੌਤ ਦੇ ਲਈ ਜ਼ਿੰਮੇਵਾਰ ਹੋਏਗਾ, ਕਿਉਂਕਿ ਉਹਦੀ ਅਬੈਟਮੈਂਟ ਦੇ ਕਾਰਨ ਉਹਨੂੰ ਗਰੀਵੀ ਸੱਟ ਦਿੱਤੀ ਗਈ ਹੈ, ਗਰੀਵੀ ਸੱਟ ਦੇਣ ਦੇ ਕਾਰਨ ਉਹਦੀ ਮੌਤ ਹੋ ਗਈ ਹੈ। ਇਸ ਕਰਕੇ ਜਿਹੜਾ ਅਬੈਟਰ ਹੈਗਾ ਉਹਦੀ ਲਾਇਬਿਲਿਟੀ ਬਣ ਜਾਂਦੀ ਹੈ, ਲਾਇਬਿਲਿਟੀ ਆਫ ਦਾ ਅਬੈਟਰ ਵੈਨ ਵਨ ਐਕਟ ਅਬੈਟਡ ਐਂਡ ਡਿਫਰੈਂਟ ਐਕਟ ਡਨ। ਅਬੈਟਮੈਂਟ ਹੋਰ ਐਕਟ ਦੀ ਕੀਤੀ ਗਈ ਸੀਗੀ ਤੇ ਐਕਟ ਡਨ ਡਿਫਰੈਂਟ ਹੋ ਗਿਆ। ਜਿਹੜਾ ਡਿਫਰੈਂਟ ਐਕਟ ਹੋਇਆ ਉਹਦੇ ਲਈ ਉਹ ਮੁਜਰਮ ਜਿਹੜਾ ਸਾਰਾ ਅਬੈਟਰ ਹੈਗਾ ਉਹਦੇ ਲਈ ਉਹ ਜ਼ਿੰਮੇਵਾਰ ਹੋਏਗਾ। ਐਗਜ਼ਾਮਪਲ ਦੇਖ ਲਓ ਇੱਕ, A instigates a child to put poison into the food of Z। ਇੱਥੇ ਕਿਹਾ ਗਿਆ ਇੱਕ ਐਗਜ਼ਾਮਪਲ ਦੇ ਵਿੱਚ ਕਿਹਾ ਗਿਆ A ਨੇ ਇਨਸਟੀਗੇਟ ਕੀਤਾ ਕਿਸੇ ਬੱਚੇ ਨੂੰ ਵੀ ਜਾ ਕੇ ਫਲਾਣੇ ਬੰਦੇ ਦੀ ਜਿਹੜੀ ਉਹਦੇ ਚ ਪਾਣੀ ਦੇ ਵਿੱਚ ਹੈਗਾ ਉਹਦੇ ਖਾਣੇ ਦੇ ਵਿੱਚ ਇਹ ਫੂਡ ਜਿਹੜੀ ਪੋਇਜ਼ਨ ਮਿਲਾ ਦੇ, ਠੀਕ ਹੈ। ਦੋ ਬੰਦੇ ਬੈਠੇ ਰੋਟੀ ਖਾ ਰਹੇ ਨੇ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ Z ਦੇ ਫੂਡ ਦੇ ਵਿੱਚ ਜਾ ਕੇ ਤੂੰ ਇਹ ਜਿਹੜੀ ਪੋਇਜ਼ਨ ਦੀ ਜਿਹੜੀ ਗੋਲੀ ਹੈਗੀ ਹੈ ਜਾਂ ਜੋ ਵੀ ਹੈਗਾ ਉਹ ਮਿਲਾ ਦੇ, ਪਰ ਜਿਹੜਾ ਬੱਚਾ ਹੈ ਗਲਤੀ ਨਾਲ ਜੋ ਉਹਦੇ ਨਾਲ ਕੋਈ ਬੰਦਾ ਵਾਈ ਬੈਠਾ ਹੈ ਹੋਰ ਉਹਦੇ ਚ ਮਿਲਾ ਦਿੰਦਾ ਹੈ, ਠੀਕ ਹੈ, ਉਹ ਬੰਦੇ ਦੀ ਮੌਤ ਹੋ ਜਾਂਦੀ ਹੈ Z ਦੀ। A is liable in the same manner and into the same extent as if he had instigated the child to put the poison into the food of Y। ਹੁਣ ਜੇ Y ਨੂੰ ਕੋਈ ਨੁਕਸਾਨ ਹੋਇਆ ਹੈ ਮਤਲਬ ਐਕਟ ਦਾ ਡਿਫਰੈਂਟ ਐਕਟ ਡਨ ਹੋ ਗਿਆ। ਆਪਾਂ ਇਹ ਕਹਿ ਲਈਏ ਵੀ ਨੁਕਸਾਨ ਤਾਂ ਕਰਨਾ ਚਾਹੁੰਦਾ ਸੀ ਉਹ B ਦਾ, A ਜਿਹੜਾ ਨੁਕਸਾਨ ਕਰਨਾ ਚਾਹੁੰਦਾ ਸੀ Z ਦਾ, ਨੁਕਸਾਨ ਹੋ ਗਿਆ Y ਦਾ, ਠੀਕ ਹੈ। ਇੱਥੇ ਜਿਹੜਾ A ਹੈਗਾ he is liable to punishment for the murder of Y also, ਕਿਉਂਕਿ ਜਿਹੜਾ ਇਹ Y ਦੀ ਡੈਥ ਹੋਈ ਹੈ ਇਹ ਉਹ Z ਨੂੰ ਮਾਰਨਾ ਚਾਹੁੰਦਾ ਸੀਗਾ, ਬੱਚਾ ਸੀ, ਬੱਚੇ ਤੋਂ ਗਲਤੀ ਦੇ ਨਾਲ ਜਿਹੜਾ ਫੂਡ ਹੈਗਾ ਉਹਦੇ Y ਦੇ ਫੂਡ ਦੇ ਵਿੱਚ ਪੋਇਜ਼ਨ ਦਿੱਤੀ ਗਈ, ਮੌਤ Y ਦੀ ਹੋ ਗਈ, ਨੁਕਸਾਨ Y ਨੂੰ ਹੋ ਗਿਆ। ਜਿਹੜਾ ਇਹ ਹੈਗਾ ਉਹ ਸੇਮ ਪਨਿਸ਼ਮੈਂਟ ਦੇ ਲਈ ਜ਼ਿੰਮੇਵਾਰ ਹੋਏਗਾ, ਠੀਕ ਹੈ। ਉੱਥੇ ਇਹ ਨਹੀਂ ਕਹਿ ਸਕਦਾ ਮੈਂ ਤਾਂ Y ਨੂੰ ਮਾਰਨ ਦਾ ਮੇਰੀ ਤਾਂ ਕੋਈ ਮਨ ਦੀ ਇੱਛਾ ਨਹੀਂ ਸੀਗੀ, ਬੇਸ਼ੱਕ Y ਨੂੰ ਮਾਰਨ ਦੀ ਉਹਦੀ ਇੱਛਾ ਨਹੀਂ ਸੀਗੀ, ਪਰ ਉਹਨੇ ਜੋ ਜੁਰਮ ਕਰਨਾ ਚਾਹਿਆ ਉਸ ਜੁਰਮ ਦੇ ਕਰਕੇ ਹੀ ਉਹਦਾ ਰੀਜ਼ਨ ਬਣਿਆ, ਉਹਦਾ ਰੀਜ਼ਨ ਹੀ ਬਣਿਆ ਉਸ ਜੇ ਜੱਟ ਨੂੰ ਉਹਨੇ ਮਾਰਨਾ ਚਾਹਿਆ ਸੀ ਤਾਂ ਉਸੇ ਰੀਜ਼ਨ ਕਰਕੇ ਹੀ Y ਦੀ ਮੌਤ ਹੋਈ। ਇਸ ਕਰਕੇ ਜਿਹੜਾ ਡਿਊ ਟੂ ਰੀਜ਼ਨ, ਡਿਊ ਟੂ ਇਨਸਟੀਗੇਟ ਜਿਹੜਾ ਇਹ ਹੈਗਾ ਉਹ ਮੁਜਰਮ ਹੋਏਗਾ, ਉਹ ਸਜ਼ਾ ਭਾਗੀ ਹੋਏਗਾ। ਇੱਕ ਐਗਜ਼ਾਮਪਲ ਹੋਰ ਦੇਖ ਲੈਂਦੇ ਆ, A instigates B to burn Z's house।
ए ने बी ਨੂੰ ਇਨਸਟੀਗੇਟ ਕੀਤਾ ਵੀ ਜੈਡ ਦੇ ਹਾਊਸ ਨੂੰ ਅੱਗ ਲਗਾ ਦੇ, ਠੀਕ ਹੈ। ਬੀ ਸੈਟਸ ਫਾਇਰ, ਬੀ ਅੱਗ ਲਗਾ ਦਿੰਦਾ ਟੂ ਦਾ ਹਾਊਸ ਐਂਡ ਐਟ ਦਾ ਸੇਮ ਟਾਈਮ ਕਮਿਟਸ ਥੈਫਟ ਆਫ ਦਾ ਪ੍ਰੋਪਰਟੀ ਦੇਅਰ। ਜਿਹੜਾ ਬੀ ਹੈਗਾ ਘਰ ਨੂੰ ਅੱਗ ਵੀ ਲਗਾ ਦਿੰਦਾ ਹੈ। ਅੱਗ ਲਗਾਉਣ ਦੇ ਨਾਲ ਨਾਲ ਦੇਖੋ ਦੋ ਗੱਲਾਂ ਨੇ, ਇੱਥੇ ਫਰਕ ਪੈ ਗਿਆ ਥੋੜਾ ਜਿਹਾ। ਜਿਹਦਾ ਅੱਗ ਲਗਾਉਣ ਦੇ ਨਾਲ ਅੱਗ ਵੱਧ ਜਾਂਦੀ ਹੈ, ਅੱਗੇ ਜਾ ਕੇ ਦੂਜੇ ਘਰ ਨੂੰ ਨੁਕਸਾਨ ਹੋ ਜਾਂਦਾ, ਤੀਜੇ ਘਰ ਨੂੰ ਨੁਕਸਾਨ ਹੋ ਜਾਂਦਾ, ਚੌਥੇ ਘਰ ਨੂੰ ਨੁਕਸਾਨ ਹੋ ਜਾਂਦਾ, ਦੈਨ ਜਿਹੜਾ ਇਹ ਹੈਗਾ ਉਹਦੀ ਰਿਸਪੌਂਸਿਬਿਲਿਟੀ ਫਿਕਸ ਹੋ ਜਾਂਦੀ ਹੈ ਵੀ ਸਾਰਾ ਨੁਕਸਾਨ ਉਹਦੇ ਕਾਰਨ ਕੀ ਹੋਇਆ ਹੈਗਾ। ਹੁਣ ਬੀ ਨੂੰ ਉਹਨੇ ਕਿਹਾ ਸੀ ਅੱਗ ਲਗਾਉਣ ਦੀ ਖਾਤਰ, ਪਰ ਬੀ ਉਸ ਘਰ 'ਚ ਚੋਰੀ ਵੀ ਕਰ ਲੈਂਦਾ ਹੈ, ਠੀਕ ਹੈ, ਉਸ ਘਰ ਦੇ ਗਹਿਣੇ ਵੀ ਚੁਰਾ ਲੈਂਦਾ ਹੈ। ਇਹਦੇ ਲਈ ਜਿਹੜਾ ਥੈਫਟ ਹੈਗਾ, ਇਹ ਥੈਫਟ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ ਬੀ ਦੀ ਵੀ ਇਹ ਕਰਕੇ ਹੀ ਹੋ ਗਿਆ ਥੈਫਟ। ਇੱਥੇ ਜਿਹੜਾ ਲਾਅ ਦੇ ਵਿੱਚ ਇਹ ਕਿਹਾ ਗਿਆ ਵੀ ਨਾਟ ਗਿਲਟੀ ਆਫ ਅਬੈਟਿੰਗ ਦਾ ਥੈਫਟ। ਉਹਨੇ ਥੈਫਟ ਲਈ ਅਬੈਟ ਨਹੀਂ ਕੀਤਾ ਉਸਨੂੰ, ਬੇਸ਼ੱਕ ਉਹਨੇ ਥੈਫਟ ਕੀਤਾ ਉਹ ਆਪਦੀ ਮਰਜ਼ੀ ਨਾਲ ਕੀਤਾ। ਇੱਥੇ ਜਿਹੜਾ ਬੀ ਹੈ, ਬੀ ਦੇ ਖਿਲਾਫ ਜਿਹੜਾ ਮੁਕੱਦਮਾ ਚੱਲੇਗਾ ਉਹ ਥੈਫਟ ਦਾ ਵੀ ਚੱਲੇਗਾ ਤੇ ਨਾਲ ਅੱਗ ਲਗਾਉਣ ਦਾ ਵੀ ਚੱਲੇਗਾ, ਪਰ ਜਿਹੜਾ ਇਹ ਹੈ ਉਹਦੇ ਖਿਲਾਫ ਜਿਹੜਾ ਮੁਕੱਦਮਾ ਚੱਲੇਗਾ ਉਹ ਅੱਗ ਲਗਾਉਣ ਦਾ ਚੱਲੇਗਾ, ਅਬੈਟਮੈਂਟ ਦਾ ਚੱਲੇਗਾ। ਨੈਕਸਟ ਐਗਜ਼ਾਮਪਲ ਹੋਰ ਦੇਖ ਲੈਂਦੇ ਆ। A instigates B and C to break into the inhabited house at midnight for the purpose of robbery. A ਨੇ B ਤੇ C ਨੂੰ ਇਨਸਟੀਗੇਟ ਕੀਤਾ ਹੈ ਵੀ ਉਸ ਘਰ ਨੂੰ ਰਾਤ ਨੂੰ ਵੜ ਕੇ ਉਹਦੇ ਵਿੱਚ ਕੀ ਹੈਗਾ ਰੋਬਰੀ ਕਰਨੀ ਹੈ, ਡਾਕਾ ਮਾਰਨਾ ਹੈਗਾ, ਐਂਡ ਪ੍ਰੋਵਾਈਡਸ them with arms। ਉਹਨਾਂ ਨੂੰ ਆਰਮ ਵੀ, ਹਥਿਆਰ ਵੀ ਦੇ ਦਿੰਦਾ ਹੈ, ਗੰਡਾਸੇ, ਬੰਦੂਕ ਜੋ ਵੀ ਦੇਣਾ ਹੈ, ਤਲਵਾਰ ਵਗੈਰਾ ਦੇ ਦਿੰਦਾ ਹੈ। ਪ੍ਰੋਵਾਈਡ ਕਰਦਾ B ਤੇ C ਨੂੰ ਵੀ ਤੁਸੀਂ ਉਸ ਘਰ ਨੂੰ ਰਾਤ ਨੂੰ ਤੋੜ ਕੇ ਉਹਦੇ 'ਚ ਡਕੈਤੀ ਕਰਕੇ ਆਣੀ ਹੈ, ਠੀਕ ਹੈ। B and C breaks into the house, B ਤੇ C ਜਿਹੜੇ ਹੈਗੇ ਨੇ ਹਾਊਸ ਨੂੰ ਬ੍ਰੇਕ ਕਰਦੇ ਨੇ, ਐਂਡ ਬੀਇੰਗ ਰੈਸਿਸਟਡ ਬਾਈ Z, Z ਹੈਗਾ ਜਿਹੜਾ ਉਹਨੂੰ ਆਪਦੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦਾ ਹੈ ਤੇ ਉਹਨਾਂ ਨੂੰ ਰੋਕਦਾ ਹੈਗਾ ਉੱਥੇ B ਤੇ C ਨੂੰ। ਤੇ ਉਹ ਕੀ ਕਰਦੇ ਨੇ, ਵਨ ਆਫ ਦਾ ਇੰਟੀਮੇਟਸ, ਉਹਨਾਂ 'ਚੋਂ ਇੱਕ ਬੰਦਾ ਜਿਹੜਾ ਹੈਗਾ Z ਦਾ ਮਰਡਰ ਕਰ ਦਿੰਦਾ ਹੈ। ਹੁਣ ਦੇਖੋ ਲਿੰਕ ਦੇਖੋ ਕੀ ਬਣਦਾ ਹੈ। ਇਹ ਤੇ A ਨੇ ਇਨਸਟੀਗੇਟ ਕੀਤਾ ਸੀਗਾ B ਤੇ C ਨੂੰ ਵੀ ਉਸ ਘਰ ਨੂੰ ਤੋੜ ਕੇ ਉਹਦੇ ਵਿੱਚ ਰੋਬਰੀ ਕਰਨੀ ਹੈ, ਠੀਕ ਹੈ। ਪਰ ਹਾਲਾਤ ਕੀ ਬਣੇ, ਹਾਲਾਤ ਐਸੇ ਬਣੇ, ਮੂਹਰੋਂ ਜੱਟ ਆ ਗਿਆ, ਜੱਟ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਾਂ ਜੱਟ ਕੋਲੇ ਵੀ ਕੋਈ ਹਥਿਆਰ ਸੀਗਾ, ਠੀਕ ਹੈ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਰਾਈਟ ਆਫ ਪ੍ਰਾਈਵੇਟ ਡਿਫੈਂਸ, ਆਪਦੀ ਪ੍ਰੋਪਰਟੀ ਨੂੰ ਬਚਾਉਣ ਦੀ ਖਾਤਰ, ਆਪਦੇ ਪਰਸਨਸ ਨੂੰ ਬਚਾਉਣ ਦੀ ਖਾਤਰ ਉਹਨੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਨਾ ਚਾਹਿਆ। ਉਹਨਾਂ 'ਚੋਂ ਕਿਸੇ ਬੰਦੇ ਨੇ ਉਸ ਨੂੰ ਮਾਰ ਦਿੱਤਾ। ਉਹਨੂੰ ਲੱਗਿਆ ਵੀ ਜੇ ਇਸ ਨੂੰ ਅਸੀਂ ਨਹੀਂ ਮਾਰਾਂਗੇ ਤਾਂ ਇਹ ਸਾਨੂੰ ਮਾਰ ਦੇਗਾ। ਇਹ ਹਾਲਾਤ ਪੈਦਾ ਹੋ ਗਏ। ਕਿਉਂ ਪੈਦਾ ਹੋਏ? ਜੇ ਉਹ ਘਰ ਦੇ ਵਿੱਚ ਐਂਟਰ ਕੀਤੇ, ਰੋਬਰੀ ਕਰਨ ਦੀ ਖਾਤਰ ਐਂਟਰ ਕੀਤੇ। ਰੋਬਰੀ ਕਰਨ ਦੀ ਖਾਤਰ ਕਿਹਨੇ ਉਕਸਾਇਆ? ਏ ਨੇ ਉਕਸਾਇਆ। ਇਸ ਕਰਕੇ ਜੇ ਜੱਟ ਦਾ ਮਰਡਰ ਹੋਇਆ ਤਾਂ ਜਿਹੜਾ ਏ ਹੈਗਾ ਹੀ ਇਜ਼ ਇਕੁਅਲੀ ਲਾਇਬਲ ਫਾਰ ਦਾ ਮਰਡਰ। ਜਿਵੇਂ ਬੀ ਤੇ ਸੀ ਲਾਇਬਲ ਨੇ ਜੱਟ ਦਾ ਮਰਡਰ ਕਰਨ ਦੀ ਖਾਤਰ। ਇੱਥੇ ਬੇਸ਼ੱਕ ਜਿਹੜਾ ਡਿਫਰੈਂਟ ਹੈ, ਐਕਟ ਡਿਫਰੈਂਟ ਹੋ ਗਿਆ, ਬਟ ਕਾਰਨ ਕੀ ਬਣਿਆ? ਕਾਰਨ ਉਹੀ ਬਣਿਆ ਅਬੈਟਮੈਂਟ ਦਾ। ਜੇ ਉਹਨੇ ਅਬੈਟਮੈਂਟ ਕੀਤੀ ਤਾਂ ਜਿਹੜਾ ਹਾਊਸ ਬ੍ਰੇਕ ਹੋਇਆ, ਉਹਦੇ ਘਰ 'ਚ ਐਂਟਰ ਕਰੇ, ਹਥਿਆਰ ਉਹਨੇ ਸਪਲਾਈ ਕੀਤੇ, ਹਥਿਆਰ ਸਪਲਾਈ ਕਰਕੇ ਜੱਟ ਨੇ ਰੋਕਿਆ, ਜੱਟ ਦੀ ਮੌਤ ਹੋ ਗਈ, ਠੀਕ ਹੈ। ਇਜ਼ ਲਾਇਬਲ, ਇੱਥੇ ਕਿਹਾ ਗਿਆ ਵੀ ਇਜ਼ ਲਾਇਬਲ ਟੂ ਦਾ ਪਨਿਸ਼ਮੈਂਟ ਪ੍ਰੋਵਾਈਡਡ ਫਾਰ ਦਾ ਮਰਡਰ। ਇੱਥੇ ਇਹ ਬਚ ਨਹੀਂ ਸਕਦਾ ਵੀ ਮੈਂ ਤਾਂ ਡਿਫਰੈਂਟ ਐਕਟ ਕਿਹਾ ਸੀਗਾ, ਐਕਟ ਤਾਂ ਇਹਨਾਂ ਨੇ ਤਾਂ ਮਰਡਰ ਕਰਨ ਲਈ ਤਾਂ ਮੈਂ ਕਿਹਾ ਨਹੀਂ ਸੀਗਾ, ਪਰ ਇਹ ਰੀਜ਼ਨ ਬਣਿਆ, ਮੌਕੇ ਦੇ ਹਾਲਾਤ ਬਣੇ, ਹਾਲਾਤ ਨੂੰ ਦੇਖਦੇ ਹੋਏ ਉਹਦੇ ਕਾਰਨ ਹੀ ਇਹ ਜਿਹੜਾ ਹੈਗਾ ਜੱਟ ਦੀ ਮੌਤ ਹੋਈ ਹੈ। ਇਸ ਕਰਕੇ ਜਿਹੜਾ ਇਹ ਹੈ is liable to the punishment provided for the murder. Then section 112, abettor when liable to cumulative punishment for act abetted and for act done. ਕਿਹੜੇ ਹਾਲਾਤ ਹੁੰਦੇ ਆ ਜਦੋਂ ਜਿਹੜਾ ਅਬੈਟਰ ਹੁੰਦਾ ਹੈ ਉਹਦੇ ਜਿਹੜੇ ਪੁਨਿਸ਼ਮੈਂਟ ਹੁੰਦੀ ਹੈ ਕਿਊਮੂਲੇਟਿਵ ਹੋ ਜਾਂਦੀ ਹੈ। ਮਤਲਬ ਉਹਨੇ ਅਬੈਟਮੈਂਟ ਕੀਤੀ ਸੀ ਹੋਰ, ਐਂਡ ਫਾਰ ਦਾ ਐਕਟ ਡਨ, ਐਕਟ ਹੋ ਗਿਆ ਹੋਰ, ਠੀਕ ਹੈ। ਉਹ ਕਦੋਂ ਦੋਨਾਂ ਚੀਜ਼ਾਂ ਦੇ ਲਈ ਪੁਨਿਸ਼ਮੈਂਟ ਮਤਲਬ ਕਿ ਲਾਇਬਿਲਿਟੀ ਬਣ ਜਾਂਦੀ ਹੈ ਉਹਦੀ। ਇਫ ਦਾ ਐਕਟ ਫਾਰ ਵਿਚ ਦਾ ਅਬੈਟਰ ਇਜ਼ ਲਾਇਬਲ ਅੰਡਰ ਦਾ ਲਾਸਟ ਪ੍ਰੋਸੀਡਿੰਗ ਸੈਕਸ਼ਨਸ ਇਜ਼ ਕਮਿਟਡ ਇਨ ਐਡੀਸ਼ਨ ਟੂ ਦਾ ਐਕਟ ਅਬੈਟਡ ਐਂਡ ਕੰਸਟੀਟਿਊਟਸ ਅ ਡਿਸਟਿੰਕਟ। ਐਗਜ਼ਾਮਪਲ ਪੜ੍ਹੋਗੇ ਤਾਂ ਸਮਝ ਆਏਗਾ ਤੁਹਾਨੂੰ। A instigates B to resist by force a distress made by a public servant. A instigate ਕਰਦਾ B ਨੂੰ to resist by force a distress made by a public servant। ਜਿਹੜਾ ਮਤਲਬ ਕੋਈ ਪਬਲਿਕ ਸਰਵੈਂਟ ਹੈਗਾ B ਨੂੰ ਜਿਹੜਾ ਅਰੈਸਟ ਕਰਨਾ ਚਾਹੁੰਦਾ ਹੈ ਤੇ ਉਹਨੂੰ ਇਹ ਇਨਸਟੀਗੇਟ ਕਰਦਾ B ਨੂੰ ਵੀ ਮਤਲਬ ਕਿ ਤੂੰ ਐਦਾਂ ਕਿਵੇਂ ਅਰੈਸਟ ਕਰ ਲੇਗਾ ਤੈਨੂੰ ਇਹ, ਠੀਕ ਹੈ। ਤਾਂ B ਜਿਹੜਾ ਹੈਗਾ B in the consequence resists that, ਤਾਂ B ਜਿਹੜਾ ਹੈਗਾ ਉਹਦਾ ਵਿਰੋਧ ਕਰਦਾ ਹੈ ਪਬਲਿਕ ਸਰਵੈਂਟ ਦਾ। ਇਹਦੇ ਕਹਿਣ ਦੇ ਕਾਰਨ ਮੇ ਵੀ ਜਿਹੜਾ B ਅਰੈਸਟ ਹੋ ਜਾਂਦਾ
ਜੇ ਕੋਈ ਅਰੈਸਟ ਕਰਨ ਲਈ ਆਇਆ ਸੀ ਉਸਨੂੰ ਸਰਕਾਰੀ ਆਫੀਸਰ, ਕੋਈ ਪੁਲਿਸ ਆਫੀਸਰ ਅਰੈਸਟ ਕਰਨ ਲਈ ਆਇਆ ਸੀਗਾ, ਜੇ ਏ ਉਸਨੂੰ ਨਾ ਕਹਿੰਦਾ ਉਕਸਾਉਂਦਾ ਤਾਂ ਬੀ ਅਰੈਸਟ ਹੋ ਜਾਂਦਾ। ਪਰ ਏ ਨੇ ਬੀ ਨੂੰ ਉਕਸਾਇਆ, ਜਿਸ ਕਰਕੇ ਬੀ ਨੇ ਜਿਹੜਾ ਵਿਰੋਧ ਕੀਤਾ। ਇਨ ਦਾ ਕਨਸੀਕੁਐਂਸ ਰੈਸਿਸਟ ਦੈਟ ਰੈਜ਼ਿਸਟੈਂਸ ਇਨ ਦਾ ਆਫਰਿੰਗ ਦਾ ਰੈਜ਼ਿਸਟੈਂਸ ਬੀ ਵੋਲੰਟਰਲੀ ਕਾਜ਼ਸ ਗ੍ਰੀਵੀਅਸ ਹਰਟ ਟੂ ਦਾ ਆਫੀਸਰ। ਜਿਹੜਾ ਬੀ ਹੈਗਾ ਆਪਣੇ ਬਚਾਅ ਕਰਨ ਦੀ ਖਾਤਰ ਏ ਦੇ ਕਹਿਣ ਦੇ ਕਰਕੇ ਬਚਾਅ ਕਰਨ ਦੀ ਖਾਤਰ ਗ੍ਰੀਵੀਅਸ ਹਰਟ ਕਰ ਦਿੰਦਾ ਹੈ, ਜਿਹੜਾ ਹੈਗਾ ਨੁਕਸਾਨ ਕਰਦਾ ਹੈ, ਸੱਟਾਂ ਮਾਰਦਾ ਹੈ ਉਹਦੇ ਸਰਕਾਰੀ ਆਫੀਸਰ ਦੇ। ਐਜ਼ ਬੀ ਹੈਜ਼ ਕਮਿਟਡ ਬੋਥ ਦਾ offense of resisting the distress, ਜਿਵੇਂ ਬੀ ਨੇ ਕੀ ਕੀਤਾ ਹੈ, ਐਜ਼ ਬੀ ਹੈਜ਼ ਕਮਿਟਡ ਬੋਥ ਦਾ offenses, ਬੀ ਨੇ 2 offense ਕੀਤੇ। ਕੀ ਕੀਤੇ? resisting the distress, ਇੱਕ ਤਾਂ ਸਰਕਾਰੀ ਮੁਲਾਜ਼ਮ ਨੂੰ ਰੋਕਿਆ, ਉਸਨੇ ਅਰੈਸਟ ਕਰਨ ਤੋਂ ਸਰਕਾਰੀ ਮੁਲਾਜ਼ਮ ਦੇ ਕੰਮ 'ਚ ਵਿਘਨ ਪਾਇਆ। ਦੂਜਾ, ਉਹਨੇ voluntarily causing grievous hurt, ਉਸਨੂੰ ਮਤਲਬ ਕਿ ਸੱਟਾਂ ਫੇਟਾਂ ਵੀ ਮਾਰੀਆਂ। ਬੀ is liable to the punishment for both these offenses, ਜਿਹੜਾ ਬੀ ਹੈ ਉਹ 2 offenses ਦੇ ਲਈ ਜ਼ਿੰਮੇਵਾਰ ਬਣ ਗਿਆ, ਇੱਕ ਸਰਕਾਰੀ ਮੁਲਾਜ਼ਮ ਦੇ ਕੰਮ 'ਚ ਵਿਘਨ ਪਾਉਣ ਦਾ, ਦੂਜਾ ਉਸੇ ਸੱਟਾਂ ਮਾਰਨ ਦਾ। If A knew that B was likely voluntarily to cause grievous hurt in resisting the distress, A will also be liable the punishment for each of the offenses। ਇੱਥੇ ਕਿਹਾ ਗਿਆ ਵੀ ਜਿਹੜਾ ਜਿਵੇਂ B ਦੋ ਜੁਰਮਾਂ ਦਾ ਜਿਹੜਾ ਮੁਜਰਮ ਬਣੇਗਾ, ਤਾਂ ਜਿਹੜਾ A ਹੈਗਾ ਉਹ ਵੀ 2 ਜਿਹੜੇ ਜੁਰਮ ਹੋਏ ਨੇ, ਇੱਕ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ, ਦੂਜਾ ਉਸਦੇ ਜਿਹੜਾ ਗ੍ਰੀਵੀਅਸ ਹਰਟ ਕੀਤੀ ਗਈ ਹੈ ਉਹਦੇ ਲਈ ਦੋਹਾਂ ਦੀ ਲਾਇਬਿਲਿਟੀ ਬਣ ਗਈ। ਇਹਦੇ ਲਈ ਜਿਹੜਾ ਬੈਟਰ ਹੈਗਾ ਉਹ ਵੀ ਦੋਨੇ ਜੁਰਮਾਂ ਦਾ ਜਿਹੜਾ ਹੈਗਾ ਮੁਜਰਮ ਬਣੇਗਾ, ਪਨਿਸ਼ੇਬਲ ਹੋਏਗਾ। ਸੈਕਸ਼ਨ 113 ਲਾਇਬਿਲਿਟੀ ਆਫ ਦਾ ਬੈਟਰ ਫॉर ਐਨ ਇਫੈਕਟ caused by the act abetted different from the intended by the abettor। ਦੇਖੋ ਪਹਿਲਾਂ ਵੀ ਆਪਾਂ ਪੜ੍ਹ ਕੇ ਗਏ, ਫਿਰ ਇਹ ਆ ਗਿਆ, ਇਹ 'ਚ ਥੋੜੀ ਜਿਹੀ ਅਟੈਂਸ਼ਨ ਹੈ। ਅਬੈਟਰ ਦੀ ਅਟੈਂਸ਼ਨ ਹੋਰ ਸੀਗੀ, ਅਬੈਟਰ ਦੀ ਅਟੈਂਸ਼ਨ ਹੋਰ ਸੀਗੀ, ਪਰ ਜਿਸ ਬੰਦੇ ਨੂੰ ਅਬੈਟ ਕੀਤਾ ਗਿਆ ਉਹਦੇ ਤੋਂ ਐਕਟ ਕੋਈ ਡਿਫਰੈਂਟ ਹੋ ਗਿਆ। ਲਾਇਬਿਲਿਟੀ ਆਫ ਦਾ ਅਬੈਟਰ ਫॉर ਐਨ ਇਫੈਕਟ ਕਾਜ਼ਡ ਬਾਈ ਦਾ ਐਕਟ ਅਬੈਟਡ ਡਿਫਰੈਂਟ ਫਰੋਮ ਦੈਟ ਅਟੈਂਡਡ ਬਾਈ ਦਾ ਅਬੈਟਰ। ਅਬੈਟਰ ਕੁਝ ਹੋਰ ਕਰਨਾ ਚਾਹੁੰਦਾ ਸੀਗਾ ਐਕਟ, ਤੇ ਐਕਟ ਕੁਝ ਹੋਰ ਹੋ ਗਿਆ, ਤਾਂ ਉਹਦੀ ਲਾਇਬਿਲਿਟੀ ਅਬੈਟਰ ਦੀ ਕੀ ਬਣੇਗੀ? ਇਹ ਸੈਕਸ਼ਨ 113 ਹੈਗਾ। ਇਹਦੀ ਤੁਸੀਂ ਐਗਜ਼ਾਮਪਲ ਪੜੋ। A instigates B to cause grievous hurt to Z। A ਨੇ ਕੀ ਕੀਤਾ? B ਨੂੰ instigate ਕੀਤਾ, ਕਾਹਦੇ ਲਈ? Z ਨੂੰ ਮਤਲਬ ਕਿ grievous hurt ਦੇਣ ਦੇ ਲਈ, ਜ਼ਖਮੀ ਕਰਨ ਦੀ ਖਾਤਰ। Z ਨੂੰ B in the consequence of the instigation causes grievous hurt to Z। Z ਨੂੰ ਸੱਟ ਫੇਟ ਮਾਰਦਾ ਹੈ, ਮਤਲਬ ਕਿ ਗੰਭੀਰ ਸੱਟ ਮਾਰਦਾ ਹੈ। grievous hurt ਮਤਲਬ ਗੰਭੀਰ ਸੱਟਾਂ ਮਾਰਨੀਆਂ। Z dies in consequence, ਜਿਸ ਕਰਕੇ Z ਦੀ ਮੌਤ ਹੋ ਜਾਂਦੀ ਹੈ। ਠੀਕ ਹੈ। Here A knew that the grievous hurt abetted was likely to cause death। ਇਹਨੂੰ ਪਤਾ ਹੈ, ਜਦੋਂ ਉਹ ਕਹਿ ਰਿਹਾ ਉਸ ਨੂੰ ਇਨਸਟੀਗੇਟ ਕਰਦਾ ਸੀਗਾ ਵੀ ਮੈਂ ਇੰਨੀ ਗੰਭੀਰ ਸੱਟ ਮਾਰਨ ਲਈ ਕਹਿਤਾ ਉਸ ਨੂੰ ਵੀ ਉਹਦੀ B ਦੀ ਜਿਹੜੀ ਹੈਗੀ ਹੈ Z ਦੀ ਡੈਥ ਹੋ ਸਕਦੀ ਹੈ। ਜੇ ਇਹਨੂੰ ਇਸ ਗੱਲ ਦੀ ਜਾਣਕਾਰੀ ਹੈਗੀ ਹੈ ਤਾਂ ਜਿਹੜਾ A is liable to be punished with the imprisonment provided for the murder। ਤਾਂ ਜਿਹੜਾ A ਹੈਗਾ ਉਹ ਵੀ ਜਿਹੜਾ ਪਨਿਸ਼ਮੈਂਟ ਦਾ ਭਾਗੀ ਹੋਏਗਾ, ਸਜ਼ਾ ਦਾ ਭਾਗੀ ਹੋਏਗਾ, ਜਿੰਨੀ ਮਰਡਰ ਦੀ ਸਜ਼ਾ ਹੁੰਦੀ ਹੈ। ਸੈਕਸ਼ਨ 114 ਅਬੈਟਰ ਪ੍ਰੈਜ਼ੈਂਟ ਵੈਨ ਅਫੈਂਸ ਇਜ਼ ਕਮਿਟਡ। ਇੱਥੇ ਕਿਹਾ ਹੈਗਾ ਵੀ ਜਿਹੜਾ ਅਬੈਟਰ ਹੈਗਾ ਜਿਹਨੇ ਅਬੈਟਮੈਂਟ ਕੀਤੀ ਹੈ, ਇਨਸਟੀਗੇਸ਼ਨ ਕੀਤੀ ਹੈ, ਉਹ ਹਾਜ਼ਰ ਹੈਗਾ ਸੀ ਜਾਂ ਨਹੀਂ ਹੈਗਾ ਸੀਗਾ। ਮਤਲਬ ਇਹ ਸੈਕਸ਼ਨ 114 ਹੈਗਾ। ਕੋਈ ਵਿਅਕਤੀ ਜਿਹੜਾ ਅਬੈਟਮੈਂਟ ਕਰਨ ਵਾਲਾ ਹੈਗਾ ਉਹ ਇਹਦਾ ਸਹਾਰਾ ਨਹੀਂ ਲੈ ਸਕਦਾ, ਇਸ ਮਤਲਬ ਕਿ ਇਸ ਗੱਲ ਤੋਂ ਨਹੀਂ ਬਚ ਸਕਦਾ ਵੀ ਮੈਂ ਤਾਂ ਹਾਜ਼ਰ ਨਹੀਂ ਸੀ ਮੌਕੇ ਤੇ ਜਦੋਂ ਇਹ ਜ਼ੁਲਮ ਹੋਇਆ ਹੈਗਾ। ਸੈਕਸ਼ਨ 114 ਕਹਿੰਦਾ ਵੀ ਜੇ ਉਹਦੀ ਅਬੈਟਮੈਂਟ ਕਰਨ ਦੇ ਕਾਰਨ ਜਿਹੜੀ ਹੈਗੀ ਹੈ offense ਹੋਇਆ ਹੋਵੇ, ਬੇਸ਼ੱਕ ਉਹ ਹਾਜ਼ਰ ਹੋਵੇ, ਬੇਸ਼ੱਕ ਨਾ ਹੋਵੇ, ਬੇਸ਼ੱਕ ਉਹ ਐਬਸੈਂਟ ਹੋਵੇ। who is absent would be liable to be punished as an abettor। ਕੋਈ ਵਿਅਕਤੀ ਜਿਹੜਾ ਅਬੈਟਮੈਂਟ ਕਰਦਾ ਹੈ, ਬੇਸ਼ੱਕ ਉਹ ਮੌਕੇ ਤੇ ਹਾਜ਼ਰ ਨਾ ਹੋਵੇ, ਤਦ ਵੀ ਜਿਹੜਾ ਹੈਗਾ ਉਹ ਪਨਿਸ਼ੇਬਲ ਹੋਏਗਾ ਉਸ offense ਦੇ ਲਈ। Section 115 abetment of offense punishable with death or imprisonment for life if offense not committed। ਕਿਸੇ ਐਸੇ offense ਨੂੰ ਦੀ ਅਬੈਟਮੈਂਟ ਕਰਨਾ, ਕਿਸੇ ਐਸੇ ਜੁਰਮ ਦੇ ਲਈ ਕਿਸੇ ਬੰਦੇ ਨੂੰ ਉਕਸਾਣਾ ਜਿਹਦੀ ਸਜ਼ਾ ਕਿੰਨੀ ਹੋਵੇ? ਮੌਤ ਹੋਵੇ ਜਾਂ ਫਿਰ ਉਮਰ ਕੈਦ ਹੋ ਸਕਦੀ ਹੋਵੇ। ਬਟ ਇਫ offense not committed, ਪਰ ਜਿਹੜਾ ਉਹ offense ਹੈ ਕਮਿਟ ਨਾ ਕੀਤਾ ਗਿਆ।
ਕਿਸੇ ਐਸੇ ਜੁਰਮ ਦੇ ਲਈ ਕਿਸੇ ਬੰਦੇ ਨੂੰ ਉਕਸਾਣਾ ਜਿਹਦੀ ਸਜ਼ਾ ਜਾਂ ਤਾਂ ਮੌਤ ਹੋਵੇ ਐਸੇ ਜੁਰਮ ਦੀ, ਜਾਂ ਉਹਦੀ ਉਮਰ ਕੈਦ ਸਜ਼ਾ ਹੋਵੇ, ਉਸ ਲਈ ਉਕਸਾਣਾ। A B ਨੂੰ ਉਕਸਾਉਂਦਾ ਹੈ, ਠੀਕ ਹੈ, ਕਿਸੇ ਦਾ ਮਰਡਰ ਕਰਨ ਦੀ ਖਾਤਰ ਜਾਂ ਕਿਸੇ ਐਸੇ ਜੁਰਮ ਦੀ ਖਾਤਰ ਜਿਹਦੀ ਸਜ਼ਾ ਮੌਤ ਹੋ ਸਕਦੀ ਹੈ, ਉਸ ਜੁਰਮ ਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਉਹਦੀ ਸਜ਼ਾ ਉਮਰ ਕੈਦ ਹੋ ਸਕਦੀ ਹੈ। ਬਟ ਜਿਹੜਾ ਉਹ ਹੈ ਜੁਰਮ ਹੈ ਉਹ ਨਹੀਂ ਕੀਤਾ। A ਨੇ B ਨੂੰ ਉਕਸਾਇਆ, B ਨੇ ਉਹ ਜੁਰਮ ਨਹੀਂ ਕੀਤਾ, ਠੀਕ ਹੈ। ਬਟ ਜਿਹੜਾ A ਸੀਗਾ, A is liable for the punishment for 7 years and shall also be liable to fine। ਬੇਸ਼ੱਕ ਜੁਰਮ ਨਹੀਂ ਹੋਇਆ ਪਰ ਉਸਨੇ ਗੰਭੀਰ ਜੁਰਮ ਦੇ ਲਈ ਉਕਸਾਇਆ ਕਿਸੇ ਵਿਅਕਤੀ ਨੂੰ, ਅਬੈਟਰ ਨੇ ਅਬੈਟਮੈਂਟ ਕੀਤੀ ਗੰਭੀਰ ਜੁਰਮ ਦੀ। ਗੰਭੀਰ ਜੁਰਮ ਕੀ ਸੀਗਾ? ਮੌਤ ਦੀ ਸਜ਼ਾ ਹੋ ਸਕਦੀ ਸੀ ਉਸ ਵਿਅਕਤੀ ਨੂੰ, ਜਾਂ ਫਿਰ ਉਮਰ ਕੈਦ ਹੋ ਸਕਦੀ ਸੀਗੀ। ਬੇਸ਼ੱਕ ਉਸ ਵਿਅਕਤੀ ਨੇ ਉਹ ਜਿਹੜਾ ਐਕਟ ਹੈ ਨਹੀਂ ਕੀਤਾ, ਠੀਕ ਹੈ, ਤਾਂ ਵੀ ਜਿਹੜਾ ਅਬੈਟਮੈਂਟ ਕਰਨ ਵਾਲਾ ਵਿਅਕਤੀ ਹੈਗਾ, ਪਰਸਨ ਹੈਗਾ, ਉਹਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ। ਦੂਜਾ ਪਾਰਟ ਵਿੱਚ ਕੀ ਹੈਗਾ? ਇਫ ਐਕਟ ਕਾਜ਼ਿੰਗ ਹਾਰਮ ਬੀ ਡਨ ਇਨ ਕੰਸੀਕੁਐਂਸ। ਜੇਕਰ ਉਹ ਐਕਟ ਹੋ ਜਾਂਦਾ ਹੈ ਕਿਹੜਾ? ਜਿਹਦੇ ਚ ਮੌਤ ਦੀ ਸਜ਼ਾ ਹੋ ਸਕਦੀ ਹੋਵੇ ਜਾਂ ਉਮਰ ਕੈਦ ਹੋ ਸਕਦੀ ਹੋਵੇ। ਉਹਨੇ ਸੱਟਾਂ ਫਿੱਟਾਂ ਮਾਰ ਦਿੱਤੀਆਂ ਜਿਹਨੂੰ ਅਬੈਟਮੈਂਟ ਕੀਤੀ ਗਈ। ਇੱਕ ਵਿਅਕਤੀ ਨੇ ਦੂਜੇ ਨੂੰ ਅਬੈਟਮੈਂਟ ਕੀਤੀ, ਇੰਸਟੀਗੇਟ ਕੀਤਾ, ਉਹਨੇ ਸੱਟਾਂ ਫੱਟਾਂ ਮਾਰ ਦਿੱਤੀਆਂ ਉਹਦੇ, ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਹੈਗੀ ਸਜ਼ਾ, ਉੱਪਰ ਤਾਂ ਦੇਖੋ ਪਹਿਲੇ ਪਹਿਰੇ ਦੇ ਵਿੱਚ ਤਾਂ ਉਹਨੇ ਕੋਈ ਜੁਰਮ ਨਹੀਂ ਕੀਤਾ, ਬੇਸ਼ੱਕ ਉਹਨੂੰ ਉਕਸਾਇਆ ਗਿਆ। ਦੂਜੇ ਪਹਿਰੇ ਦੇ ਵਿੱਚ ਉਹਨੇ ਜੁਰਮ ਕਰ ਦਿੱਤਾ, ਸੱਟਾਂ ਮਾਰ ਦਿੱਤੀਆਂ। ਇੱਥੇ ਆ ਕੇ ਸੱਟਾਂ ਜਿਹੜੀਆਂ ਮਾਰ ਦਿੱਤੀਆਂ, ਉੱਥੇ ਮਤਲਬ ਕਿ ਉਹ ਬੰਦੇ ਦੀ ਮੌਤ ਵੀ ਹੋ ਸਕਦੀ ਸੀਗੀ, ਠੀਕ ਹੈ। ਤਾਂ ਇਸ ਵਿੱਚ ਜਿਹੜਾ ਅਬੈਟਰ ਹੈਗਾ, ਜਿਹੜਾ ਅਬੈਟਮੈਂਟ ਕਰਨ ਵਾਲਾ ਵਿਅਕਤੀ ਹੈ, ਉਹਨੂੰ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਵਿਚ ਮੇ ਐਕਸਟੈਂਡ ਟੂ 14 years ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਦ ਫਾਈਨ। ਉਹਨੂੰ ਜੁਰਮਾਨਾ ਵੀ ਹੋ ਸਕਦਾ ਹੈਗਾ, 14 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਕਿਉਂਕਿ ਸੱਟਾਂ ਤਾਂ ਮਾਰਤੀਆਂ ਨਾ, ਸੱਟਾਂ ਮਾਰ ਦਿੱਤੀਆਂ, ਸੱਟਾਂ ਮਾਰਦੇ ਮਾਰਦੇ ਉਹਦੀ ਡੈਥ ਵੀ ਹੋ ਸਕਦੀ ਸੀਗੀ। ਪਰ ਉਹਨੂੰ ਉਕਸਾਇਆ ਕਿਸ ਲਈ ਗਿਆ ਸੀਗਾ? ਐਸੇ ਜੁਰਮ ਲਈ ਉਕਸਾਇਆ ਗਿਆ ਸੀ ਜਿਹਦੇ ਵਿੱਚ ਸਜ਼ਾ ਮੌਤ ਦੀ ਹੋ ਸਕਦੀ ਸੀ ਜਾਂ ਉਮਰ ਕੈਦ ਹੋ ਸਕਦੀ ਸੀਗੀ। ਬੇਸ਼ੱਕ ਉਹਨੇ ਜੁਰਮ ਕੀਤਾ ਪਰ ਵੱਡਾ ਵੱਡਾ ਜੁਰਮ ਨਹੀਂ ਹੋਇਆ ਜਿੰਨਾ ਉਹ ਕਰਾਉਣਾ ਚਾਹੁੰਦਾ ਸੀਗਾ। ਸੱਟਾਂ ਲੱਗ ਗਈਆਂ ਤਾਂ ਵੀ ਉਹਦੀ ਜਿਹੜੀ ਸਜ਼ਾ ਹੈਗੀ ਆ 14 ਸਾਲ ਤੱਕ ਦੀ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ। ਇਹਦੀ ਐਗਜ਼ਾਮਪਲ ਦੇਖ ਲਓ। A instigate B to murder Z। A instigate ਕਰਦਾ B ਨੂੰ Z ਦਾ ਮਰਡਰ ਕਰਨ ਦੀ ਖਾਤਰ। ਬਟ ਜਿਹੜਾ B ਹੈਗਾ ਉਹ ਜਿਹੜਾ ਜੁਰਮ ਨਹੀਂ ਕਰਦਾ ਹੈਗਾ। The offense is not committed if B had murdered Z, he would have been subject to the punishment of death। ਜੇ ਉਹ ਮਰਡਰ ਕਰ ਦਿੰਦਾ ਤਾਂ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਸੀਗੀ, ਪਰ ਉਹਨੇ ਜਿਹੜਾ ਜੁਰਮ ਹੈ ਨਹੀਂ ਕੀਤਾ, ਠੀਕ ਹੈ। ਮੌਤ ਦੀ ਸਜ਼ਾ ਹੋ ਸਕਦੀ ਸੀ ਜਾਂ ਫਿਰ ਉਮਰ ਕੈਦ ਦੀ ਸਜ਼ਾ ਹੋ ਸਕਦੀ ਸੀਗੀ, ਬਟ ਉਹਨੇ ਜੁਰਮ ਨਹੀਂ ਕੀਤਾ ਹੈਗਾ। ਪਰ ਉਹਨੇ A ਨੇ ਇੰਸਟੀਗੇਟ ਕੀਤਾ B ਨੂੰ ਮਰਡਰ ਕਰਨ ਦੀ ਖਾਤਰ, ਠੀਕ ਹੈ। therefore A is liable to the imprisonment for a term which may extend to 7 years। ਜਿਹੜਾ ਪਹਿਲਾ ਪੈਰਾ ਪੜ੍ਹਿਆ ਸੀ ਆਪਾਂ ਨੇ, ਤਾਂ ਉਹਨੇ ਜੁਰਮ ਤਾਂ ਨਹੀਂ ਸੀ ਕੀਤਾ, ਤਾਂ ਉਹਨੂੰ ਸਜ਼ਾ ਕਿੰਨੀ ਹੋਏਗੀ? 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ A ਨੂੰ, ਐਂਡ ਆਲਸੋ ਟੂ ਫਾਈਨ। ਜੇਕਰ ਨਾਲ ਹੀ ਐਗਜ਼ਾਮਪਲ ਦੇ ਵਿੱਚ ਕਿਹਾ ਹੈਗਾ ਇਫ ਐਨੀ ਹਰਟ ਬੀ ਡਨ ਟੂ Z। ਜੇ ਉਹਨੂੰ ਕੋਈ ਹਰਟ ਵੀ ਹੋ ਗਿਆ, ਉਹਨੂੰ ਕੋਈ ਜ਼ਖਮ ਕਰ ਦਿੱਤੇ, ਉਹਦੇ ਸੱਟ ਫੇਟ ਮਾਰ ਦਿੱਤੀ Z ਦੇ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਵੱਧ ਕੇ ਕਿੰਨੀ ਹੋ ਜਾਏਗੀ? 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ A ਨੂੰ, ਜਿਹਨੇ ਇੰਸਟੀਗੇਟ ਕੀਤਾ, ਠੀਕ ਹੈ ਜੀ। ਮਤਲਬ ਸਿੰਪਲ ਜੀ ਗੱਲ ਹੈਗੀ ਹੈ, ਜੇ ਤਾਂ ਬੰਦੇ ਨੇ ਜੁਰਮ ਨਹੀਂ ਕੀਤਾ ਤਾਂ 7 ਸਾਲ ਤੱਕ ਦੀ ਸਜ਼ਾ ਹੈ, ਪਰ ਜੇ ਉਹ ਜੁਰਮ ਕਰਦੇ ਕਰਦੇ ਕੁਝ ਜੁਰਮ ਕਰ ਦਿੰਦਾ ਹੈ, ਉਸ ਹੱਦ ਤੱਕ ਤਾਂ ਨਹੀਂ ਕਰਦਾ ਜਿੰਨਾ ਉਹਨੇ ਕਿਹਾ ਸੀਗਾ, ਸੱਟਾ ਫਿੱਟਾ ਮਾਰ ਦਿੰਦਾ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਹੈ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਬੈਟਮੈਂਟ ਕਰਨ ਵਾਲੇ ਵਿਅਕਤੀ ਨੂੰ। ਨੈਕਸਟ ਹੈ ਪੈਰਾ 116 116 abatement of offense punishable with imprisonment if offense not committed। ਦੇਖੋ ਉੱਪਰ ਤਾਂ ਹੈਗਾ ਸੀ ਗੰਭੀਰ ਦੋਸ਼, ਉਮਰ ਕੈਦ ਜਾਂ ਮੌਤ ਦੀ ਸਜ਼ਾ। ਹੁਣ ਉਹਨਾਂ ਦੋਨਾਂ ਗੱਲਾਂ ਨੂੰ ਛੱਡ ਕੇ ਕਿਸੇ ਐਸੇ offense ਲਈ ਅਬੈਟਮੈਂਟ ਕੀਤੀ ਹੈ ਜਿੱਥੇ ਉਨੀ ਸਜ਼ਾ ਨਹੀਂ ਹੋਣੀ, ਪਰ ਸਜ਼ਾ ਤਾਂ ਹੋਏਗੀ ਪਰ ਘੱਟ ਹੋ ਸਕਦੀ ਹੈ, ਠੀਕ ਹੈ। ਨਾ ਤਾਂ ਉਮਰ ਕੈਦ ਹੋਵੇਗੀ, ਐਸਾ ਜੁਰਮ ਹੈ ਜਿਸ ਲਈ ਅਬੈਟਮੈਂਟ ਕੀਤੀ ਹੈ, ਐਸਾ ਜੁਰਮ ਹੈ ਜਿਹਦੀ ਨਾ ਤਾਂ ਮੌਤ ਦੀ ਸਜ਼ਾ ਹੋ ਸਕਦੀ ਹੈ ਤੇ ਨਾ ਹੀ ਉਮਰ ਕੈਦ ਹੋ ਸਕਦੀ ਹੈ, ਪਰ ਸਜ਼ਾ ਹੋ ਸਕਦੀ ਹੈ। ਐਸੇ ਕੇਸ ਕੀ ਹੋਏਗਾ? ਜਿਸ ਬੰਦੇ ਨੇ ਮਤਲਬ ਕਿ ਜਿਹਨੂੰ ਅਬੈਟਮੈਂਟ ਕੀਤੀ ਗਈ, ਜੇ ਉਹਨੇ offense ਨਹੀਂ ਕੀਤਾ
ਤਾਂ ਸਜ਼ਾ ਕਿੰਨੀ ਹੋਏਗੀ ਅਬੈਟਮੈਂਟ ਕਰਨ ਵਾਲੇ ਨੂੰ? ਟੂ 1/4 ਪਾਰਟ ਆਫ ਦਾ ਲੌਂਗੇਸਟ ਟਰਮ ਪ੍ਰੋਵਾਈਡਡ ਫਾਰ ਦੈਟ offense ਔਰ ਵਿਦ ਸੱਚ ਫਾਈਨ। ਤਾਂ ਉਹਨੂੰ 1/4 ਹਿੱਸਾ ਜਿੰਨੀ ਉਹ ਸਜ਼ਾ ਲਈ, ਜਿਸ ਜੁਰਮ ਦੇ ਲਈ ਉਸਨੇ ਅਬੈਟਮੈਂਟ ਕੀਤੀ ਸੀ, ਉਸ ਜੁਰਮ ਦੀ ਜਿੰਨੀ ਸਜ਼ਾ, ਮੰਨ ਲਓ ਕਿਸੇ ਜੁਰਮ ਦੇ ਲਈ ਉਸਨੇ ਕਿਹਾ ਸੀਗਾ, ਉਸ ਕੋਈ ਜੁਰਮ ਕਰਨ ਦੇ ਲਈ ਕਹਿਤਾ ਸੀਗਾ ਏ ਨੇ ਬੀ ਨੂੰ, ਠੀਕ ਹੈ, ਉਸ ਜੁਰਮ ਦੀ ਸਜ਼ਾ 4 ਸਾਲ ਤੱਕ ਦੀ ਹੋ ਸਕਦੀ ਸੀਗੀ ਜੋ ਜੁਰਮ ਕਰ ਦਿੰਦਾ, ਠੀਕ ਹੈ, ਪਰ ਉਹਨੇ ਜੁਰਮ ਨਹੀਂ ਕੀਤਾ ਤਾਂ ਉਹਦਾ 1/4 ਪਾਰਟ 1/4 ਹਿੱਸਾ ਜਾਣੀ 1 ਸਾਲ ਤੱਕ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਉਸ ਵਿਅਕਤੀ ਨੂੰ ਹੋ ਸਕਦੀ ਹੈ ਜਿਹਨੇ ਅਬੈਟਮੈਂਟ ਕੀਤੀ ਸੀ। ਫਿਰ ਅਗਲਾ ਪੈਰਾ ਕੀ ਕਹਿੰਦਾ ਹੈ, ਜੇ ਐਸੀ ਹੀ ਕੋਈ ਜੁਰਮ ਕਰਨ ਦੇ ਲਈ ਕੋਈ ਪਬਲਿਕ ਸਰਵੈਂਟ ਹੈਗਾ whose duty is to prevent the offense, ਯਾਨੀ ਕਿ ਪੁਲਿਸ ਆਫੀਸਰ ਕਹਿ ਲਈਏ। ਦੇਖੋ ਦੁਬਾਰਾ ਫਿਰ ਸੁਣ ਲਓ ਇੱਕ ਵਾਰੀ, ਅਬੈਟਮੈਂਟ ਕੋਈ ਵਿਅਕਤੀ ਕਰਦਾ ਹੈ, ਠੀਕ ਹੈ, ਉੱਪਰਲਾ ਜਿਹੜਾ ਪੈਰਾ ਪੜ੍ਹ ਕੇ ਹਟਿਆ ਉਹਨੂੰ ਛੱਡ ਕੇ ਕੋਈ ਉਹਨੂੰ ਸਜ਼ਾ ਹੋ ਸਕਦੀ ਹੈ 4 ਸਾਲ ਦੀ ਜਾਂ 6 ਸਾਲ ਦੀ ਸਜ਼ਾ ਹੋ ਸਕਦੀ ਹੈ, ਪਰ ਉਹ ਵਿਅਕਤੀ ਜਿਹੜਾ ਜੁਰਮ ਹੈ ਨਹੀਂ ਕਰਦਾ ਤਾਂ ਸਜ਼ਾ ਕਿੰਨੀ ਹੋਏਗੀ ਅਬੈਟਮੈਂਟ ਕਰ ਲੈਣ ਨੂੰ? ਚੌਥਾ ਹਿੱਸਾ ਜਿੰਨੀ ਉਸ ਜੁਰਮ ਦੀ ਸਜ਼ਾ ਹੋਣੀ ਸੀਗੀ, ਜਿਵੇਂ 4 ਸਾਲ ਦੀ ਸਜ਼ਾ ਹੋਣੀ ਸੀਗੀ ਤਾਂ 1 ਸਾਲ ਦੀ ਸਜ਼ਾ ਹੋਏਗੀ ਉਸ ਵਿਅਕਤੀ ਨੂੰ, ਬੇਸ਼ੱਕ ਜੁਰਮ ਹੋਇਆ ਬੇਸ਼ੱਕ ਜੁਰਮ ਨਹੀਂ ਹੋਇਆ। ਦੂਜੇ ਕੇਸ ਦੇ ਵਿੱਚ ਜੇ ਇਹੀ ਗੱਲ ਕੋਈ ਸਰਕਾਰੀ ਆਫੀਸਰ ਕਰਦਾ ਹੈ, ਯਾਨੀ ਕਿ ਜਿਹਦੀ ਡਿਊਟੀ ਬਣਦੀ ਆ ਅਫੈਂਸ ਨੂੰ ਪ੍ਰੀਵੈਂਟ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ, ਜੇ ਉਹ ਵੀ ਕੋਈ ਐਸਾ ਅਬੈਟਮੈਂਟ ਕਰਦਾ ਹੈ ਔਰ ਦੂਜੇ ਬੰਦੇ ਵੱਲੋਂ ਉਹ ਜੁਰਮ ਨਹੀਂ ਕੀਤਾ ਜਾਂਦਾ ਤਾਂ ਜਿਹੜੀ ਸਰਕਾਰੀ ਆਫੀਸਰ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਜੁਰਮ ਦੀ ਸਜ਼ਾ ਦਾ 1/2 ਹਿੱਸਾ ਹੋਏਗੀ। ਯਾਨੀ ਕਿ ਸਰਕਾਰੀ ਅਫਸਰ ਨੂੰ ਸਜ਼ਾ ਜ਼ਿਆਦਾ ਹੋਏਗੀ, ਜਿਹਦੀ ਜ਼ਿੰਮੇਵਾਰੀ ਬਣਦੀ ਸੀ ਅਫੈਂਸ ਨੂੰ ਰੋਕਣਾ, ਠੀਕ ਹੈ, ਉਹਨੇ ਅਫੈਂਸ ਕਰਨ ਦੀ ਕੋਸ਼ਿਸ਼ ਕੀਤੀ, ਬੇਸ਼ੱਕ ਅਫੈਂਸ ਨਹੀਂ ਹੋਇਆ ਤਾਂ ਉਸ ਅਫੈਂਸ ਦੀ ਜਿੰਨੀ ਸਜ਼ਾ ਬਣਦੀ ਹੈ, ਜੇਕਰ ਉਸ ਅਫੈਂਸ ਦੀ ਸਜ਼ਾ 4 ਸਾਲ ਬਣਦੀ ਸੀ ਤਾਂ ਸਰਕਾਰੀ ਜਿਹੜਾ ਆਫੀਸਰ ਹੈ ਉਹਨੂੰ ਜਿਹੜੀ ਸਜ਼ਾ ਹੋਏਗੀ 2 ਸਾਲ ਦੀ ਹੋਏਗੀ। ਆਮ ਸਿੰਪਲ ਬੰਦੇ ਨੂੰ ਸਜ਼ਾ ਹੋਏਗੀ ਚੌਥਾ ਹਿੱਸਾ ਤੇ ਸਰਕਾਰੀ ਆਫੀਸਰ ਨੂੰ ਸਜ਼ਾ ਹੋਏਗੀ ਅੱਧਾ ਹਿੱਸਾ। ਐਗਜ਼ਾਮਪਲ ਪੜ੍ਹ ਲਓ ਇੱਕ, A offers a bribe to B, a public servant, as a reward for showing A some favor in the exercise of B's official functions। A offer ਕਰਦਾ ਹੈ B ਨੂੰ, ਕਿਸੇ ਸਰਕਾਰੀ ਮੁਲਾਜ਼ਮ ਨੂੰ, ਠੀਕ ਹੈ, ਵੀ ਮੇਰੀ ਹੈਲਪ ਕਰ ਦੇ ਤੂੰ, ਮੇਰੇ ਕੰਮ, ਉਹਦਾ ਕੋਈ ਕੰਮ ਹੋਣਾ B ਦੇ ਪਾਸ, B refuses to accept the bribe, B ਨੇ ਪੈਸਾ ਨਹੀਂ ਲਿਆ, ਠੀਕ ਹੈ, A is punishable under this section, ਇਸ ਸੈਕਸ਼ਨ ਦੇ ਤਹਿਤ ਜਿਹੜਾ A ਹੈਗਾ ਉਹ ਪਨਿਸ਼ੇਬਲ ਹੋਏਗਾ। ਇਸੇ ਤਰੀਕੇ ਇੱਕ ਸੀ ਐਗਜ਼ਾਮਪਲ ਪੜ੍ਹ ਕੇ ਦੇਖਦੇ ਹਾਂ, A ਪੁਲਿਸ ਆਫੀਸਰ whose duty is to prevent robbery, ਰੋਬਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਬਣਦੀ ਸੀਗੀ ਪੁਲਿਸ ਆਫੀਸਰ ਦੀ, abets the commission of the robbery, ਪਰ ਫਿਰ ਵੀ ਉਹ ਅਬੈਟਮੈਂਟ ਕਰਦਾ ਹੈ, ਰੋਬਰੀ ਕਰਵਾਉਂਦਾ ਹੈ ਆਪ, ਠੀਕ ਹੈ। Here though the robbery is not committed, ਬੇਸ਼ੱਕ ਰੋਬਰੀ ਨਹੀਂ ਕਮਿਟ ਹੋਈ, ਬੇਸ਼ੱਕ ਜੁਰਮ ਕਮਿਟ ਨਹੀਂ ਹੋਇਆ, is liable to 1/2 of the longest term of the imprisonment, ਜਿੰਨੀ ਉਸ ਰੋਬਰੀ ਦੀ ਜਿਹੜੀ ਸਜ਼ਾ ਹੋਣੀ ਸੀਗੀ ਉਸ ਰੋਬਰੀ ਦੀ ਸਜ਼ਾ ਦਾ 1/2 ਹਿੱਸਾ ਜਿਹੜਾ ਹੈਗਾ ਉਸ ਪੁਲਿਸ ਆਫੀਸਰ ਦੀ ਜਿਹੜੀ ਪਨਿਸ਼ਮੈਂਟ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 117, abetting commission of offence by the public or by more than 10 persons। ਇੱਥੇ ਪਬਲਿਕ ਦੀ ਗੱਲ ਆ ਗਈ, ਕੋਈ ਪਬਲਿਕ offence ਕਰਦੀ ਹੈ, ਮਤਲਬ ਪਬਲਿਕ offence by public or by more than 10 persons, 10 ਤੋਂ ਵੱਧ ਵਿਅਕਤੀ ਹੁੰਦੇ ਆ ਉਹਦੇ ਵਿੱਚ, ਪਬਲਿਕ ਦੇ ਵਿੱਚ। abetting commission of offence, ਕੋਈ ਯੋਜਨਾ ਬਣਾਉਂਦੇ ਆ, ਠੀਕ ਹੈ, ਉਹਦੀ ਅਬੈਟਮੈਂਟ ਹੁੰਦੀ ਹੈ, ਕੋਈ ਵਿਅਕਤੀ whoever abets the commission of an offence by the public generally, ਕਿਸੇ ਪਬਲਿਕ ਤੋਂ ਕੋਈ ਜੁਰਮ ਕਰਨਾ ਚਾਹੁੰਦਾ ਕੋਈ ਵਿਅਕਤੀ ਇੰਸਟੀਗੇਟ ਕਰਕੇ 10 ਜਾਂ 10 ਬੰਦਿਆਂ ਤੋਂ ਵੱਧ ਵਿਅਕਤੀਆਂ ਤੋਂ ਕੋਈ ਨਾ ਕੋਈ ਜੁਰਮ ਕਰਵਾਉਣਾ ਚਾਹੁੰਦਾ, ਕਿਤੇ ਅੱਗ ਫੂਸ ਲਗਾਉਣਾ ਚਾਹੁੰਦਾ, ਕਿਤੇ ਦੰਗਾ ਫੈਲਾਉਣਾ ਚਾਹੁੰਦਾ, ਕਿਤੇ ਹੋਰ ਕੋਈ ਕੰਮ ਐਸਾ ਕਰਵਾਉਣਾ ਚਾਹੁੰਦਾ ਹੈ, ਠੀਕ ਹੈ, exceeding 10 shall be punished with imprisonment of this description for a term which may extend to 3 years। ਤਾਂ ਜਿਹੜਾ ਵਿਅਕਤੀ ਹੈਗਾ ਜਿਹੜਾ ਦੰਗਾ ਕਰਾਉਣਾ ਚਾਹੁੰਦਾ ਹੈ, ਠੀਕ ਹੈ, ਅਬੈਟਮੈਂਟ ਜਿਹਨੂੰ ਕਹਿੰਦੇ ਆ, ਜਿਹੜਾ ਅਬੈਟਰ ਹੈਗਾ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਬੇਸ਼ੱਕ ਜਿਹੜੇ ਜਿਨ੍ਹਾਂ ਨੇ ਜੁਰਮ ਕੀਤਾ, ਜਿਹੜੀ ਪਬਲਿਕ ਹੈਗੀ ਆ 10 ਤੋਂ ਵੱਧ ਵਿਅਕਤੀ ਜਿਹੜੇ ਹੈਗੇ ਉਹਨਾਂ ਨੇ ਕੀ ਜੁਰਮ ਕੀਤਾ, ਠੀਕ ਹੈ, ਉਹਦੀ ਸਜ਼ਾ ਦੇ ਉਹ ਦੋਸ਼ੀ ਹੋਣਗੇ, ਪਰ ਇੱਥੇ ਜਿਸ ਬੰਦੇ ਨੇ ਅਬੈਟਮੈਂਟ ਕੀਤੀ ਉਹਨੂੰ ਉਕਸਾਇਆ, ਠੀਕ ਹੈ, ਉਹਨੂੰ ਵੀ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਵਿੱਚ ਮੈਂ ਐਕਸਟੈਂਡ ਟੂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਜੁਰਮਾਨਾ ਵੀ ਹੋ ਸਕਦਾ ਹੈ। ਇੱਕ ਐਗਜ਼ਾਮਪਲ ਦੇਖ ਲਓ,
ਇਹਨਾਂ ਦਾ ਇੱਕ ਵਿਅਕਤੀ ਹੈ ਪਬਲਿਕ ਪਲੇਸ ਦੇ ਉੱਪਰ ਕੋਈ ਗੱਤਾ ਕੋਈ ਬੋਰਡ ਲਗਵਾ ਦਿੰਦਾ ਹੈਗਾ, ਠੀਕ ਹੈ, ਉਹਦੇ ਉੱਪਰ ਲਿਖ ਦਿੰਦਾ ਕੁਛ ਐਸਾ, ਇੰਸਟੀਗੇਟ ਕਰਦਾ ਹੈ ਸੈਕਟ ਕੰਸਿਸਟਿੰਗ ਆਫ ਮੋਰ ਦੈਨ 10 ਮੈਂਬਰਸ, ਕਿਸੇ ਇੱਕ ਵੱਖਰੇ ਜਿਹੜਾ ਧਰਮ ਹੈਗਾ ਉਹਦੇ ਕੁਝ ਵਿਅਕਤੀ ਜਿਹੜੇ 10 ਜਾਂ 10 ਤੋਂ ਵੱਧ ਵਿਅਕਤੀ ਹੈਗੇ ਨੇ, ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੱਕ ਜਗ੍ਹਾ ਤੇ ਆ ਕੇ ਇਕੱਠੇ ਹੋਵੋ, ਕੋਈ ਟਾਈਮ ਕੋਈ ਪਲੇਸ ਦੱਸ ਦਿੰਦਾ ਹੈ, ਠੀਕ ਹੈ, ਵੀ ਫਲਾਣੇ ਮੰਦਿਰ 'ਚ ਜਾਂ ਫਲਾਣੇ ਗੁਰਦੁਆਰੇ 'ਚ ਫਲਾਣੀ ਚਰਚ ਦੇ ਵਿੱਚ ਇਸ ਜਗ੍ਹਾ ਤੇ ਆ ਕੇ ਤੁਸੀਂ ਇਕੱਠੇ ਹੋਵੋ, ਠੀਕ ਹੈ, ਕੋਈ ਐਸਾ ਮਤਲਬ ਕਿ ਕੋਈ ਫੱਟਾ ਲਗਾ ਦਿੰਦਾ, ਕੋਈ ਬੋਰਡ ਲਗਾ ਦਿੰਦਾ ਕਿਸੇ ਜਗ੍ਹਾ ਦੇ ਉੱਪਰ, ਠੀਕ ਹੈ, ਫਾਰ ਦਾ ਪਰਪਸ ਕਾਹਦੇ ਲਈ, ਫਾਰ ਦਾ ਪਰਪਸ ਆਫ ਅਟੈਕਿੰਗ ਦਾ ਮੈਂਬਰਸ ਆਫ ਦਾ ਐਨ ਐਡਵਰਸ ਸੈਕਟ, ਕਿਸੇ ਦੂਜੇ ਧਰਮ ਦੇ ਵਿਅਕਤੀਆਂ ਦੇ ਉੱਪਰ ਹਮਲਾ ਕਰਨ ਦੀ ਖਾਤਰ, ਠੀਕ ਹੈ, ਇੰਸਟੀਗੇਟ ਕਰਦਾ ਕੁਝ ਬੰਦਿਆਂ ਨੂੰ 10 ਜਾਂ 10 ਤੋਂ ਵੱਧ ਵਿਅਕਤੀਆਂ ਨੂੰ ਇੰਸਟੀਗੇਟ ਕਰਦਾ ਵਾਈਲ ਇੰਗੇਜਸ ਇਨ ਪ੍ਰੋਸੈਸ਼ਨ, ਜਦੋਂ ਦੂਜੇ ਧਰਮ ਦੇ ਕੁਝ ਵਿਅਕਤੀ ਉਹਨੇ ਕੋਈ ਆਪਣਾ ਕੋਈ ਮਤਲਬ ਕਿ ਮਜ਼ਾਰਾ ਕਰਨਾ ਹੈ ਜਾਂ ਕੋਈ ਜਲੂਸ ਕੱਢ ਰਿਹਾ ਜਾਂ ਕੋਈ ਪ੍ਰੋਸੈਸ਼ਨ ਕਰਨਾ ਹੈਗਾ, ਠੀਕ ਹੈ, ਵੀ ਉਹਦੇ ਉੱਪਰ ਹਮਲਾ ਕਰਨਾ ਹੈ, ਜਿਹੜਾ ਇਹ ਹੈਜ਼ ਕਮਿਟਡ ਦਾ offense defined in this section, ਇਸ ਜਿਹੜਾ ਸੈਕਸ਼ਨ 117 ਹੈਗਾ, ਇਸ ਸੈਕਸ਼ਨ ਦੇ ਤਹਿਤ ਜਿਹੜਾ ਇਹ ਹੈਗਾ ਉਹ ਪਨਿਸ਼ੇਬਲ ਹੋਏਗਾ, ਜਾਣੀ ਕਿ 3 ਸਾਲ ਤੱਕ ਦੀ ਜਿਹੜੀ ਹੈਗੀ ਹੈ ਸਜ਼ਾ ਕੀਤੀ ਹੋ ਸਕਦੀ ਹੈ। Section 118 concealing design to commit offense punishable with death or imprisonment for life, ਕੋਈ ਪਲੈਨਿੰਗ ਬਣ ਗਈ, ਕੋਈ ਯੋਜਨਾ ਬਣ ਗਈ ਜਿਹਦੇ ਵਿੱਚ ਉਸ ਜੁਰਮ ਕੋਈ ਕਮਿਟ ਹੋਣਾ ਹੈ, ਜੁਰਮ ਕੈਸਾ ਕਮਿਟ ਹੋਣਾ ਹੈ ਜਿਹਦੀ ਸਜ਼ਾ ਹੈਗੀ ਹੈ ਮੌਤ ਵੀ ਹੋ ਸਕਦੀ ਹੈ ਜਾਂ ਉਮਰ ਕੈਦ ਵੀ ਹੋ ਸਕਦੀ ਹੈ, ਐਸੀ ਪਲੈਨਿੰਗ ਕੁਝ ਵਿਅਕਤੀ ਨੇ ਬਣਾਈ ਹੈ, ਠੀਕ ਹੈ, ਸੌਰੀ, ਉਹਨੂੰ ਕੋਈ ਵਿਅਕਤੀ ਕੰਸੀਲ ਕਰਦਾ ਹੈ, ਉਹਨੂੰ ਪਤਾ ਹੈਗਾ ਕਿਸੇ ਵਿਅਕਤੀ ਨੂੰ ਵੀ ਇਹ ਜਿਹੜਾ ਹੈਗਾ ਜੁਰਮ ਹੋਣ ਜਾ ਰਿਹਾ ਹੈ, ਜੁਰਮ ਹੋਣ ਜਾ ਰਿਹਾ ਹੈ, ਠੀਕ ਹੈ, ਕੋਈ ਵਿਅਕਤੀ ਨਾਲ ਮਿਲ ਕੇ ਇਕੱਠੇ ਹੋ ਕੇ ਕੋਈ offense ਕਰਨਾ ਚਾਹੁੰਦੇ ਆ, ਉਹਦੀ ਜਾਣਕਾਰੀ ਕਿਸੇ ਵਿਅਕਤੀ ਨੂੰ ਹੈਗੀ ਹੈ ਪਰ ਉਹ ਕੰਸੀਲ ਕਰਨਾ ਚਾਹੁੰਦਾ, ਕੰਸੀਲ ਕਰਦਾ ਹੈ ਫਿਰ ਵੀ ਛੁਪਾਉਂਦਾ ਹੈ, ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਉਹ ਕਹਿੰਦਾ ਵੀ ਜੁਰਮ ਹੋ ਜਾਵੇ, whoever intending to facilitate, ਮਤਲਬ ਕਿ ਉਹਨੂੰ ਹੋਰ ਫੈਸਿਲਿਟੀ ਦਿੰਦਾ ਸਗੋਂ ਉਲਟਾ, knowing it to be likely that he will thereby facilitate the commission, ਮਤਲਬ ਹੈਲਪ ਕਰਦਾ ਸਗੋਂ ਜੁਰਮ ਹੋਣ ਦੇ ਵਿੱਚ, of an offense punishable with death or imprisonment for life, ਕੈਸਾ ਜੁਰਮ ਜਿਹਦੀ ਸਜ਼ਾ ਮੌਤ ਵੀ ਹੋ ਸਕਦੀ ਹੈ ਤੇ ਉਮਰ ਕੈਦ ਵੀ ਹੋ ਸਕਦੀ ਹੈ, ਕਿਸੇ ਐਸੇ ਜੁਰਮ ਨੂੰ ਕੋਈ ਵਿਅਕਤੀ ਜੁਰਮ ਹੋਣ ਦੇ ਲਈ ਫੈਸਿਲਿਟੇਟ ਕਰਦਾ ਇੱਕ ਦੂਜੇ ਵਿਅਕਤੀ ਨੂੰ, ਉਸਨੂੰ ਮਤਲਬ ਕਿ ਹੈਲਪ ਕਰਦਾ ਉਹਦੀ ਵੀ ਕਰੋ ਜੁਰਮ, ਠੀਕ ਹੈ, voluntarily conceals by any act or illegal omission, ਕੋਈ ਕੰਮ ਕਰਕੇ ਜਾਂ ਕੋਈ ਕੰਮ ਕਰਨਾ ਚਾਹੁੰਦਾ ਸੀ ਉਹ ਨਹੀਂ ਕਰਕੇ, the existence of the design, ਉਹਨਾਂ ਦੇ ਜਾਣੀ ਕਿ ਹੈਲਪ ਕਰਦਾ, ਉਹ ਜਿਹੜਾ ਹੈਗਾ ਉਹਦਾ ਜਿਹੜਾ ਪਲੈਨਿੰਗ ਹੈ ਉਹਨੂੰ ਸਿਰੇ ਚੜਾਉਣ ਦੀ ਖਾਤਰ, ਪਲੈਨਿੰਗ ਨੂੰ ਸਿਰੇ ਚੜਾਉਣ ਦੀ ਖਾਤਰ ਹੈਲਪ ਕਰਦਾ ਕਿਸੇ ਵਿਅਕਤੀ ਦੀ ਆਪਸ ਦੇ ਵਿੱਚ ਉਹਨਾਂ ਦੀ ਜੁਰਮ ਕਰਨ ਵਾਲਿਆਂ ਦੀ। if offense be committed, if offense not be committed, ਦੇਖੋ ਉਹ ਜਿਹੜਾ ਵਿਅਕਤੀ ਹੈਗਾ ਜਿਹੜਾ ਫੈਕਟਸ ਨੂੰ ਕੰਸੀਲ ਕਰਦਾ ਹੈ ਜਾਂ ਜੁਰਮ ਨੂੰ ਹੋਣ ਦਿੰਦਾ ਹੈ ਜਾਂ ਜੁਰਮ ਹੋਣ ਦੇ ਵਿੱਚ ਹੈਲਪ ਕਰਦਾ ਹੈਗਾ, ਉਹ ਦੋ ਤਰੀਕੇ ਦੇ ਨਾਲ ਸਜ਼ਾ ਉਹਨੂੰ ਹੋਏਗੀ। ਜਿਹਦਾ ਅਫੈਂਸ ਕਮਿਟ ਹੋ ਜਾਂਦਾ ਹੈ ਤਾਂ ਉਹਨੂੰ 7 ਸਾਲ ਦੀ ਸਜ਼ਾ ਹੋਏਗੀ, ਜੇ ਅਫੈਂਸ ਕਮਿਟ ਨਹੀਂ ਹੁੰਦਾ ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋਏਗੀ। ਉਹਨੇ ਕੋਸ਼ਿਸ਼ ਕੀਤੀ ਵੀ ਐਸਾ ਅਫੈਂਸ ਹੋ ਜੇ ਜਿਹਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਜਿਹਦੀ ਸਜ਼ਾ ਉਮਰ ਕੈਦ ਹੋ ਸਕਦੀ ਹੈ, ਕਿਹਨਾਂ ਨੂੰ, ਜਿਹੜੇ ਵਿਅਕਤੀ ਅਫੈਂਸ ਕਰ ਰਹੇ ਨੇ, ਵੀ ਉਹਨਾਂ ਨੂੰ ਮੌਤ ਵੀ ਹੋ ਸਕਦੀ ਹੈ ਸਜ਼ਾ ਜਾਂ ਲਾਈਫ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ। ਐਸੇ ਜੁਰਮ ਨੂੰ ਹੋਣ ਦੇ ਲਈ ਕੋਈ ਵਿਅਕਤੀ ਕੋਈ ਫੈਕਟਸ ਨੂੰ ਕੰਸੀਲ ਕਰਦਾ ਹੈ ਜਾਂ ਮਿਸ ਰਿਪਰੈਜ਼ੈਂਟ ਕਰਦਾ ਹੈ ਜਾਂ ਕੋਈ ਵਲੰਟਰਲੀ ਛੁਪਾਉਂਦਾ ਹੈ ਕਿਸੇ ਵਿਅਕਤੀ ਨੂੰ ਕਿਤੇ ਨੂੰ ਵਿੱਚੋਂ, ਠੀਕ ਹੈ, ਜਾਂ ਉਹਨਾਂ ਦੀ ਕੋਈ ਹੈਲਪ ਕਰਦਾ ਹੈ, ਹੁਣ ਉਹ ਵਿਅਕਤੀ ਨੂੰ ਸਜ਼ਾ ਕਿੰਨੀ ਹੋਏਗੀ, ਜੇ ਉਹ ਜੁਰਮ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸਜ਼ਾ 7 ਸਾਲ ਦੀ ਹੋਏਗੀ, ਪਰ ਜੇਕਰ ਜੁਰਮ ਨਹੀਂ ਹੁੰਦਾ ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਹੋਏਗੀ, 3 ਸਾਲ ਤੱਕ ਦੀ ਹੋ ਸਕਦੀ ਹੈ। ਇੱਕ ਐਗਜ਼ਾਮਪਲ ਪੜ੍ਹ ਲਓ, A knowing that Ducati is about to be committed at B, ਇਹਨੂੰ ਪਤਾ ਹੈ ਵੀ B ਪਲੇਸ ਦੇ ਉੱਪਰ B ਕੋਈ ਜਗ੍ਹਾ ਹੈਗੀ ਹੈ, ਠੀਕ ਹੈ, ਕੋਈ ਮਹੱਲਾ ਹੈਗਾ ਜਾਂ ਇਹ ਕਹਿ ਲਓ ਕੋਈ ਸ਼ਾਪ ਹੈਗੀ ਹੈ, ਕੋਈ ਬੈਂਕ ਹੈਗਾ, ਠੀਕ ਹੈ, ਜਿਹਦਾ ਨਾਮ ਜਿਹਨੂੰ ਆਪਾਂ B ਕਹਿ ਸਕਦੇ ਹਾਂ। A knowing that Ducati is about to be committed, ਉਹਨੂੰ ਪਤਾ ਹੈ ਇਹਨੂੰ ਵੀ ਉੱਥੇ ਡਕੈਤੀ ਹੋਣ ਜਾ ਰਹੀ ਹੈ, ਨੌਲੇਜ ਹੈ ਇਹਨੂੰ ਇਸ ਗੱਲ ਦੀ, ਠੀਕ ਹੈ, falsely informed the magistrate that a Ducati is about to committed at C, ਕੋਈ ਡਿਊਟੀ ਮੈਜਿਸਟ੍ਰੇਟ ਹੈਗਾ, ਮੇ ਬੀ ਪੁਲਿਸ ਆਫੀਸਰ, ਮੇ ਬੀ ਕੋਈ ਹੋਰ ਅਧਿਕਾਰੀ ਹੋਵੇ ਜਿਹੜਾ ਜਿਹਦੀ ਮੈਜਿਸਟ੍ਰੇਟ ਤੌਰ ਤੇ ਡਿਊਟੀ ਲੱਗੀ ਵੀ ਹੈਗੀ ਹੈ,
ਉਹ ਜਾ ਰਿਹਾ ਹੈ, ਠੀਕ ਹੈ, ਉਹਨਾਂ ਨੂੰ ਮਾੜੀ ਮੋਟਾ ਭਿਣਕ ਮਿਲ ਗਈ ਜਾਂ ਇਨਫੋਰਮੇਸ਼ਨ ਮਿਲ ਗਈ ਵੀ ਡਕੈਤੀ ਹੋਣ ਜਾ ਰਹੀ ਹੈ, ਤਾਂ ਜਿਹੜਾ ਇਹ ਵਿਅਕਤੀ ਹੈਗਾ ਉਹਨਾਂ ਨੂੰ ਮਿਸ ਰਿਪਰੈਜ਼ੈਂਟ ਕਰਦਾ ਹੈ, ਗਲਤ ਤਰੀਕੇ ਨਾਲ ਦੱਸਦਾ ਵੀ ਉੱਥੇ ਡਕੈਤੀ ਹੋ ਰਹੀ ਹੈ, ਸੀ ਜਗ੍ਹਾ ਦਾ ਨਾਂ ਦੱਸ ਦਿੰਦਾ ਹੈ ਬੀ ਜਗ੍ਹਾ ਦੀ ਬਜਾਏ, ਤਾਂ ਕਿ ਜਿਹੜੇ ਉਹ ਵਿਅਕਤੀ ਹੈ, ਜਿਹੜੇ ਉਹ ਪੁਲਿਸ ਅਧਿਕਾਰੀ ਹੈ ਜਾਂ ਮੈਜਿਸਟ੍ਰੇਟ ਹੈ, ਉਹ ਸਹੀ ਜਗ੍ਹਾ ਤੇ ਨਾ ਪਹੁੰਚ ਸਕੇ, ਗਲਤ ਜਗ੍ਹਾ ਤੇ ਪਹੁੰਚਾਉਂਦਾ ਉਹਨਾਂ ਨੂੰ। ਕੀ ਕਹਿੰਦਾ ਹੈ ਵੀ ਡਕੈਤੀ ਇਜ਼ ਟੂ ਬੀ ਕਮਿਟਡ ਐਟ ਸੀ ਪਲੇਸ, ਉਹਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕੋਈ ਸੀ ਪਲੇਸ ਹੈਗਾ, ਜਾਣੀ ਕਿ ਪੁਲਿਸ ਨੂੰ ਉਧਰ ਭੇਜਣ ਦੀ ਬਜਾਏ ਦੂਜੇ ਪਾਸੇ ਭੇਜ ਦਿੰਦਾ ਜਾਣ ਕੇ ਵੀ ਡਕੈਤੀ ਕਰ ਲੈਣ, ਜਿਹੜੇ ਬੰਦੇ ਡਕੈਤੀ ਕਰਨ ਗਏ ਹੈ। A place in an opposite direction and thereby misleads the magistrate with the intent to facilitate the commission of an offence। ਕੀ ਇੰਟੈਂਸ਼ਨ ਹੈ ਉਹਦੀ? ਫੈਸਿਲਿਟੇਟ ਕਰਦਾ ਹੈ ਵੀ ਜਿਹੜਾ ਅਫੈਂਸ ਹੈ ਉਹ ਹੋ ਜਾਵੇ, ਠੀਕ ਹੈ। The ducati is committed at B, ਜਿਹੜੀ B ਜਗ੍ਹਾ ਦੇ ਉੱਪਰ ਇੰਨਾ ਟਾਈਮ ਮਿਲ ਗਿਆ ਉਹਨਾਂ ਨੇ ਡਕੈਤੀ ਕਰ ਲਈ in pursuance of the design, ਜੋ ਵੀ ਉਹਨੇ ਪਲੈਨਿੰਗ ਬਣਾਈ ਸੀ, ਠੀਕ ਹੈ, ਉਹਦੇ ਮੁਤਾਬਕ ਡਕੈਤੀ ਹੋ ਜਾਂਦੀ ਹੈ, ਤਾਂ ਕੀ ਹੈਗਾ A is punishable under this section। ਸੈਕਸ਼ਨ 118 ਦੇ ਤਹਿਤ ਜਿਹੜਾ ਹੈਗਾ ਇਹ ਹੈ ਉਹ ਪਨਿਸ਼ੇਬਲ ਹੋਏਗਾ। ਜਿਹੜਾ ਅੱਜ ਦਾ ਟਾਈਮ ਕਾਫੀ ਹੋ ਗਿਆ, ਅੱਜ ਦਾ ਜਿਹੜਾ ਲੈਕਚਰ ਆਪਾਂ ਇੱਥੇ ਖਤਮ ਕਰਾਂਗੇ। ਠੀਕ ਹੈ ਸਰ। ਕਿਸੇ ਦੀ ਕੋਈ ਪ੍ਰੋਬਲਮ ਹੈ ਦੱਸ ਸਕਦਾ ਹੈ ਜੀ? ਤਾਂ ਇਹ ਦੋਸਤੋ ਸਮਝ ਜਾਂਦਾ ਲੈਕਚਰ ਸਾਰਾ? ਥੋੜਾ ਫਰਕ ਹੈ ਸਰ, ਸਾਰਾ ਸਮਝ ਆਉਂਦਾ ਹੈ ਜੀ? ਬਿਲਕੁਲ ਜੀ। ਥੋੜਾ ਡਿਫਰੈਂਸ ਹੈ ਸਾਰੇ ਸੈਕਸ਼ਨਾਂ ਦੇ ਵਿੱਚ, ਬਹੁਤ ਥੋੜਾ ਡਿਫਰੈਂਸ ਹੈ। ਇਹੀ ਗੱਲ ਨੂੰ ਲੈ ਕੇ, ਛੋਟੇ ਪੁਆਇੰਟਾਂ ਨੂੰ ਲੈ ਕੇ ਇਹ ਜਿਹੜਾ ਹੈਗਾ ਕ੍ਰਿਮੀਨਲ ਮੁਕੱਦਮੇ ਚੱਲਦੇ ਹੈਗੇ ਆ ਕੋਰਟਾਂ ਦੇ ਵਿੱਚ, ਠੀਕ ਹੈ। ਛੋਟੇ ਪੁਆਇੰਟਾਂ ਨੂੰ ਲੈ ਕੇ ਇਹ ਜਿਹੜੇ ਵਕੀਲ ਨੇ ਆਪਸ ਦੇ ਵਿੱਚ ਦੇਖੋ ਆਰਗੂਮੈਂਟਸ ਕਰਦੇ ਆ, ਠੀਕ ਹੈ। ਡਿਫੈਂਸ ਪੱਖ ਨੇ ਆਪਣਾ ਪੱਖ ਲੈਣਾ ਹੁੰਦਾ ਹੈ, ਪ੍ਰੋਸੀਕਿਊਸ਼ਨ ਨੇ ਆਪਣਾ ਪੱਖ ਲੈਣਾ ਹੁੰਦਾ ਹੈ, ਸਰਕਾਰੀ ਵਕੀਲ ਨੇ ਆਪਣਾ ਪੱਖ ਲੈਣਾ ਹੁੰਦਾ ਹੈ, ਠੀਕ ਹੈ। ਇਸੇ ਗੱਲ ਨੂੰ ਲੈ ਕੇ ਇਹ ਐਕਟ ਨੂੰ ਲੈ ਕੇ ਹੀ ਮਤਲਬ ਇੰਟਰਪ੍ਰੈਟ ਕਰਨਾ ਹੁੰਦਾ ਹੈ, ਕੋਈ ਕੀ ਸ਼ਬਦ ਕਰਨਾ ਚਾਹੁੰਦਾ ਹੈ, ਕੋਈ ਕੀ ਇੰਟਰਪ੍ਰੈਟ ਕਰਨਾ ਚਾਹੁੰਦਾ ਹੈ, ਜੁਰਮ ਕਰਨ ਵਾਲੇ ਦੀ ਮਨਸ਼ਾ ਕੀ ਸੀ, ਠੀਕ ਹੈ, ਜਾਂ ਜੁਰਮ ਕਰਨ ਵਾਲੇ ਦੀ ਕੀ ਮਨਸ਼ਾ ਸੀ, ਜਾਂ ਜਿਸ ਜੁਰਮ ਕਰਵਾਉਣ ਵਾਲੇ ਦੀ ਕੀ ਮਨਸ਼ਾ ਸੀਗੀ, ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ। ਇਹ ਛੋਟੇ ਪੁਆਇੰਟਸ ਜਿਹੜੇ ਹੈਗੇ ਨੇ ਕਾਫੀ ਮਤਲਬ ਕਿ ਇੰਪੋਰਟੈਂਟ ਹੈਗੇ ਸਾਰੇ ਤੁਹਾਡੇ ਲਈ, ਠੀਕ ਹੈ ਜੀ। ਇਹਦੇ ਸਰ ਜਿਵੇਂ ਕੋਈ ਸਾਰੇ ਆਪਾਂ ਜੁਰਮ ਬਾਰੇ ਪੜ੍ਹ ਰਹੇ ਹਾਂ, ਜਿਹੜਾ ਕੋਈ ਜੁਰਮ ਹੁੰਦਾ ਹੈ ਇਹਨਾਂ ਦੇ ਤਹਿਤ ਆਪਾਂ ਜੇ ਕੋਈ ਮੰਨ ਲਓ ਕੋਈ ਪਰਚਾ ਯਾਨੀ ਕਿ ਇਹਨਾਂ ਦੇ ਤਹਿਤ ਦਰਜ ਹੁੰਦਾ ਜਿਹੜੇ ਉਹ ਕਰਦੇ ਆ। ਹਾਂ, ਇਹ ਜਿਹੜੀ ਆਈਪੀਸੀ ਹੈ, ਹਾਂਜੀ, ਜਿੰਨੇ ਵੀ ਤੁਹਾਡੇ ਕੋਈ ਜੁਰਮ ਹੁੰਦੇ ਆ, ਜਿਹੜੀ ਪੁਲਿਸ ਅਧਿਕਾਰੀ ਹੈਗੇ ਆ, ਯਾਨੀ ਕਿ ਜਿਹੜੀ FIR ਲੌਜ਼ ਹੁੰਦੀ ਹੈ, ਹਾਂਜੀ, ਠੀਕ ਹੈ, FIR ਦੇ ਵਿੱਚ ਜਿਹੜੀ ਆਈਪੀਸੀ ਦੇ ਸੈਕਸ਼ਨ ਹੀ ਮਤਲਬ ਕਿ ਲਗਾਏ ਜਾਂਦੇ ਆ, ਇਹੀ ਧਾਰਾ ਲਗਾ ਕੇ ਜਿਹੜਾ ਕੋਈ ਇਹੀ ਜਿਹੜਾ ਸੈਕਸ਼ਨ ਹੈਗਾ ਆਈਪੀਸੀ। ਜਿਹੜੀ ਸੀਆਰਪੀਸੀ ਹੈ, ਸੀਆਰਪੀਸੀ ਦੇ ਸੈਕਸ਼ਨ FIR ਚ ਨਹੀਂ ਹੁੰਦੇ। ਠੀਕ ਹੈ ਜੀ। ਸੀਆਰਪੀਸੀ ਇੱਕ ਪ੍ਰੋਸੈਸ ਹੈ ਵੀ ਕਿਸੇ ਪ੍ਰੋਸੈਸ ਕਿਵੇਂ ਕਰਨਾ ਹੈ, ਫਿਰ ਉਸ ਨੂੰ ਕਾਰਵਾਈ ਕਿਵੇਂ ਕਰਨੀ ਹੈ, ਉਹ ਸੀਆਰਪੀਸੀ ਹੈ। ਉਹ ਹੈਗੀ ਇੱਕ ਪ੍ਰੋਸੈਸਿੰਗ, ਕਾਰਵਾਈਆਂ ਕਿਵੇਂ ਚੱਲਦੀਆਂ ਨੇ, ਕਿਵੇਂ ਚਲਾਈਆਂ ਜਾਂਦੀਆਂ ਨੇ ਕਾਰਵਾਈਆਂ, ਕਿਵੇਂ ਪੁਲਿਸ ਆਫੀਸਰ ਨੇ ਕੰਮ ਕਰਨੇ ਨੇ, ਕਿਵੇਂ ਮੈਜਿਸਟ੍ਰੇਟ ਨੇ ਕੰਮ ਕਰਨੇ ਨੇ, ਠੀਕ ਹੈ। ਉਹ ਹੈਗੀਆਂ ਨੇ ਕ੍ਰਿਮੀਨਲ ਪ੍ਰੋਸੀਜਰ ਕੀ ਹੈ। ਪਰ ਜਿਹੜੀ ਇਹ ਆਈਪੀਸੀ ਹੈ, ਆਈਪੀਸੀ ਇੱਕ ਕੋਡ ਹੈਗਾ, ਕਿਸ ਜੁਰਮ ਦੀ ਕੀ ਸਜ਼ਾ ਹੋਏਗੀ, ਕਿਹੜੀ ਧਾਰਾ ਉਹਦੇ ਅਗੇਂਸਟ ਲੱਗੇਗੀ, ਇਹ ਜਿਹੜੀ ਹੈਗੀ ਆਈਪੀਸੀ ਦੇ ਤਹਿਤ ਲੱਗਦੀ ਹੈ। ਜਿੰਨੀਆਂ ਵੀ FIR ਤੁਹਾਡੀਆਂ ਹੁੰਦੀਆਂ ਨੇ, ਤੁਸੀਂ ਦੇਖੋਗੇ ਕਦੇ ਪੜ੍ਹ ਕੇ ਦੇਖਿਓ ਕੋਈ ਨਾ ਕੋਈ FIR, ਤੁਹਾਨੂੰ ਸਮਝ ਆ ਜਾਏਗੀ। ਇਹ ਆਈਪੀਸੀ ਸੈਕਸ਼ਨ ਕਈ ਵਾਰੀ ਆਪਾਂ ਦੇਖਦੇ ਹਾਂ 3 4 5 ਸੈਕਸ਼ਨ ਲਗਾਈਆਂ ਹੁੰਦੀਆਂ ਨੇ ਇੱਕ ਹੀ FIR ਦੇ ਵਿੱਚ, ਇੱਕ ਮੁਜਰਮ ਦੇ ਖਿਲਾਫ, ਠੀਕ ਹੈ। ਉਹ ਇਹੀ ਕਾਰਨ ਹੁੰਦੇ ਆ ਵੀ ਉਹਨੇ ਆ ਵੀ ਕੀਤਾ, ਉਹਨੇ ਆ ਵੀ ਕੀਤਾ, ਉਹਨੇ ਆ ਵੀ ਕੀਤਾ, ਇੱਕ ਜੁਰਮ ਕੀਤਾ, ਦੂਜਾ ਕੀਤਾ, ਤੀਜਾ ਕੀਤਾ, ਚੋਰੀ ਵੀ ਕੀਤੀ, ਡਕੈਤੀ ਵੀ ਕੀਤੀ, ਤੇ ਨਾਲ ਕਿਸੇ ਸੱਟ ਵੀ ਮਾਰਤੀ, ਹਾਂਜੀ, ਠੀਕ ਹੈ। ਇਸ ਕਰਕੇ 3 4 ਸੈਕਸ਼ਨ ਲੱਗ ਜਾਂਦੀਆਂ ਨੇ, ਇਹ ਆਈਪੀਸੀ ਸੈਕਸ਼ਨ ਲੱਗਦਾ ਹੈ। ਐਨੀ ਕੁਐਸਚਨ? ਥੈਂਕ ਯੂ ਸਰ। ਐਨੀ ਪ੍ਰੋਬਲਮ? ठीक है जी, then class is over। Thank you sir, thank you very much। Okay, class is over, thank you very much। शर्मा